ਤੇ ਫੀਮ ਚਰਸ ਗਾਂਜਾ ਪਤਾ ਨਹੀਂ ਕੀ ਕੁਛ ਲੋਕ ਖਾਈ ਜਾਂਦੇ ਨੇ, ਚਿੱਟੇ ਵਾਲੇ ਹੋ ਗਏ, ਸਮੈਕ ਹੋ ਗਈ। ਇਹ ਫਿਰ ਇਹ ਸਾਰੀਆਂ ਚੀਜ਼ਾਂ ਦਾ ਇੱਕ ਇਲਾਜ ਕਿਵੇਂ ਹੋ ਜਾਊਗਾ? ਇਹ ਜਿਹੜੇ ਨਸ਼ੇ ਨੇ ਨਾ, ਇਹ ਸਾਰੇ ਨਸ਼ਿਆਂ ਦੇ ਉੱਤੇ ਇੱਕੋ ਹੀ ਮੈਡੀਸਿਨ ਕੰਮ ਕਰਦੀ ਆ। ਕੁੜੀਆਂ ਦੇ ਜਦੋਂ ਲੱਗ ਜਾਂਦੀਆਂ ਨੇ, ਚਾਹੇ ਉਹ ਡਰਿੰਕ ਕਰਨ ਲੱਗ ਜਾਣਾ, ਚਾਹੇ ਉਹ ਸਮੋਕਿੰਗ ਕਰਨ ਲੱਗ ਜਾਣਾ, ਉਹਨਾਂ ਤੇ ਵੀ ਇਹੀ ਕੰਮ ਕਰਦਾ ਜਾਂ ਉਹਨਾਂ ਵਾਸਤੇ ਅੱਡ ਹੈਗਾ ਕੋਈ? ਇਹੀ ਕੰਮ ਕਰਦਾ। ਜਦੋਂ ਮੁੰਡੇ ਉਹਦਾ ਸ਼ੋਸ਼ਣ ਕਰਦੇ ਆ ਸਰੀਰਕ ਤੌਰ ਤੇ, ਫਿਜ਼ੀਕਲ ਤੌਰ ਤੇ, ਤਾਂ ਉਹਨੂੰ ਫੇਰ ਪਤਾ ਲੱਗਦਾ ਵੀ ਇਹ ਕਿੱਥੇ ਫਸ ਗਈ, ਇਹ ਤਾਂ ਹੋਰ ਹੀ ਕੁਝ ਹੋ ਗਿਆ, ਤਾਂ ਫੇਰ ਉਹ ਛੱਡਣ ਭੱਜਦੀ ਆ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਇਹ ਗੱਲ ਕਹਿੰਦੇ ਹੋਏ ਕਿ ਜਿੰਨੇ ਵੀ ਲੋਕ ਪੰਜਾਬ ਦੇ ਵਿੱਚ ਕੀ, ਹਰਿਆਣੇ ਦੇ ਵਿੱਚ ਕੀ, ਹਿੰਦੁਸਤਾਨ ਦੇ ਵਿੱਚ ਵੀ ਜਿਹੜੇ ਮੈਨੂੰ ਕਾਲ ਕਰਦੇ ਆ, ਇਹ ਗੱਲ ਗਰੰਟਡ ਹੈ ਕਿ ਉਹ ਛੱਡਣਾ ਚਾਹੁੰਦੇ ਆ। 3000 ਸਾਡਾ ਵਲੰਟੀਅਰ ਪੰਜਾਬ 'ਚ ਇਸ ਟਾਈਮ ਆਪਣੇ ਆਪ ਜਿਨ੍ਹਾਂ ਨੇ ਮੁੰਡਿਆਂ ਨੇ ਨਸ਼ਾ ਛੱਡਿਆ, ਉਹੀ ਅੱਗੇ ਮਤਲਬ ਲੋਕਾਂ ਨੂੰ ਅਵੇਅਰ ਕਰਨ ਲੱਗੇ ਹੋਏ ਆ। 4 ਕੈਪਸੂਲ ਸਵੇਰੇ ਖਾਣੇ ਵੀ, 4 ਦੁਪਹਿਰੇ, 4 ਰਾਤ ਨੂੰ। ਔਰ ਇਹ ਨਰਵੋ ਪਲੱਸ ਡੀ ਦੇ ਨਾਮ ਦੇ ਕੈਪਸੂਲ ਗੌਰਮੈਂਟ ਤੋਂ ਰਜਿਸਟਰਡ ਹੋ ਗਿਆ। ਇੱਕ ਅੰਗਵੀਰ ਰਸ ਅਸੀਂ ਉੱਥੇ ਦਿੰਦੇ ਹਾਂ ਜਿਨ੍ਹਾਂ ਨੂੰ ਮਤਲਬ ਸੈਕਸ ਕਮਜ਼ੋਰੀ ਕਰਕੇ ਤਲਾਕ ਤੱਕ ਹੋਣ ਦੀ ਨੌਬਤ ਆ ਜਾਂਦੀ ਹੈ। ਉੱਥੇ ਇਕੱਲਾ ਅੰਗਵੀਰ ਰਸ ਕੰਮ ਕਰਦਾ, ਅਸੀਂ ਉਹ ਵੀ ਇਹਦੇ ਵਿੱਚ ਪਾਇਆ। ਜੇ ਇਨਸਾਨ ਤਰੀਕੇ ਨਾਲ ਲੈ ਲਵੇ ਤਾਂ ਸ਼ਰਾਬ ਛੁਡਾ ਦਿੰਦੀ ਹੈ, ਟਰੰਕਲਾਈਜ਼ਰ ਹੈ। ਆਮ ਡਰਾਈਵਰ ਵੀ ਉਹ ਕਹਿੰਦੇ ਨੇ ਵੀ ਜਿੰਨਾ ਚਿਰ ਕਾਰਡ ਨਾ ਲੱਗੇ ਜਾਂ ਜਿੰਨਾ ਚਿਰ ਫਿਰ ਆਪਾਂ ਗੋਲੀ ਬਣਾ ਕੇ ਨਾ ਲਈਏ, ਉਹਨਾਂ ਚਿਰ ਸਟੀਅਰਿੰਗ ਨਹੀਂ ਘੁੰਮਦਾ ਹੈਗਾ। ਜੇ ਤੁਹਾਡੀ ਦਵਾਈ ਲੈ ਕੇ ਛੱਡ ਗਿਆ ਫਿਰ ਉਹ ਸਟੀਅਰਿੰਗ ਘੁੰਮਦਾ ਰਹੂ ਜਾਂ ਨਹੀਂ? ਤੁਹਾਡਾ ਜਦੋਂ ਆਪਦਾ ਵਿਸ਼ਵਾਸ ਬਣ ਗਿਆ, ਉਸ ਮਾਲਕ ਤੇ ਤੁਹਾਡਾ ਵਿਸ਼ਵਾਸ ਬਣ ਗਿਆ, ਸੁਭਾਸ਼ ਗੋਇਲ ਦੀ ਕੀ ਮਜਾਲ ਹੈ ਤੁਹਾਡੇ ਨਾਲ ਕੋਈ ਗਲਤ ਗੱਲ ਕਰ ਜਾਵੇ। ਇਹ ਸਾਡਾ ਪਹਿਲਾ ਨਾਅਰਾ ਹੈ ਵੀ ਮੁੜ ਸੋਨੇ ਦਾ ਸ਼ੇਰ ਬਣੂਗਾ ਪੰਜਾਬ, ਨਸ਼ਾ ਮੁਕਤ ਬਣੂਗਾ ਪੰਜਾਬ। ਕਿਸੇ ਦੇ ਬੱਚੇ ਨਹੀਂ ਹੋ ਰਹੇ, ਸਪਰਮ ਦੇ ਵਿੱਚ ਵੀਰਜ ਦੇ ਸਪਰਮ ਸੁੱਕ ਗਿਆ, ਤੇ ਕਿਸੇ ਨੂੰ ਕੀ ਹੁੰਦਾ, ਉਹਦੀ ਐਕਟੀਵਿਟੀ ਉਹ ਖਤਮ ਹੋ ਗਈ, ਸੈਕਸੁਅਲ ਐਕਟੀਵਿਟੀ ਖਤਮ ਹੋ ਗਈ, ਤੇ ਉਹਨੂੰ ਫਿਰ ਅਸੀਂ ਦਿੱਤਾ X+ ਗੋਲਡ ਕੈਪਸੂਲ। ਸਪੈਸ਼ਲਿਟੀ ਇਹ ਹੈ ਕਿ ਇਹਦਾ ਪਹਿਲਾ ਕੈਪਸੂਲ ਕੰਮ ਕਰਦਾ। ਫਿਰ ਇਹਦੇ ਤੇ ਸ਼ੱਕ ਖੜੇ ਹੋ ਗਏ, ਉਹ ਕਹਿਣ ਜੀ ਇਹ ਚ ਵਿਆਗਰਾ ਹੋਊਗੀ। ਲੋਕਾਂ 'ਚ ਚੱਲਣ ਵੀ ਇਹੀ ਆ, ਉਹ ਕਹਿੰਦੇ ਵੀ ਆਮ ਕਰਕੇ ਨਾ ਵੈਦ ਕਰਦੇ ਕੀ ਨੇ, ਕਿ ਕੁੱਟ-ਕੁੱਟ ਕੇ ਵਿਆਗਰਾ ਇਹਨਾਂ 'ਚ ਪਰ ਲਈ ਜਾਂਦੇ ਨੇ। ਸ਼ੂਗਰ ਦੇ ਮਰੀਜ਼ ਨੂੰ ਵੀ ਇਹ ਕਮਜ਼ੋਰੀ ਆ ਜਾਂਦੀ ਆ, ਹਾਂ, ਉਹਨਾਂ ਨੂੰ ਵੀ ਇਹ ਦੇਣਾ। ਉਹ ਕਹਿੰਦੇ ਜੀ ਇਹ ਚੀਜ਼ ਤੁਹਾਡੀ ਬਹੁਤ ਵਧੀਆ, ਸ਼ੂਗਰ ਦੀ ਦਵਾਈ ਦਾ ਜਿਹੜਾ ਕੰਮ ਕਰੂ, ਪਰ ਇਹਨੇ ਤਾਂ ਪਹਿਲੇ ਦਿਨ ਹੀ ਸਾਨੂੰ ਜ਼ਿੰਦਗੀ ਬਖਸ਼ ਦਿਖਾ ਦਿੱਤਾ। ਮਤਲਬ 18 ਸਾਲ ਤੋਂ 88 ਸਾਲ ਦੀ ਉਮਰ ਤੱਕ ਇਹਦਾ ਰਿਜ਼ਲਟ ਆਉਂਦਾ। ਜਿੰਨੀਆਂ ਮਰਜ਼ੀ ਲੈਬੋਰਟਰੀਆਂ 'ਚ ਚਲੇ ਜਾਓ, ਨਸ਼ਾ ਕਰਨ ਵਾਲੇ ਇਨਸਾਨ ਦੇ ਸਰੀਰ ਤੋਂ ਵੱਡੀ ਲੈਬੋਰਟਰੀ ਨਹੀਂ ਹੋ ਸਕਦੀ। ਪੌਦਾ ਲੈਣਾ ਐਲੋਵੇਰਾ ਦਾ, ਉਹਦਾ ਉੱਪਰੋਂ ਥੱਲਿਓਂ ਛਿਲਕਾ ਲਾ ਕੇ ਜਿਹੜਾ ਗੁੱਦਾ ਹੈ, ਪਲਪ ਜਿਹਨੂੰ ਅਸੀਂ ਕਹਿ ਲੈਂਦੇ ਹਾਂ, ਉਹ ਅਸੀਂ ਖਾਣਾ, ਮੂੰਹ 'ਚ ਪਾਉਣਾ, ਪਾਣੀ ਪੀ ਜਾਣਾ, ਮੂੰਹ 'ਚ ਪਾਉਣਾ, ਪਾਣੀ ਪੀ ਲੈਣਾ। 2, 2.5, 3 ਚਮਚੇ ਰੋਜ਼ ਤੁਸੀਂ ਲੈਣੇ ਸ਼ੁਰੂ ਕਰ ਦਿਓ। ਜੋੜਾਂ ਦਾ ਦਰਦ ਨਹੀਂ, ਬਵਾਸੀਰ ਨਹੀਂ, ਪੇਟ ਦੇ ਰੋਗ ਨਹੀਂ, ਕਬਜ਼ ਨਹੀਂ। ਸਤਿ ਸ਼੍ਰੀ ਅਕਾਲ। ਲਗਾਤਾਰ ਦੇਖਦੇ ਹਾਂ ਆਮ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਕਿ ਬਹੁਤ ਸਾਰੀਆਂ ਸਮੱਸਿਆਵਾਂ ਸਾਨੂੰ ਜਿੱਥੇ ਸਮਾਜ ਦੇ ਵਿੱਚ ਆਉਂਦੀਆਂ ਨੇ ਤਾਂ ਕਈ ਸਰੀਰਕ ਵੀ ਹੁੰਦੀਆਂ ਨੇਗੀਆਂ, ਜਿਹਦੇ 'ਚ ਅਕਸਰ ਦੇਖਦੇ ਹਾਂ ਜੋੜਾਂ ਦਾ ਦਰਦ ਉਮਰ ਕੋਈ ਵੀ ਹੋਵੇ, ਦੂਜੇ ਪਾਸੇ ਨਸ਼ਾ, ਇਹ ਵੀ ਖੈਰ ਉਮਰ ਕੋਈ ਵੀ ਹੋਵੇ ਪਰ ਚੜ੍ਹਦੀ ਉਮਰੇ ਬੜਾ ਨੁਕਸਾਨ ਕਰਦਾ, ਤੇ ਤੀਜਾ ਸ਼ੂਗਰ, ਇਹ ਵੀ ਹਰ ਉਮਰ ਦਾ ਇੱਕ ਕਹਿ ਸਕਦੇ ਆਂਗੇ ਕਿ ਬਿਮਾਰੀ ਇਸ ਤਰ੍ਹਾਂ ਦੀ ਬਣ ਗਈ ਕਿ ਹੁਣ ਤਾਂ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪੈ ਰਿਹਾ ਹੈ। ਇਸੇ ਮੁੱਦੇ ਤੇ ਅੱਜ ਗੱਲ ਕਰਾਂਗੇ। ਸਾਡੇ ਨਾਲ ਬੜੇ ਚਰਚਿਤ ਹੈਗੇ ਨੇਗੇ ਸੁਭਾਸ਼ ਗੋਇਲ ਜੀ। ਉਹਨਾਂ ਨਾਲ ਹਾਲਾਂਕਿ ਵੱਖ-ਵੱਖ ਥਾਵਾਂ ਤੇ ਤੁਸੀਂ ਉਹਨਾਂ ਨੂੰ ਦੇਖਦੇ ਰਹਿੰਦੇ ਹੋਗੇ, ਬਹੁਤ ਸਾਰੇ ਮੰਤਰੀ ਕੋਈ ਸਨਮਾਨ ਕਰ ਰਿਹਾ, ਸੋਸ਼ਲ ਵੈਲਫੇਅਰ ਦੇ ਲਈ ਕਾਫੀ ਕੰਮ ਕਰਦੇ ਰਹਿੰਦੇ ਨੇਗੇ, ਤੇ ਵਰਦਾਨ ਆਯੁਰਵੈਦਿਕ ਦੇ MD ਨੇ ਸੁਭਾਸ਼ ਗੋਇਲ। ਸੁਭਾਸ਼ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ। ਔਰ ਜਿੰਨੇ ਵੀ ਦਰਸ਼ਕ ਆਪਣਾ ਪ੍ਰੋਗਰਾਮ ਦੇਖ ਰਹੇ ਆ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ, ਦੇਖੀਏ ਤਿੰਨੇ ਚੀਜ਼ਾਂ ਜਿਹੜੀਆਂ ਮੈਂ ਲਈਆਂ ਉਹ ਸਮਾਜਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ ਬਹੁਤ ਨੁਕਸਾਨ ਕਰ ਰਹੀਆਂ ਨੇ। ਪਹਿਲੀ ਗੱਲ ਜੇ ਨਸ਼ੇ ਦੀ ਕਰ ਲਈਏ, ਨਸ਼ੇ ਵਾਲਾ 2-3 ਤਰ੍ਹਾਂ ਦਾ ਕਨਸੈਪਟ ਹੈ। ਇੱਕ ਤਾਂ ਨਸ਼ਾ ਚੌੜਬਾਜ਼ੀ 'ਚ ਲੱਗਿਆ, ਦੂਜਾ ਨਸ਼ਾ ਜਵਾਨੀ ਉਮਰੇ ਦੇਖਦੇ ਆਂਗੇ ਕਿ ਜਦੋਂ ਆਪਦੀ ਸੈਕਸ ਲਾਈਫ ਕਿਸੇ ਨੇ ਇੰਜੋਏ ਕਰਨੀ ਹੈ ਉਦੋਂ ਲੱਗਿਆ, ਤੀਜਾ ਆ ਜਾਂਦਾ ਕਈ ਗਮ ਦੇ ਮਾਰੇ ਮੰਨ ਲਓ, ਉਹ ਵੀ ਖੈਰ ਜਵਾਨੀ ਉਮਰੀ ਆ ਜਾਂਦਾ। ਨਸ਼ੇ ਦੀ ਸ਼ੁਰੂਆਤ ਤਾਂ ਖੈਰ ਸਾਰੇ ਦੇਖੀਏ ਆਪਦੇ ਢੰਗ ਦੇ ਨਾਲ ਕਰ ਲੈਂਦੇ ਨੇ, ਛੱਡਣਾ ਅੱਜ ਵੀ ਲੱਗਦਾ ਲੋਕ ਗੱਲਾਂ ਤਾਂ ਕਰੀ ਜਾਂਦੇ ਨੇ। ਕੁਝ ਉਦਾਹਰਨਾਂ ਹੈਗੀਆਂ ਨੇਗੀਆਂ, ਹਰ ਬੰਦੇ ਵਾਸਤੇ ਸੰਭਵ ਹੋਵੇ ਇਹ ਹੋ ਸਕਦਾ?
ਇਹ ਬਿਲਕੁਲ ਹੋ ਸਕਦਾ। ਰੀਜ਼ਨ ਕੀ ਹੈ, ਜਿਹੜੀ ਗੱਲ ਤੁਸੀਂ ਮੈਨੂੰ ਕਿਹਾ ਹੈ ਨਾ, ਸਵਾਲ ਕੀਤਾ, ਇਹਦੇ ਵਿੱਚ 2-3 ਚੀਜ਼ਾਂ ਆ ਜਾਂਦੀਆਂ ਨੇ। ਇੱਕ ਤਾਂ ਹੋ ਗਿਆ ਜਿਹੜਾ ਬੰਦਾ ਛੱਡਣਾ ਹੀ ਨਹੀਂ ਚਾਹੁੰਦਾ, ਇੱਕ ਹੋ ਗਿਆ ਜਿਹੜਾ ਛੱਡਣਾ ਚਾਹੁੰਦਾ। 2 ਤਰ੍ਹਾਂ ਦੇ ਲੋਕ ਆ। ਇੱਕ ਤਾਂ ਹੁੰਦਾ ਵੀ ਮੈਂ ਨਹੀਂ ਛੱਡਦਾ, ਪਰਿਵਾਰ ਨੂੰ ਛੱਡ ਦੂੰ, ਕੁਝ ਹੋ ਜਾਵੇ। ਉਹ ਇਹ ਨਹੀਂ ਹੁੰਦਾ ਕਿ ਉਹ ਛੱਡਣਾ ਨਹੀਂ ਚਾਹੁੰਦਾ, ਉਹ ਵੀ ਛੱਡਣਾ ਚਾਹੁੰਦਾ, ਉਹਨੂੰ ਕੋਈ ਰਸਤਾ ਹੀ ਨਹੀਂ ਮਿਲਦਾ। ਜਦੋਂ ਕਿਤੇ ਜਾਂਦਾ ਉਹਨੂੰ ਕੋਈ ਆਪਣੇ ਗੋਲੀਆਂ ਟੀਕਿਆਂ ਤੇ ਲਾ ਲੈਂਦਾ, ਕੋਈ ਜੀਭ ਥੱਲੇ ਰੱਖਣ ਵਾਲੀ ਗੋਲੀ ਤੇ ਲੱਗ ਜਾਂਦਾ, ਕੋਈ ਹੋਰ ਗੋਲੀਆਂ ਤੇ। ਇੱਕ ਚੀਜ਼ ਮੈਂ ਦੇਖੀ ਆ, ਜਿੰਨੇ ਵੀ ਲੋਕੀ ਨਸ਼ੇ ਕਰਦੇ ਆ ਜਾਂ ਨਸ਼ੇ ਦੇ ਨਾਲ ਸੰਬੰਧਿਤ ਆ, ਉਹਨਾਂ ਨੂੰ ਇਹ ਗੱਲ ਤਾਂ ਪਤਾ ਵੀ ਸੁਭਾਸ਼ ਗੋਇਲ ਕਾਫੀ ਦਿਨਾਂ ਤੋਂ ਇਹ ਗੱਲ ਕਰ ਰਿਹਾ ਤੇ ਲੇਕਿਨ ਅੱਜ ਤੱਕ 3 ਲੱਖ ਤੋਂ ਉੱਪਰ ਲੋਕ ਜਿਹੜੇ ਆ, ਇੱਕ ਬਹੁਤ ਵੱਡੀ ਕੁਆਂਟੀਟੀ ਹੈ ਇਹ। 1992 ਤੋਂ ਅਸੀਂ ਕੰਮ ਕਰਦੇ ਸੀ। ਨਵੰਬਰ 2005 ਤੋਂ ਲੈ ਕੇ ਜਦੋਂ ਸਾਡਾ ਰਿਕਾਰਡ ਬਣਨਾ ਸ਼ੁਰੂ ਹੋਇਆ ਤਾਂ ਇੰਨੇ ਕੁ ਲੋਕੀ ਆਏ ਆ, ਔਰ ਜਿਹਦੇ ਚੋਂ 3000 ਸਾਡਾ ਵਲੰਟੀਅਰ ਪੰਜਾਬ ਚ ਇਸ ਟਾਈਮ ਆਪਣੇ ਆਪ ਜਿਨ੍ਹਾਂ ਨੇ ਮੁੰਡਿਆਂ ਨੇ ਨਸ਼ਾ ਛੱਡਿਆ, ਉਹੀ ਅੱਗੇ ਮਤਲਬ ਲੋਕਾਂ ਨੂੰ ਅਵੇਅਰ ਕਰਨ ਲੱਗੇ ਹੋਏ ਆ। ਤਾਂ ਉਸ ਕਰਕੇ ਥੋੜਾ ਜਿਹਾ ਚਰਚਾ ਦਾ ਵਿਸ਼ਾ ਜ਼ਿਆਦਾ ਬਣਿਆ ਵਰਦਾਨ ਆਯੁਰਵੈਦਿਕ। ਔਰ ਇੱਕ ਸਭ ਤੋਂ ਵੱਡੀ ਚੀਜ਼ ਸਾਡੇ ਕੋਲ ਇਹ ਸੀਗੀ ਕਿ ਸਾਡੇ ਜਿਹੜੇ ਵੈਦ ਆ, ਡਾਕਟਰ ਆ, ਜਿਹੜੇ ਸਾਡੇ ਕੰਮ ਕਰਦੇ ਆ, ਵੈਦ ਪੂਰੀ ਤਰ੍ਹਾਂ ਸ਼ਿੱਦਤ ਨਾਲ ਕੰਮ ਕਰਦੇ ਆ, ਤਾਂ ਸਾਡੀ ਸਭ ਤੋਂ ਪਹਿਲੀ ਸੋਚ ਇਹ ਸੀਗੀ ਕਿ ਕਿਸੇ ਨੂੰ ਦਾਖਲ ਨਾ ਕਰਨਾ ਪਵੇ। ਉਹਦੇ ਤੋਂ ਲੋਕ ਬਹੁਤ ਗਰੇਜ ਕਰਦੇ ਹਾਂ, ਹਰ ਆਦਮੀ ਦਾਖਲ ਹੋਣ ਤੋਂ ਬਚਦਾ ਵੀ ਯਾਰ ਦਾਖਲ ਕਰਨਗੇ ਉੱਥੇ ਹੋਰ ਪ੍ਰੋਬਲਮ ਖੜੀਆਂ ਹੋ ਜਾਂਦੀਆਂ। ਦੂਜਾ ਇਹ ਸੀਗਾ ਵੀ ਕਿਸੇ ਨੂੰ ਕੋਈ ਤੋੜ ਨਾ ਲੱਗੇ, ਜੇ ਨਸ਼ਾ ਛੱਡਦਾ ਬੰਦਾ ਉਹਨੂੰ ਤੋੜ ਲੱਗਦੀ ਆ। ਤੀਜਾ ਸੀਗਾ ਸੈਕਸ ਕਮਜ਼ੋਰੀ ਨਾ ਆਵੇ। ਚੌਥਾ ਸੀਗਾ ਕਿ ਉਹਨੂੰ ਕੋਈ ਮਤਲਬ ਕਿਸੇ ਕਿਸਮ ਦਾ ਕੰਮ ਨਾ ਛੱਡਣਾ ਪਵੇ। ਇਹ ਇੱਕ ਚੀਜ਼ ਬਹੁਤ ਜ਼ਰੂਰੀ ਸੀਗੀ, ਯਾਨੀ ਕਿ ਅਗਲੇ ਦੀ ਲਾਈਫ ਡਿਸਟਰਬ ਨਾ ਹੋਵੇ, ਬਿਨਾ ਕੋਈ ਪ੍ਰੋਬਲਮ, ਘਰੇ ਬੈਠੇ ਬਿਠਾਏ। ਜਿਵੇਂ ਉਹ ਮਤਲਬ ਕੰਮ ਤੇ ਜਾ ਰਿਹਾ, ਉਹਨੂੰ ਅਸੀਂ ਟਾਈਮ ਟੂ ਟਾਈਮ ਦੱਸਤਾ ਵੀ 4 ਕੈਪਸੂਲ ਸਵੇਰੇ ਖਾਣੇ, ਵੀ 4 ਦੁਪਹਿਰੇ, 4 ਰਾਤ ਨੂੰ। ਔਰ ਇਹ ਨਰਵੋ ਪਲੱਸ ਡੀ ਦੇ ਨਾਮ ਤੇ ਕੈਪਸੂਲ ਗੌਰਮੈਂਟ ਤੋਂ ਰਜਿਸਟਰਡ ਹੋ ਗਿਆ, ਗੌਰਮੈਂਟ ਨੇ ਇਹਨੂੰ ਅਪਰੂਵ ਕੀਤਾ। ਔਰ ਦੂਜੀ ਵੱਡੀ ਗੱਲ ਮੈਂ ਤੁਹਾਨੂੰ ਦੱਸਾਂ, ਤੁਹਾਡੇ ਚੈਨਲ ਦੇ ਮਾਧਿਅਮ ਤੋਂ, ਵੈਸੇ ਤਾਂ ਦਰਸ਼ਕਾਂ ਨੂੰ ਕਾਫੀ ਹੱਦ ਤੱਕ ਇਹ ਗੱਲ ਪਤਾ ਲੱਗ ਚੁੱਕੀ ਆ ਕਿ ਅਸੀਂ ਇਹਦੇ ਉੱਤੇ ਨੁਸਖਾ ਜਗਰ ਕਰਤਾ, ਜੋ ਇਹਦੇ ਚ ਪੈਂਦਾ ਕਲੀਅਰ ਲਿਖਤਾ, ਘਰੇ ਬਣਾ ਸਕਦੇ ਹੋ। ਬਹੁਤ ਸਾਰੇ ਮੈਨੂੰ ਕਮੈਂਟ ਕਰਦੇ ਆ ਲੋਕੀ ਕਿ ਗੋਇਲ ਸਾਹਿਬ ਇਹ ਤਾਂ ਕਮਾਲ ਹੀ ਕਰਤੀ ਤੁਸੀਂ, ਨੁਸਖਾ ਮਤਲਬ ਕਲੀਅਰ ਕੀਤਾ। ਵੈਦ ਤਾਂ ਬਿਲਕੁਲ ਹੀ ਨਹੀਂ ਦੱਸਦੇ, ਸਾਡੀ ਕਲਾਕਾਰੀ ਇਹੀ ਹੈ। ਉਹ ਕਹਿੰਦੇ ਮੈਂ ਕਹਿੰਦਾ ਇੱਕ ਨਾਰ 100 ਬਿਮਾਰ, ਮੈਂ ਇਕੱਲਾ ਕਿੱਥੇ ਦਊਂਗਾ। ਜੇ ਕੋਈ ਵੈਦ ਮੰਨ ਲਓ ਇਹਨੂੰ ਬਣਾਊਗਾ ਵੀ, ਬਣਾ ਕੇ ਅਕਸਰ ਉਹ ਦਊਗਾ ਹੀ, ਕਿਸੇ ਨੂੰ ਦਊਗਾ ਵੀ ਨਸ਼ਾ ਛੱਡਣ ਵਾਸਤੇ। ਕਿਤੇ ਐ ਤਾਂ ਹੈ ਨਹੀਂ ਵੀ ਉਹ ਬਲੈਕ ਕਰ ਲੂਗਾ ਇਹਨੂੰ, ਜੇ ਵੇਚ ਕੇ ਉਹਦੀ ਵੀ ਰੋਜੀ ਰੋਟੀ ਚੱਲੂਗੀ, ਇਹ ਨਹੀਂ ਹੈ। ਪਲੱਸ ਉਹ 10 ਬੰਦਿਆਂ ਨੂੰ ਹੋਰ ਛਡਾਊਗਾ। ਮਸਲਾ ਕੀ ਆਊਗਾ, ਇੱਕ ਦਿਨ ਉਹ ਇਹੀ ਕਹੂਗਾ ਵੀ ਗੋਇਲ ਸਾਹਿਬ ਥੈਂਕ ਯੂ, ਤੁਹਾਡੇ ਨੁਸਖੇ ਨਾਲ ਲੋਕ ਠੀਕ ਹੋ ਰਹੇ ਨੇ, ਤੇ ਪਲੱਸ ਸਾਡੀ ਰੁਜ਼ਗਾਰ ਚੱਲ ਰਹੀ ਹੈ। ਮੈਂ ਕਦੇ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਇਹਨੂੰ ਮੰਗਾਓ, ਇਹ ਚੋਂ ਇੰਨਾ ਤੁਹਾਨੂੰ ਦੇ ਦਾਂਗੇ, ਇੰਨਾ ਉਹ ਕਰ ਦਾਂਗੇ, ਤੁਸੀਂ ਵੈਦ ਨੂੰ ਘਰੇ ਬੈਠ ਕੇ ਛਡਾਓ। ਮੈਂ ਕਹਿੰਦਾ ਘਰੇ ਹੀ ਬਣਾ ਲਓ, ਪੈਸੇ ਵਾਲਾ ਕੰਮ ਨਹੀਂ ਹੈਗਾ ਵੀ ਪੈਸੇ ਘਰੇ ਪੈਸੇ ਆਪਣੇ ਆਪ ਆਉਂਦੇ ਆ, ਉਹਨੂੰ ਕੋਈ ਦਿੱਕਤ ਨਹੀਂ, ਜਿੰਨੀ ਕੁ ਲੋੜ ਆ ਉਹਨੇ ਖਾਈ ਜਾਂਦੇ ਆ। ਹੁਣ ਇਹਦੇ ਵਿੱਚ ਦੇਖੋ ਮਹਾਵਾਤ ਵਿਦਵਾਂਸਨ ਰਸ ਪਾਇਆ। ਮਹਾਵਾਤ ਵਿਦਵਾਂਸਨ ਰਸ ਜਿਹੜਾ ਹੈਗਾ ਅਨੇਕ ਜੜੀ ਬੂਟੀਆਂ ਪਾ ਕੇ ਇੱਕ ਵਿਧੀ ਨਾਲ ਬਣਦਾ। ਇਹਨੂੰ ਗੂਗਲ ਸਰਚ ਕਰ ਸਕਦੇ ਹੋ ਤੁਸੀਂ, ਮਹਾਵਾਤ ਵਿਦਵਾਂਸਨ ਰਸ। ਇਹ ਜੜੀ ਬੂਟੀਆਂ ਤੋਂ ਬਣਿਆ ਇੱਕ ਟੈਬਲੇਟ ਹੁੰਦਾ, ਇਹਨੂੰ ਅਸੀਂ ਇਹਦੇ ਵਿੱਚ ਪਾਇਆ ਔਰ ਉਹਦੇ ਵਿੱਚ ਆਲਰੇਡੀ 50-60 ਜੜੀਆਂ ਬੂਟੀਆਂ ਨੇ। ਫਿਰ ਦੂਜੀ ਚੀਜ਼ ਕੀ ਹੈ ਜੀ, ਇਹਦੇ ਵਿੱਚ ਸਮੀਰ ਪੰਨੰਗ ਰਸ। ਸਮੀਰ ਪੰਨੰਗ ਰਸ ਜਿਹੜਾ ਹੈਗਾ, ਜਿੰਨੇ ਵੈਦ ਲੋਕ ਆ ਉਹ ਜਾਣਦੇ ਆ ਮੈਂ ਕੀ ਦੱਸ ਰਿਹਾ। ਇਹ ਸਰੀਰ ਦੇ ਵਿੱਚ ਜਾਨ ਪਾ ਦਿੰਦਾ, ਬੀਰਜ ਨੂੰ ਗਾੜਾ ਕਰ ਦਿੰਦਾ। ਜਿਹਦਾ ਬੀਰਜ ਬਲਵਾਨ ਹੋ ਜੇ ਨਾ, ਉਹਨੂੰ ਕੋਈ ਤਕਲੀਫ ਨਹੀਂ ਹੁੰਦੀ। ਤੀਸਰੀ ਚੀਜ਼ ਇਹਦੇ ਵਿੱਚ ਪਾਈ ਹੈਗੀ ਆ ਇਕਾਂਗ ਵੀਰ ਰਸ। ਇਕਾਂਗ ਵੀਰ ਰਸ ਅਸੀਂ ਉੱਥੇ ਦਿੰਦੇ ਆ ਜਿਨ੍ਹਾਂ ਨੂੰ ਮਤਲਬ ਸੈਕਸ ਕਮਜ਼ੋਰੀ ਕਰਕੇ ਤਲਾਕ ਤੱਕ ਹੋਣ ਦੀ ਨੌਬਤ ਆ ਜਾਂਦੀ ਆ, ਉੱਥੇ ਇਕੱਲਾ ਇਕਾਂਗ ਵੀਰ ਰਸ ਕੰਮ ਕਰਦਾ। ਅਸੀਂ ਉਹ ਵੀ ਇਹਦੇ ਵਿੱਚ ਪਾਇਆ। ਇੱਕ ਰਸ ਦੇ ਵਿੱਚ ਮਤਲਬ 40-40 ਜੜੀ ਬੂਟੀਆਂ ਨੇ, 200-250 ਜੜੀ ਬੂਟੀ ਦਾ 3 ਚੀਜ਼ਾਂ ਤੁਸੀਂ ਇਮਿਊਨਿਟੀ ਅਗਲੇ ਦੀ ਪੂਰੀ ਕੰਪਲੀਟ ਕਰ ਦਿੱਤੀ। ਉਸ ਤੋਂ ਬਾਅਦ ਇਹਦੇ ਵਿੱਚ ਦੂਸਰੀ ਚੀਜ਼ ਕੀ ਹੈ, ਖੁਰਾਸਾਨੀ ਅਜਵਾਇਣ। ਖੁਰਾਸਾਨੀ ਅਜਵਾਇਣ ਜਿਹੜੀ ਆ ਨਾ ਜੀ, ਮਤਲਬ ਜੇ ਇਨਸਾਨ ਤਰੀਕੇ ਨਾਲ ਲੈ ਲਵੇ ਤਾਂ ਸ਼ਰਾਬ ਛੁਡਾ ਦਿੰਦੀ ਹੈ, ਟਰੰਕਲਾਈਜ਼ਰ ਹੈ ਸਭ ਤੋਂ ਬੈਸਟ। ਫਿਰ ਇਹਦੇ ਖੁਰਾਸਾਨੀ ਅਜਵਾਇਣ ਜਿਹੜੀ ਹੈ ਨਾ ਜੀ, ਇਹ ਇੱਕ ਸਪੈਸ਼ਲ ਅਜਵਾਇਣ ਆ। ਇਹ ਆਮ ਆਪਣੇ ਜਿਹੜੀ ਘਰਾਂ 'ਚ ਯੂਜ਼ ਕਰਦੇ ਉਹ ਤੋਂ ਅਲੱਗ ਆ। ਇਹ ਪੇਟ ਦੇ ਵਿੱਚ ਜਿੰਨੇ ਕੀੜੇ ਆ ਉਹਨਾਂ ਨੂੰ ਖਤਮ ਕਰਦੀ ਆ, ਬਾਡੀ ਦੇ ਵਿੱਚ ਜਿੰਨੀ ਵੀਕਨੈਸ ਆ ਉਹਨੂੰ ਖਤਮ ਕਰਦੀ ਆ। ਪਲੱਸ ਜਿਵੇਂ ਆਪਾਂ ਇਹਨੂੰ ਮੰਨ ਲਓ 1 ਕੱਪ ਦੇ ਵਿੱਚ 1 ਗਲਾਸ ਪਾਣੀ ਦੇ ਵਿੱਚ 1 ਚਮਚਾ ਪਾ ਕੇ ਇਹਨੂੰ ਬੋਇਲ ਕਰ ਲਓ,
ਜਦੋਂ ਅੱਧਾ ਰਹਿ ਜੇ ਇਹਨੂੰ ਸਿਪ ਕਰਕੇ ਪੀ ਲਓ। ਜਿਹੜਾ ਬੰਦਾ ਕਹਿੰਦਾ ਵੀ ਰਾਤ ਨੂੰ ਬੋਤਲ ਪੀਤੇ ਬਿਨਾ ਸਰਦਾ ਨਹੀਂ, ਉਹਨੂੰ ਅੱਧਾ ਕੱਪ ਪਿਲਾ ਦਿਓ, ਉਦੋਂ ਦਾਰੂ ਨਹੀਂ ਪੀਂਦਾ ਘੱਟੋ ਘੱਟ। ਨਸ਼ਾ ਕਰ ਦੂਗੀ ਜਾਂ ਉਹ ਕੀੜੇ ਮਾਰ ਦੂਗੀ ਨਸ਼ੇ ਵਾਲੇ? ਜਿਹੜੀ ਤਲਬ ਲੱਗਦੀ ਆ, ਜਿਹੜਾ ਉਹ ਕਹਿੰਦਾ ਵੀ ਕੀੜੇ ਮੂੰਹ ਅੱਡਦੇ ਆ ਸ਼ਾਮ ਨੂੰ, ਉਹ ਬ੍ਰੇਨ 'ਚ ਹਾਰਮੋਨ ਹੁੰਦਾ ਸੈਰੋਟੋਨਿਨ, ਇਹ ਜਾ ਕੇ ਉਹਨੂੰ ਸ਼ਾਂਤ ਕਰ ਦਿੰਦੀ ਆ। ਤੇ ਉਸ ਤੋਂ ਬਾਅਦ ਬੰਦਾ ਸ਼ਰਾਬ ਨਹੀਂ ਪੀ ਸਕਦਾ। ਉਹ ਧੱਕੇ ਨਾਲ ਚਾਹੇ 1-2 ਪੈਗ ਲਾ ਲਵੇ, ਮਤਲਬ ਨਹੀਂ ਹੈ, ਉਹਦਾ ਜੀ ਕਰ ਜੇ। ਉਹ ਫਿਰ ਇਹ ਜ਼ਰੂਰ ਕਹੂਗਾ ਵੀ ਯਾਰ ਅੱਗੇ ਬੋਤਲ ਹੋ ਜਾਂਦੀ ਹੈ ਪੂਰੀ, ਅੱਜ ਪਤਾ ਨਹੀਂ ਕੀ ਹੋ ਗਿਆ। ਤਾਂ ਇਹ ਚੀਜ਼ਾਂ ਨੇ, ਇਹ ਇਕੱਲੀ ਉਹ ਬਹੁਤ ਕੰਮ ਕਰਦੀ ਆ। ਫਿਰ ਉਸ ਤੋਂ ਬਾਅਦ ਇਹ 'ਚ ਲਾਜਵੰਤੀ। ਲਾਜਵੰਤੀ ਇੱਕ ਇਹੋ ਜਿਹਾ ਪੌਦਾ ਜਿਹੜੇ ਆਮ ਲੋਕ ਸਾਰੇ ਜਾਣਦੇ ਆ, ਆਪਣੇ ਪਿੰਡਾਂ ਦੇ ਲੋਕ, ਵੀ ਉਹਨੂੰ ਜੇ ਆਪਾਂ ਹੱਥ ਲਾ ਦਈਏ ਹਰਾ ਭਰਾ ਪੌਦਾ ਇਹ ਸੁੰਗੜ ਜਾਂਦਾ। ਉਹਦਾ ਨਾਂ ਤਾਂ ਹੀ ਲਾਜਵੰਤੀ, ਵੀ ਉਹਨੂੰ ਲਾਜ ਆ ਜਾਂਦੀ ਹੈ, ਜਿਵੇਂ ਸ਼ਰਮਾ ਆ ਜਾਂਦਾ ਉਹ ਪੌਦਾ ਹੀ, ਮਤਲਬ ਇਕੱਠਾ ਹੋ ਜਾਂਦਾ ਪੌਦਾ ਤਾਜ਼ਾ ਹਰਿਆ ਖੜਿਆ, ਤੇ ਉਹਦਾ ਨਾਂ ਲਾਜਵੰਤੀ। ਉਹਦੇ 'ਚ ਨਾ ਜੀ ਜਿੰਨੇ ਗੁਣ ਹੈ ਸ਼ਾਇਦ ਆਪਾਂ ਅੱਜ ਪੂਰੇ ਪ੍ਰੋਗਰਾਮ 'ਚ ਬਿਆਨ ਨਾ ਕਰ ਪਾਈਏ। ਪੈਰ ਤੋਂ ਲੈ ਕੇ ਸਿਰ ਤੱਕ ਇਮਿਊਨ ਪਾਵਰ ਨੂੰ ਇੱਕਦਮ ਇਨਕਰੀਜ਼ ਕਰਦੀ ਆ। ਤੁਹਾਡੇ ਬਾਡੀ ਦੇ ਅੰਦਰ ਜਿੰਨੇ ਵੀ ਸੈੱਲ ਡੈਡ ਹੋ ਜਾਂਦੇ ਨੇ ਉਹਨਾਂ ਨੂੰ ਐਕਟਿਵ ਕਰਦੀ ਆ। ਇਹ ਦਵਾਈ ਜਿਹੜੀ ਆ, ਇਹ ਜਿਹੜੇ ਸਾਡੇ ਵੈਦ ਭਰਾ ਨੇ ਉਹਨਾਂ ਨੂੰ ਸਮਝ ਆ ਗਈ ਹੋਣੀ ਆ ਮੈਂ ਨੁਸਖਾ ਜਿਹੜਾ ਦੱਸਿਆ। ਔਰ ਜਿਹੜੇ ਸਾਡੇ ਆਮ ਲੋਕ ਨੇ ਉਹ ਵੀ ਇਸ ਨੁਸਖੇ ਨੂੰ, ਮਤਲਬ ਇਸ ਪ੍ਰੋਗਰਾਮ ਨੂੰ ਰਿਪੀਟ ਕਰਕੇ ਸੁਣ ਲਿਓ। ਇੱਕ ਚੀਜ਼ ਮੈਂ ਬੋਲਤੀ, ਤੁਸੀਂ ਜਾ ਕੇ ਕਿਸੇ ਵੀ ਵੱਡੇ ਤੋਂ ਵੱਡੇ ਜਿਹੜੇ ਆਯੁਰਵੈਦਿਕ ਸਟੋਰ ਹੈ ਉਹਨਾਂ ਤੋਂ ਜਦੋਂ ਇਹ ਚੀਜ਼ਾਂ ਅਲੱਗ-ਅਲੱਗ ਮੰਗੋਗੇ ਤੁਹਾਨੂੰ ਪ੍ਰੋਵਾਈਡ ਕਰਨਗੇ। ਘਰੇ ਲਿਆ ਕੇ ਕੁੱਟ ਲਓ, ਪੀਸ ਲਓ, ਬਣਾ ਲਓ, ਪਤਾ ਲੱਗ ਜੂਗਾ। ਨਾਲੇ ਮੇਰੀ ਜਾਨ ਛੁੱਟੂ, ਕਿਉਂਕਿ ਮੈਨੂੰ ਸਾਰੇ ਕਹੀ ਜਾਂਦੇ ਆ ਗੋਲ ਸਾਹਿਬ ਵਿੱਚ ਇਹ ਜਿਹਾ ਕੀ ਪਾਇਆ, ਇਹਦੀ ਕਾਸਟ ਤੁਸੀਂ ਜਦੋਂ ਦੱਸ ਦਿਓ। ਕਿਉਂਕਿ ਇਹ ਇੱਕ ਡੱਬੀ 60 ਕੈਪਸੂਲ ਦੀ ਆ। ਗੌਰ ਨਾਲ ਸੁਣਿਓ, ਮੈਂ ਤੁਹਾਨੂੰ ਜੋ ਵੀ ਤੁਹਾਡੇ ਸਵਾਲ ਦਾ ਜਵਾਬ ਦੇਣ ਲੱਗਾ, 60 ਕੈਪਸੂਲ ਦੀ ਡੱਬੀ ਆ ਜਿਹਦੀ ਕੀਮਤ 12,000 ਰੁਪਇਆ ਅਸੀਂ ਉਹੀ ਚਾਰਜ ਕਰਦੇ ਹਾਂ। ਔਰ ਇਹ ਇੱਕ ਡੱਬੀ ਜਿਹੜੀ ਆ ਜਦੋਂ ਅਸੀਂ ਦਿੰਦੇ ਆ ਤਾਂ ਤਕਰੀਬਨ ਤੁਸੀਂ ਇਹ ਮੰਨ ਕੇ ਚੱਲਿਓ, ਇੱਕ ਪੂਰਾ ਜਦੋਂ ਅਸੀਂ ਕੋਰਸ ਕਰਾਉਂਦੇ ਆ ਤਾਂ 4 ਜਾਂ 5 ਡੱਬੀਆਂ ਲੱਗ ਜਾਂਦੀਆਂ ਨੇ ਇੱਕ ਪੇਸ਼ੈਂਟ ਦੀਆਂ। ਤਾਂ ਕਿਸੇ ਦਾ ਨਸ਼ਾ ਘੱਟ ਹੁੰਦਾ ਉਹਦੀਆਂ ਘੱਟ ਲੱਗਦੀਆਂ, ਕਿਸੇ ਦਾ ਵੱਧ ਹੁੰਦਾ ਉਹਦੀਆਂ ਵੱਧ ਲੱਗਦੀਆਂ, ਇਹਦਾ ਕੋਈ ਫਿਕਸ ਨਹੀਂ ਹੁੰਦਾ। ਇਹਦੇ 'ਚ ਇੱਕ ਚੀਜ਼ ਫਿਰ ਹੋਰ ਵੀ ਦੱਸ ਦਿਓ, ਕਿਉਂਕਿ ਨਸ਼ੇ ਵੀ ਵਾਹਵੇ ਤਰ੍ਹਾਂ ਦੇ ਨੇਗੇ, ਵਾਹਵਾ ਤਰ੍ਹਾਂ ਦੇ ਨੇਗੇ। ਉਹਦੇ 'ਚ ਜੇ ਤੁਸੀਂ ਦੇਖ ਲਓ ਹੁਣ ਭੁੱਕੀ, ਫੀਮ, ਚਰਸ, ਗਾਂਜਾ, ਪਤਾ ਨਹੀਂ ਕੀ ਕੁਛ ਲੋਕ ਖਾਈ ਜਾਂਦੇ ਨੇ, ਚਿੱਟੇ ਵਾਲੇ ਹੋ ਗਏ, ਸਮੈਕ ਹੋ ਗਈ, ਇਹ ਫਿਰ ਇਹ ਸਾਰੀਆਂ ਚੀਜ਼ਾਂ ਦਾ ਇੱਕ ਇਲਾਜ ਕਿਵੇਂ ਹੋ ਜਾਊਗਾ? ਇਹ ਨਾ ਜੀ ਇਹ ਸਮਝ ਲਓ ਜਿਹੜੀ ਅਫੀਮ ਹੈ, ਜਿਵੇਂ ਹੁਣ ਮੰਨ ਲਓ ਤੁਸੀਂ ਸ਼ਰਾਬ ਹੈ ਜਿਹੜੀ, ਉਹਦਾ ਐਂਟੀ ਅਲਕੋਹਲ ਅਸੀਂ ਦਿੰਦੇ ਆ, ਉਹਦਾ ਅਲੱਗ ਹੈ ਟ੍ਰੀਟਮੈਂਟ ਹੀ ਅਲੱਗ ਹੈ ਐਂਟੀ ਅਲਕੋਹਲ। ਇੱਕ ਜਿਵੇਂ ਕੋਈ ਸਿਗਰਟ, ਤੰਬਾਕੂ, ਗੁਟਕਾ ਖਾਂਦਾ ਉਹਦਾ ਐਂਟੀ ਨਿਕੋਟਿਨ ਇੱਕ ਮੈਡੀਸਨ ਦਿੱਤੀ ਜਾਂਦੀ ਹੈ, ਸਾਰੀਆਂ ਆਯੁਰਵੇਦ 'ਚੋਂ ਮਿਲਦੀਆਂ ਨੇ। ਇੱਕ ਇਹ ਜਿਹੜੇ ਬਾਕੀ ਜਿੰਨੇ ਵੀ ਨਸ਼ੇ ਨੇ ਉਹ ਸਾਰੇ ਅਫੀਮ ਜਿਹੜੇ ਡੋਡੇ ਆ ਉਹਦੀ ਉਹ ਪੈਦਾਵਾਰ ਆ, ਉੱਥੋਂ ਹੀ ਚੱਲਦੇ ਆ ਉਹ। ਤੇ ਜਿਵੇਂ ਅਫੀਮ ਹੋ ਗਈ, ਸਮੈਕ ਹੋ ਗਈ, ਭੁੱਕੀ ਹੋ ਗਈ, ਗਾਂਜਾ ਹੋ ਗਿਆ, ਜਾਂ ਕਹਿ ਲਓ ਤੁਸੀਂ ਚਿੱਟੇ ਦਾ ਨਸ਼ਾ ਹੋ ਗਿਆ, ਹੈਰੋਇਨ, ਕੋਕੇਨ ਦਾ ਨਸ਼ਾ ਹੋ ਗਿਆ, ਇਹ ਜਿਹੜੇ ਨਸ਼ੇ ਨੇ ਨਾ ਇਹ ਸਾਰੇ ਨਸ਼ਿਆਂ ਦੇ ਉੱਤੇ ਇੱਕੋ ਹੀ ਮੈਡੀਸਨ ਕੰਮ ਕਰਦੀ ਆ। ਇਹਦੇ ਵਿੱਚ ਜਿਹੜੇ ਮੈਂ ਨੁਸਖੇ ਦੱਸੇ ਨੇ, ਪਤਾ ਕੀ ਕੰਮ ਕਰਨਾ, ਇਹਦਾ ਕੰਮ ਕੀ ਆ। ਹੁਣ ਇਹ ਗੌਰ ਨਾਲ ਸੁਣਨ ਵਾਲੀ ਗੱਲ ਤੇ ਇਹ ਆ ਵੀ ਇਹਦਾ ਕੰਮ ਕੀ ਆ। ਇਹ ਕੋਈ ਨਸ਼ਾ ਨਹੀਂ ਹੈ। ਆਮ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ, ਉਹਨਾਂ ਨੂੰ ਲੱਗਦਾ, ਉਹ ਕਈ ਵਾਰੀ ਕਹਿੰਦੇ ਨੇ ਵੀ ਗੋਇਲ ਸਾਹਿਬ ਇਹੋ ਜਿਹੀ ਕੋਈ ਚੀਜ਼ ਹੋ ਹੀ ਨਹੀਂ ਸਕਦੀ ਵੀ ਜਿਹੜੀ ਨਸ਼ੇ ਨੂੰ ਛੁਡਾ ਦੇਵੇ, ਜੇ ਬਿਨਾਂ ਨਸ਼ੇ ਵਾਲੀ ਨਾ ਹੋਵੇ ਵੀ ਕੱਲ ਨੂੰ ਅਗਲਾ ਉਹ ਛੱਡ ਕੇ ਇਸ ਪਾਸੇ ਲੱਗ ਲੇ। ਹਾਂ, ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਮੈਂ ਤੁਹਾਨੂੰ ਦੱਸਦਾ ਵੀ ਜਿਵੇਂ ਨਾ ਥੋੜੇ ਦਿਨਾਂ ਦੀ ਗੱਲ ਹੈ, ਇੱਕ ਬਜ਼ੁਰਗ ਆਏ ਮੇਰੇ ਕੋਲੇ, ਉਹਨਾਂ ਦਾ ਜਿਹੜਾ ਸੀਗਾ ਨਾ ਮਤਲਬ ਕਿ ਬੇਟਾ ਉਹ ਨਸ਼ਾ ਕਰਦਾ ਸੀ, ਉਹ ਪੋਤੇ ਪੋਤੀਆਂ ਵੀ ਸੀ, ਪੂਰਾ ਪਰਿਵਾਰ ਸੀ। ਜਦੋਂ ਮੇਰੇ ਕੋਲ ਆਇਆ 8-9 ਜਣੇ ਸੋਫੇ ਤੇ ਬੈਠ ਕੇ ਮੇਰੇ ਕਮਰੇ 'ਚ ਲੱਗਾ, ਜਿਵੇਂ ਪੂਰਾ ਇੱਕ ਮੇਰੇ ਕੋਲੇ 10-12 ਲੋਕਾਂ ਦੀ ਸਿਟਿੰਗ ਮੈਂ ਬਣਾਈ ਹੋਈ ਆ, ਉੱਥੇ ਬੈਠ ਕੇ ਕਹਿੰਦੇ ਵੀ ਗੋਇਲ ਸਾਹਿਬ ਤੁਹਾਡੇ ਨਾਲ ਅੱਜ ਗੱਲ ਕਰਨੀ ਹੈ। ਮੈਂ ਕਿਹਾ ਜੀ ਕਰੋ। ਉਹਨਾਂ ਨੇ ਮੈਨੂੰ ਸਾਰੇ ਵੀਡੀਓ ਦਿਖਾਏ, ਕੁਛ ਤੁਹਾਡੇ ਚੈਨਲ ਦੇ, ਕੁਛ ਹੋਰ ਜਿੰਨੇ, ਕਹਿੰਦੇ ਜੀ ਇਹ ਸਾਰੇ ਦੇਖੇ ਨੇ, ਤੁਹਾਡੀ ਗੱਲ ਜਿਹੜੀ ਆ ਬਹੁਤ ਵਧੀਆ ਲੱਗੀ, ਅਸੀਂ ਸੋਚਿਆ ਵੀ ਇੱਕ ਵਾਰ ਮਿਲਣਾ ਚਾਹੀਦਾ। ਮੈਂ ਕਿਹਾ ਜੀ ਬੜੀ ਖੁਸ਼ੀ ਹੋਈ, ਮੈਨੂੰ ਇਹ ਗੱਲ ਦੀ ਬੜੀ ਖੁਸ਼ੀ ਹੋਈ। ਅੱਖਾਂ ਵਿੱਚ ਕਹਿੰਦਾ ਸਾਰੇ ਆ ਜਾਂਦੇ ਨੇ, ਮੈਨੂੰ ਅੱਖਾਂ ਖੁੱਲੀਆਂ ਵਾਲੇ ਬੰਦੇ ਵੀ ਚਾਹੀਦੇ ਆ ਤਾਂ ਕਿ ਉਹਨਾਂ ਨੇ ਜਾ ਕੇ ਸੰਸਾਰ 'ਚ ਹੋਰਾਂ ਦੀ ਅੱਖਾਂ ਖੋਲ੍ਹਣੀਆਂ। ਉਹ ਕਹਿੰਦੇ ਵੀ ਇਹ ਮੇਰਾ ਬੇਟਾ ਇਹ ਨਸ਼ਾ ਕਰਦਾ। ਹੁਣ ਬਾਬਾ ਜੀ ਜਿਹੜੇ ਬਜ਼ੁਰਗ ਸੀਗੇ ਉਹਨਾਂ ਦੀ ਉਮਰ ਸੀ 78 ਦੇ ਕਰੀਬ, ਜਿਹੜਾ ਉਹਨਾਂ ਦਾ ਲੜਕਾ ਸੀਗਾ ਉਹਦੀ ਉਮਰ ਸੀ 48-50 ਦੇ ਕਰੀਬ। ਤੇ ਉਹ ਕਹਿੰਦੇ ਜੀ ਇਹ ਕੋਈ ਨਸ਼ਾ ਨਹੀਂ ਛੱਡਦਾ, ਵੀ ਜਿਹੜਾ ਫਸ ਗਿਆ ਵੀ ਖਾ ਲਿਆ। ਇਹਨੇ ਕਹਿੰਦਾ ਜੀ ਪਹਿਲਾਂ ਤਾਂ ਇਹ ਟਰਾਈਆਂ ਕਰਦਾ ਰਹਿੰਦਾ ਵੀ ਅੱਜ ਚਿੱਟਾ ਛੱਡ ਕੇ, ਯਾਰ ਚਿੱਟਾ ਬਣਿਆ ਨਹੀਂ, ਇੰਨਾ ਪੈਸਾ 5000 ਮੇਰੇ ਕੋਲ ਹੈ ਨਹੀਂ। ਉਹਦੀ ਜਗ੍ਹਾ ਜਾ ਕੇ ਕਹਿੰਦਾ ਜੀ ਇਹ ਕੋਈ ਫੀਮ ਖਾ ਲੈਂਦਾ 500-700 ਦੀ ਲੈ ਕੇ, ਫੇਰ ਨਹੀਂ ਇਹਦਾ ਸਰਦਾ, ਫਿਰ ਦਾਰੂ ਪੀ ਲੈਂਦਾ, ਫੇਰ ਨਹੀਂ ਸਰਦਾ, ਜਦ ਕਿ ਦਾਰੂ ਬਾਕੀ ਨਸ਼ਿਆਂ ਨੂੰ ਖਤਮ ਕਰ ਦਿੰਦੀ ਆ, ਉਹਦਾ ਉਲਟਾ ਅਸਰ। ਤੇ ਉਹ ਕਹਿੰਦੇ ਜੀ ਇਹ ਆਪਦੇ ਆਪ ਹੀ ਗੰਢ ਧੁੱਪ ਕਰੀ ਜਾਂਦਾ,
ਔਰ ਇਹਨੇ ਆਪਦਾ ਸਰੀਰ ਬਰਬਾਦ ਕਰ ਰੱਖਿਆ। ਤਜਰਬੇ ਕਰਦਾ ਵੀ ਮੈਂ, ਕਿਉਂਕਿ ਹੁਣ ਜਿਹੜਾ ਚਿੱਟੇ ਦਾ ਨਸ਼ਾ ਜੀ 4-5 ਹਜ਼ਾਰ ਤੋਂ ਘੱਟ ਤਾਂ ਉਹਦਾ ਖੜੇ ਨਹੀਂ ਛੁੱਟਦਾ ਹੈ ਨਾ, ਉਹ ਵੀ ਗਾਂ ਇੱਕ ਟਾਈਮ ਦਾ। ਅੱਛਾ, ਉਹ ਡੇਲੀ ਜਦੋਂ ਕਰਨਾ ਉਹਨੇ ਇੰਨਾ ਮਹਿੰਗਾ ਨਸ਼ਾ, ਤਾਂ ਉਹਨੂੰ ਐ ਲੱਗਦਾ ਵੀ ਇਹਦੀ ਜਗ੍ਹਾ ਯਾਰ ਕੋਈ ਜੀਵ ਜੂਬ ਥੱਲੇ ਰੱਖਣ ਵਾਲੀ ਕੋਈ 20-30 ਰੁਪਏ ਦੀ ਗੋਲੀ ਨਾਲ ਸਾਰ ਲਵਾਂ। ਕੋਸ਼ਿਸ਼ ਕਰਦੇ ਨੇ ਵਿਚਾਰੇ, ਹਿੰਮਤ ਕਰਦੇ ਨੇ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਇਹ ਗੱਲ ਕਹਿੰਦੇ ਹੋਏ ਕਿ ਜਿੰਨੇ ਵੀ ਲੋਕ ਪੰਜਾਬ ਦੇ ਵਿੱਚ ਕੀ, ਹਰਿਆਣੇ ਦੇ ਵਿੱਚ ਕੀ, ਹਿੰਦੁਸਤਾਨ ਦੇ ਵਿੱਚ ਵੀ ਜਿਹੜੇ ਮੈਨੂੰ ਕਾਲ ਕਰਦੇ ਆ ਜਾਂ ਜਿੰਨੇ ਲੋਕਾਂ ਨੂੰ ਮੈਂ ਮਿਲਿਆ, ਇਹ ਗੱਲ ਗਰੰਟਡ ਹੈ ਕਿ ਉਹ ਛੱਡਣਾ ਚਾਹੁੰਦੇ ਆ। ਇਹ ਆਪਾਂ ਨੂੰ ਲੱਗਦਾ ਹੁੰਦਾ ਵੀ ਇਹ ਨਸ਼ੇ 'ਚ ਪਿਆ ਹੋਇਆ, ਆਪਾਂ ਉਹ ਤੋਂ ਨਫ਼ਰਤ ਕਰਦੇ ਆ, ਪਰ ਉਹ ਵਿਚਾਰਾ ਛੱਡਣਾ ਚਾਹੁੰਦਾ, ਮਜਬੂਰ ਹੈ। ਉਹਦੀ ਜੇ ਆਪਾਂ ਮਦਦ ਕਰੀਏ ਤਾਂ ਜ਼ਰੂਰ ਹੋ ਜੂਗੀ। ਤਾਂ ਇਹ ਮੈਂ ਤੁਹਾਨੂੰ ਦੱਸਦਾ ਕਿ ਉਹ ਪਰਿਵਾਰ ਨੂੰ ਮੈਂ ਕੀ ਜਵਾਬ ਦਿੱਤਾ। ਉਹ ਕਹਿੰਦੇ ਗੋਇਲ ਸਾਹਿਬ ਪਹਿਲਾਂ ਤਾਂ ਐਂ ਦੱਸੋ ਵੀ ਅੱਜ ਤੱਕ ਅਸੀਂ ਵੀ ਬਹੁਤ ਉਮਰ ਹੋ ਗਈ ਵੀ ਅਸੀਂ ਨਾ ਸਮਝ ਸਕਦੇ ਇਸ ਗੱਲ ਨੂੰ ਵੀ ਕੋਈ ਦਵਾਈ ਇਹੋ ਜਿਹੀ ਹੈਗੀ ਜਿਹੜੀ ਮਤਲਬ ਨਸ਼ਾ ਛੁਡਾ ਦੇਵੇ ਔਰ ਉਹ ਦਵਾਈ 'ਚ ਨਸ਼ਾ ਨਾ ਹੋਵੇ। ਆਮ ਕਰਕੇ ਸੁਣੀ ਤਾਂ ਅਗਲਾ ਜਾਂਦਾ ਹਰੇਕ ਕੋਈ, ਕਿਉਂਕਿ ਇਹ ਵੀ ਗੁਲ ਸਾਹਿਬ ਇਸ ਕਰਕੇ ਕਹਿੰਦੇ ਨੇ ਨਾ, ਕਿਉਂਕਿ ਅਮੂਮਨ ਕਿਹਾ ਜਾਂਦਾ ਵੀ ਮੈਕਸਿਮਮ ਦਵਾਈਆਂ ਦੇ ਵਿੱਚ ਅਫੀਮ ਯੂਜ਼ ਹੁੰਦੀ ਹੈ ਜਾਂ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੇ ਉਹ ਨਸ਼ੇ ਵਰਗੀ ਉਹ ਹੁੰਦੀ ਹੈ, ਕੋਈ ਵੀ ਦਵਾਈ ਹੈ, ਚਾਹੇ ਗੋਡਾ ਦੁਖਦੀ ਕਿਉਂ ਨਹੀਂ ਹੈਗੀ। ਕਈ ਤਾਂ ਮੈਨੂੰ ਇਹੀ ਕਹਿੰਦੇ ਨੇ ਜੀ ਭੰਗ ਦਾ ਅਸਰ ਪਾਇਆ ਹੋਊ ਕੱਢ ਕੇ। ਮੈਂ ਕਿਹਾ ਜੀ ਭੰਗ ਤਾਂ ਫਿਰ ਸੜਕਾਂ ਤੇ ਖੜੀ ਹੈ, ਤੋੜ ਕੇ ਖਾ ਲਓ, ਉਹਦੇ ਨਾਲ ਜੇ ਤੁਹਾਡਾ ਛੁੱਟਦਾ। ਇਹ ਨਹੀਂ ਹੁੰਦਾ। ਇਹ ਚੀਜ਼ਾਂ ਨਾ ਜਦੋਂ ਐਂਟੀਡੋਟ ਪੈਂਦੇ ਆ ਕੋਈ ਵੀ ਚੀਜ਼, ਜਿਵੇਂ ਹੁਣ ਮੰਨ ਲਓ ਬ੍ਰੇਨ ਦੇ ਅੰਦਰ ਇਹਦਾ ਰੋਲ ਕੀ ਆ, ਮੈਂ ਉਹਨਾਂ ਨੂੰ ਵੀ ਇਹੀ ਸਮਝਾਇਆ। ਮੈਂ ਕਿਹਾ ਜੀ ਇਸ ਦਵਾਈ ਦਾ ਸਿਰਫ ਇੰਨਾ ਕੁ ਕੰਮ ਹੈ ਕਿ ਤੁਹਾਡੇ ਦਿਮਾਗ ਦੇ ਵਿੱਚ ਜਿਹੜਾ ਹਾਰਮੋਨ ਹੈ, ਸੈਰੋਟੋਨਿਨ ਹਾਰਮੋਨ ਹੈ, ਇਹਨੂੰ ਗੂਗਲ ਸਰਚ ਕਰਿਓ, ਤੇ ਉਹਦੇ ਵਿੱਚ ਕੀ ਹੁੰਦਾ, ਤੁਹਾਡੇ ਸਰੀਰ ਨੂੰ ਲੈ ਕੇ ਉਹਨੇ ਜਾਣਾ ਜਿੱਥੇ ਵੀ ਲੈ ਕੇ ਜਾਣਾ। ਜਿਵੇਂ ਹੁਣ ਮੈਂ ਇੱਥੇ ਤੁਹਾਡੇ ਕੋਲੇ ਆ ਗਿਆ ਸਟੂਡੀਓ 'ਚ, ਮੇਰੇ ਹਾਰਮੋਨ ਨੇ ਮੈਨੂੰ ਐਕਟਿਵ ਕੀਤਾ। ਮੈਂ ਪਹਿਲਾਂ ਉਹਨੂੰ ਮੈਸੇਜ ਦਿੱਤਾ, ਉਹ ਕਹਿੰਦਾ ਚਲੋ, ਉੱਥੇ ਟਾਈਮ ਦਿੱਤਾ, ਫਿਕਸ ਹੋਇਆ, ਸਭ ਉਹਨੇ ਚੱਲਣਾ। ਇਸੇ ਤਰ੍ਹਾਂ ਜਦੋਂ ਅਸੀਂ ਨਸ਼ਾ ਕਰ ਲੈਂਦੇ ਹਾਂ ਕੋਈ ਵੀ, ਤਾਂ ਉਹ ਜਾ ਕੇ ਸਿੱਧਾ ਹਾਰਮੋਨਸ ਨੂੰ, ਸਾਡੇ ਸੈਰੋਟੋਨਿਨ ਨੂੰ ਅਟੈਕ ਕਰਦਾ, ਉਹਨੂੰ ਉਹ ਕਮਜ਼ੋਰ ਕਰਦਾ। ਜਦੋਂ ਕਹਿੰਦਾ ਸੈਨਾਪਤੀ ਗਿਰਦਾ ਫਿਰ ਬਾਕੀ ਸੈਨਾ ਵੀ ਗਿਰਦੀ ਹੈ। ਫਿਰ ਉਹ ਕਹਿੰਦਾ ਰੋਜ਼ ਉੱਠ ਕੇ ਸਵੇਰੇ ਕਹਿੰਦਾ ਵੀ ਅੱਜ ਨਹੀਂ ਕਰਨਾ ਨਸ਼ਾ, ਕੁਛ ਹੋ ਜੇ। ਸ਼ਾਮ ਤੱਕ ਉਹ ਫਿਰ ਸੈਨਾ ਜਿਹੜੀ ਆ ਉਹ ਗਿਰ ਜਾਂਦੀ ਹੈ, ਕਿਉਂਕਿ ਅੱਜ ਨਸ਼ਾ ਕੀਤਾ ਸੀਗਾ, ਉਹ ਨਸ਼ੇ ਨਾਲੋਂ ਸੈਨਾ ਐਕਟਿਵ ਸੀਗੀ। ਸਵੇਰੇ ਉੱਠਿਆ ਥੋੜੀ ਜਿਹੀ ਐਕਟਿਵ ਹੈਗੀ ਸੀ, ਵਾਅਦਾ ਕਰ ਲਿਆ, ਸ਼ਾਮ ਤੱਕ ਉਹ ਗਿਰ ਗਈ ਸੈਨਾ। ਮਤਲਬ ਜਿਹੜੇ ਹਾਰਮੋਨ ਸੀਗੇ ਡਾਊਨ ਹੋ ਗਏ, ਸੈੱਲ ਸੀ ਉਹ ਵੀਕ ਹੋ ਗਏ। ਤਾਂ ਉਹ ਸ਼ਾਮ ਨੂੰ ਫੇਰ ਸੋਚਦਾ ਵੀ ਯਾਰ ਅੱਜ ਐਂ ਕਰਦੇ ਆ, ਥੋੜਾ ਜਿਹਾ ਕਰਕੇ ਦੇਖ ਲੈਂਦੇ ਆ, ਕੱਲ ਨੂੰ ਨਹੀਂ ਕਰਨਾ, ਡੋਜ਼ ਘਟਾ ਲੈਂਦੇ ਆ, ਆਪੇ ਹੀ ਕਰਦਾ। ਉਹ ਸ਼ਾਮ ਨੂੰ ਥੋੜੀ ਡੋਜ਼ ਘਟਾਉਂਦਾ, ਲਾ ਲੈਂਦਾ। ਉਹ ਜਦ ਲੱਗ ਜਾਂਦਾ ਫਿਰ ਆਪਣੇ ਆਪ ਦਾ ਨਾ ਆਪਣੇ ਬਾਪ ਦਾ, ਉਹ ਫੇਰ ਕਹਿੰਦਾ ਚੱਲ ਯਾਰ ਅੱਜ ਫੁੱਲ ਕਰ ਲੈਂਦੇ ਆ, ਕੱਲ ਨੂੰ ਜਮਾ ਹੀ ਛੱਡ ਦਾਂਗੇ, ਆਪੇ ਹੀ ਕਹੀ ਜਾਂਦਾ ਆਪਦੇ ਆਪ ਨੂੰ। ਦੂਜੇ ਦਿਨ ਫੇਰ ਉਹੀ ਗੱਲ ਹੋ ਜਾਂਦੀ ਹੈ। ਅਖੀਰ ਕੀ ਹੁੰਦਾ ਕਿ ਉਹ ਜਦੋਂ ਤੱਕ ਹਾਰਮੋਨ ਸੈੱਟ ਨਹੀਂ ਹੋਏਗਾ, ਤੁਸੀਂ ਜਿੱਥੇ ਵੀ ਜਾਓ, ਕਈਆਂ ਨੇ ਕਹਿੰਦਾ ਜੀ ਖੂਨ ਬਦਲ ਲਿਆ ਮੇਰਾ ਤਾਂ ਨਹੀਂ ਕੁਝ ਬਣਿਆ, ਕਈ ਕਹਿੰਦੇ ਨੇ ਜੀ ਮੈਂ ਫਲਾਣੀ ਜਗ੍ਹਾ ਨਸ਼ਾ ਛੱਡਣ ਗਿਆ, ਉੱਥੇ ਮੈਨੂੰ 20 ਦਿਨ ਦਾਖਲ ਕਰ ਲਿਆ, 3 ਮਹੀਨੇ ਕਰ ਲਿਆ, 3 ਮਹੀਨੇ ਨਸ਼ਾ ਨਹੀਂ ਕੀਤਾ, ਆ ਕੇ ਫੇਰ ਤਲਬ ਲੱਗਦੀ ਆ। ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਉਹਨਾਂ ਨੂੰ ਸਮਝਾਈਆਂ ਗਈਆਂ ਕਿ ਜਿਵੇਂ ਹੁਣ ਮੰਨ ਲਓ ਇੱਕ ਬੰਦਾ ਦੁੱਧ ਪੀ ਰਿਹਾ, ਉਹ ਦੁੱਧ ਸਾਡੇ ਹਾਰਮੋਨ ਨੂੰ ਵੀਕ ਨਹੀਂ ਕਰ ਰਿਹਾ, ਐਕਟਿਵ ਕਰ ਰਿਹਾ। ਕਦੇ ਤੁਸੀਂ ਦੇਖਿਆ ਵੀ ਅੱਜ ਬੰਦਾ 1 ਗਲਾਸ ਪੀ ਰਿਹਾ, 20 ਸਾਲ ਬਾਅਦ ਉਹ ਬਾਲਟੀ ਦੁੱਧ ਦੀ ਪੀਣ ਲੱਗ ਗਿਆ? ਕਦੇ ਨਹੀਂ ਹੁੰਦਾ। ਉਹ ਦਾਰੂ ਅੱਜ ਬੰਦਾ 1 ਪੈਗ ਲਾ ਰਿਹਾ, ਕੱਲ ਨੂੰ 2 ਲਾ ਰਿਹਾ, ਪਰਸੋਂ ਨੂੰ ਕੁਆਟਰ ਤੇ ਆ ਗਿਆ, ਬੋਤਲ ਤੱਕ ਚਲਾ ਗਿਆ, ਸੁਬਾਹ ਵੀ ਪੀਣ ਲੱਗ ਗਿਆ। ਇਟ ਮੀਨਸ ਜਿਹੜੀ ਉਹ ਸਾਡੇ ਹਾਰਮੋਨ ਨੂੰ ਡੈਡ ਕਰ ਰਹੀ ਹੈ, ਤਾਂ ਹੀ ਉਹ ਸਾਡਾ ਕੁਆਂਟੀਟੀ ਵੱਧ ਰਹੀ ਹੈ। ਤਾਂ ਉਹ ਚੀਜ਼, ਉਹ ਫਿਰ ਜਦੋਂ ਹਾਰਮੋਨਸ ਨੂੰ ਐਕਟਿਵ ਮਤਲਬ ਡੈਡ ਕਰ ਦਿੰਦਾ ਨਸ਼ਾ, ਤਾਂ ਫਿਰ ਗੁਰਦਿਆਂ ਤੇ, ਫਿਰ ਆਪਣੇ ਕਹਿ ਲਓ ਤੁਸੀਂ ਲੀਵਰ ਤੇ, ਹਾਰਟ ਤੇ, ਬ੍ਰੇਨ ਤੇ, ਪੈਨਕ੍ਰੀਆਟਿਕ ਸਿਕ੍ਰੇਸ਼ਨ ਤੇ, ਔਰ ਤੁਹਾਡੇ ਸੈਕਸ਼ੂਅਲ ਪਾਰਟ ਦੇ ਉੱਤੇ, ਸਪਰਮ ਕਾਊਂਟ ਦੇ ਉੱਤੇ, ਹਰ ਚੀਜ਼ ਤੇ ਉਹਦਾ ਬੈਡ ਇਫੈਕਟ ਪੈਂਦਾ। ਤਾਂ ਉਹ ਚੀਜ਼ ਨੂੰ ਨਜ਼ਰ ਰੱਖ ਕੇ ਇਹ ਦਵਾਈ ਬਣਾਈ ਗਈ। ਅੱਛਾ, ਮੈਂ ਇੱਕ ਚੀਜ਼ ਹੋਰ ਕਹਿਣਾ ਹੁੰਦਾ, ਉਹ ਲੈ ਕੇ ਗਏ ਜੀ ਦਵਾਈ, ਮੈਂ ਤੁਹਾਨੂੰ ਇਹ ਵੀ ਦੱਸ ਦੇਣਾ, ਉਹ ਪਰਿਵਾਰ ਦਵਾਈ ਲੈ ਕੇ ਗਿਆ, ਮੈਨੂੰ ਕਹਿੰਦੇ ਜੀ ਮੈਨੂੰ 4 ਦਿਨ ਦੀ ਪਹਿਲਾਂ ਦੇ ਦਿਓ। ਮੈਂ ਕਿਹਾ ਜੀ ਇਹ ਡੱਬੀ ਉਹ 4 ਦਿਨ ਦੀ ਆ ਪਹਿਲੇ, ਅਗਲੀ ਵਾਰੀ ਇਹ 6 ਦਿਨ ਚੱਲੂ, ਉਦੋਂ ਅਗਲੀ ਵਾਰੀ ਇਹ 10 ਦਿਨ ਚੱਲੂ, ਉਦੋਂ ਅਗਲੀ ਵਾਰੀ ਤੁਹਾਡੀ 20 ਦਿਨ ਚੱਲੂ, 5 ਡੱਬੀਆਂ ਲੱਗਣਗੀਆਂ, 50 ਦਿਨ ਲੱਗਣੇ। ਉਹ ਕਹਿੰਦੇ ਜੀ ਠੀਕ ਹੈ, ਸਾਨੂੰ 1 ਡੱਬੀ ਪਹਿਲਾਂ ਦੇ ਦਿਓ। ਅਸੀਂ ਉਹਨਾਂ ਨੂੰ ਮੈਡੀਸਿਨ ਦਿੱਤੀ, 4 ਦਿਨ ਉਹਨਾਂ ਨੇ ਖਾਈ ਜੀ। ਅੰਮ੍ਰਿਤਸਰ ਦੇ ਸੀਗੇ ਸ਼ਾਇਦ, ਤੇ ਉਹਨਾਂ ਨੇ ਮੈਨੂੰ ਫਿਰ ਕਾਲ ਕਰਕੇ ਦੱਸਿਆ, ਕਹਿੰਦੇ ਗੋਇਲ ਸਾਹਿਬ ਹੁਣ ਸਾਨੂੰ ਨਾ 17 ਡੱਬੀਆਂ ਭੇਜੋ। ਅੱਛਾ, ਹਾਂ, ਕਹਿੰਦੇ ਸਾਡੇ 20-22 ਮੁੰਡੇ ਨੇ, ਸਾਰਿਆਂ ਨੂੰ ਅਸੀਂ ਸਾਰੇ ਸਮਝ ਗਏ ਵੀ ਇਹ ਦਵਾਈ ਸਾਨੂੰ ਬਚਾਊਗੀ। ਇਸ ਟਾਈਮ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੀ ਕੁਆਂਟੀਟੀ 'ਚ ਇਹ ਦਵਾਈ ਲੱਗ ਰਹੀ ਹੈ। ਬਹੁਤ ਗੁਰੂ ਨਗਰੀ 'ਚ ਜੇ ਦੇਖੀਏ ਤਾਂ ਮਤਲਬ ਕਿਤੇ ਨਾ ਕਿਤੇ ਇਹ ਇੰਨਾ ਨਸ਼ਾ ਕਰ ਗਿਆ। ਹਾਂ, ਐਸੇ ਤਰ੍ਹਾਂ ਤਰਨਤਾਰਨ ਗਈ ਸੀ ਸਾਡੀ ਦਵਾਈ ਇੱਕ ਡਰਾਈਵਰ ਭਰਾ ਕੋਲੇ, ਤਾਂ ਉਹਨਾਂ ਦਾ ਵੀ ਇਦਾਂ ਹੀ ਹੋਇਆ ਵੀ ਉਹਨੇ ਛੱਡਿਆ, ਤਾਂ ਉੱਥੇ 40-50 ਬੰਦਿਆਂ ਨੇ ਛੱਡਿਆ। ਪਰ ਇੱਕ ਚੀਜ਼ ਦੱਸੋ, ਤੁਸੀਂ ਜ਼ਿਕਰ ਕਰਿਆ ਡਰਾਈਵਰ ਦਾ, ਇਹ ਤੋਂ ਮੇਰੇ ਯਾਦ ਆ ਗਿਆ, ਆਮ ਤੌਰ ਤੇ ਕਹਿੰਦੇ ਆ ਵੀ ਡਰਾਈਵਰ ਜਿੰਨੇ ਟਰੱਕਾਂ ਬੱਸਾਂ ਵਾਲੇ ਨੇ, ਚਲੋ ਉਹ ਤਾਂ ਵਿਚਾਰੇ ਹੈ ਹੀ ਆ, ਤੇ ਨਾਲ ਨਾਲ ਆਮ ਡਰਾਈਵਰ ਵੀ, ਉਹ ਕਹਿੰਦੇ ਨੇ ਵੀ ਜਿੰਨਾ ਚਿਰ ਕਾਰਡ ਨਾ ਲੱਗੇ ਜਾਂ ਜਿੰਨਾ ਚਿਰ ਫਿਰ ਆਪਾਂ ਗੋਲੀ ਬਣਾ ਕੇ ਨਾ ਲਈਏ, ਉਹਨਾਂ ਚਿਰ ਸਟੀਅਰਿੰਗ ਨਹੀਂ ਘੁੰਮਦਾ ਹੈਗਾ। ਜੇ ਤੁਹਾਡੀ ਦਵਾਈ ਲੈ ਕੇ ਛੱਡ ਗਿਆ ਫਿਰ ਉਹ ਸਟੀਅਰਿੰਗ ਘੁੰਮਦਾ ਰਹੂ ਜਾਂ ਨਹੀਂ? ਇਹ ਜੀ ਤਾਂ ਕੋਈ ਗੱਲ ਨਹੀਂ।
ਐਕਚੁਅਲੀ ਜਿੰਨੇ ਵੀ ਸਾਡੇ ਡਰਾਈਵਰ ਭਰਾ ਨੇ ਉਹਨਾਂ ਨੂੰ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ, ਤੁਸੀਂ ਸਿਰਫ ਇਹ ਨਾ ਸੋਚੋ ਵੀ ਆਪਾਂ ਡਰਾਈਵਰੀ ਕਰਨੀ ਆ, ਆਪਣੀ ਹਰ ਮੋੜ ਤੇ ਮੌਤ ਲਿਖੀ ਹੋਈ ਆ, ਹਰ ਕਦਮ ਤੇ ਮੌਤ ਲਿਖੀ ਹੋਈ ਆ, ਪਤਾ ਨਹੀਂ ਕੀ ਹੋ ਜਾਣਾ। ਪਰ ਤੁਸੀਂ ਇਹ ਜ਼ਰੂਰ ਸੋਚੋ ਵੀ ਤੁਹਾਡੀ ਵੀ ਕੋਈ ਮਾਂ ਹੈ, ਤੁਹਾਡਾ ਵੀ ਕੋਈ ਪਿਤਾ, ਤੁਹਾਡੇ ਵੀ ਬੱਚੇ ਨੇ, ਤੁਹਾਡੀ ਵੀ ਵਾਈਫ ਆ, ਉਹਨਾਂ ਦੀ ਵੀ ਜ਼ਿੰਦਗੀ ਆ, ਉਹਨਾਂ ਦੀ ਵੀ ਲਾਈਫ ਆ। ਫਿਰ ਤੁਹਾਡੀ ਗੱਡੀ 'ਚ ਜਿਹੜੇ ਬੈਠੇ ਨੇ 4 ਲੋਕ, ਉਹਨਾਂ ਦਾ ਵੀ ਪਰਿਵਾਰ ਹੈ, ਉਹਨਾਂ ਦੀ ਵੀ ਲਾਈਫ ਆ। ਤੁਹਾਡੀ ਬਹੁਤ ਬੜੀ ਜ਼ਿੰਮੇਵਾਰੀ ਆ। ਔਰ ਤੁਸੀਂ ਕੀ ਕਰਦੇ ਹੋ? ਨਸ਼ੇ ਦੀ ਤੁਹਾਨੂੰ ਕੋਈ ਤਲਬ ਨਹੀਂ, ਕੋਈ ਲੋੜ ਨਹੀਂ ਹੈਗੀ। ਤੁਸੀਂ ਕੀ ਕਰਦੇ ਹੋ? ਜਿੱਥੇ 4 ਡਰਾਈਵਰ ਇਕੱਠੇ ਹੋਏ, ਭੋਰਾ ਭੋਰਾ ਇੱਕ ਖਾ ਰਿਹਾ, 2 ਖਾ ਰਿਹਾ, ਇੱਕ ਜਿਹੜਾ ਨਹੀਂ ਖਾ ਰਿਹਾ ਉਹ ਵੀ ਕਹਿੰਦਾ ਮੈਨੂੰ ਵੀ ਦੇ ਦੇ। ਉਹ ਕਰਦੇ ਕਰਦੇ ਇੱਕ ਮਤਲਬ ਚੇਨ ਬਣ ਜਾਂਦੀ ਹੈ। ਮੇਰੇ ਕਹਿਣ ਦਾ ਮਤਲਬ ਇਹ ਸੀ ਗੋਇਲ ਸਾਹਿਬ ਕਿ ਆਖਰਕਾਰ ਜਦੋਂ ਉਹ ਛੱਡੂਗਾ ਉਦੋਂ ਬਾਅਦ ਉਹ ਕਮਜ਼ੋਰ ਤਾਂ ਨਹੀਂ ਹੋ ਜਾਊਗਾ, ਉਹ ਉਨੇ ਜੋਗਾ ਤਾਂ ਨਹੀਂ ਰਹੂਗਾ ਕਿ ਆਖਰਕਾਰ ਕਿਤੇ ਵੀ ਉਹਦਾ ਫਿਰ ਉਹਨੂੰ ਲੱਗੇ ਵੀ ਨਹੀਂ ਯਾਰ ਇਹਦੇ ਦਵਾਈ ਨੇ ਤਾਂ ਅੱਡਾ ਕਰਨੀ, ਆਪਾਂ ਫਿਰ ਉੱਤੇ ਆਈਏ। ਉਸ ਤੋਂ ਵਧੀਆ ਹੋ ਜਾਊਗਾ ਉਹ। ਪਹਿਲੀ ਗੱਲ ਤਾਂ ਮੈਂ ਕਹਿੰਦਾ ਹੁੰਦਾ, ਕਿਸੇ ਨੇ 500 ਕਿਲੋਮੀਟਰ ਗੱਡੀ ਚਲਾਉਣੀ ਹੈ, ਮੰਨ ਲਓ ਕਿਸੇ ਨੇ ਚੰਡੀਗੜ੍ਹ ਤੋਂ ਜੰਮੂ ਜਾਣਾ, ਕਿਸੇ ਨੇ ਆਗਰੇ ਜਾਣਾ, ਤਾਜ ਮਹਿਲ ਕੋਲੇ, ਮਜਾਲ ਹੈ ਜਿਹਨੂੰ ਜਰਾ ਵੀ ਤਕਲੀਫ ਹੋ ਜਾਏ, ਵਾਸੀ ਵੀ ਆ ਜਾਏ ਰਾਹ 'ਚ, ਕੋਈ ਪ੍ਰੋਬਲਮ ਨਹੀਂ ਆਉਂਦੀ। ਸਰੀਰ ਨਹੀਂ ਡਾਊਨ ਹੁੰਦਾ ਇਹਦੇ ਵਿੱਚ ਨਾ ਜੀ। ਮੇਨ ਚੀਜ਼ ਜਿਹੜੀ ਪਾਈ ਗਈ ਆ ਉਹ ਪਾਈ ਗਿਆ ਸਮੀਰ ਪੰਨਗ ਰਸ। ਬਹੁਤ ਕਮਾਲ ਦੀ ਚੀਜ਼ ਹੈ। ਕੱਲਾ ਵੀ ਮਿਲ ਜਾਂਦਾ, ਜੇ ਕੱਲਾ ਲੈ ਕੇ ਲੋਕ ਖਾਣ, ਮਾਰਕੀਟ ਚੋਂ ਮਿਲ ਜਾਂਦਾ, ਮੈਨੂੰ ਕੋਈ ਟੈਨਸ਼ਨ ਨਹੀਂ। ਲੈ ਕੇ ਛੱਡੋ ਤਾਂ ਸਹੀ ਯਾਰ, ਜਿੱਦਾਂ ਮਰਜ਼ੀ ਛੱਡੋ, ਵਿਸ਼ਵਾਸ ਕਰੋ, ਭਰੋਸਾ ਕਰੋ ਆਪਣੇ ਉੱਤੇ, ਉਸ ਮਾਲਕ ਦੇ ਉੱਤੇ। ਮੇਰੇ ਉੱਤੇ ਬਿਲਕੁਲ ਨਾ ਕਰੋ। ਤੁਹਾਡਾ ਜਦੋਂ ਆਪਦਾ ਵਿਸ਼ਵਾਸ ਬਣ ਗਿਆ, ਉਸ ਮਾਲਕ ਤੇ ਤੁਹਾਡਾ ਵਿਸ਼ਵਾਸ ਬਣ ਗਿਆ, ਸੁਭਾਸ਼ ਗੋਇਲ ਦੀ ਕੀ ਮਜਾਲ ਹੈ ਤੁਹਾਡੇ ਨਾਲ ਕੋਈ ਗਲਤ ਗੱਲ ਕਰ ਜਾਵੇ, ਤਾਂ ਇਹ ਤੁਸੀਂ ਉਹ ਕਰਨਾ। ਔਰ ਇਹਦੇ ਨਾਲ ਜਿਹੜਾ ਚੀਜ਼ ਹੁਣ ਗੱਲ ਪੁੱਛੀ ਗਈ ਹੈ ਕਿ ਕਿਸੇ ਡਰਾਈਵਰ ਨੂੰ, ਡਰਾਈਵਰ ਦੀ ਮਿਹਨਤ ਤਾਂ ਬਹੁਤ ਦੂਰ ਦੀ ਗੱਲ ਆ, ਉਹ ਤਾਂ ਸਟੀਅਰਿੰਗ ਤੇ ਬੈਠਾ ਗੱਡੀ ਚਲਾ ਰਿਹਾ। ਇਹੋ ਜਿਹੇ ਲੋਕ ਪਏ ਨੇ ਜਿਹੜੇ ਬਹੁਤ ਹਾਰਡ ਵਰਕਿੰਗ ਨੇ, ਬਹੁਤ ਹਾਰਡ ਵਰਕਿੰਗ, ਜਿਨ੍ਹਾਂ ਦਾ ਮੈਂ ਨਸ਼ਾ ਛੁਡਵਾਇਆ। ਤਾਂ ਕਈ ਪਰਿਵਾਰ ਇਹੋ ਜਿਹੇ, ਹੁਣ ਜਿਵੇਂ ਇੱਕ ਲੇਡੀ ਆਈ, ਉਹ ਕਹਿੰਦੀ ਜੀ ਮੈਂ ਸਾਰੀ ਉਮਰ ਮਤਲਬ ਕਿ ਸਾਰੀ ਉਮਰ ਲੋਕਾਂ ਦੇ ਘਰਾਂ ਦੇ ਕੰਮ ਕਰਕੇ ਮਤਲਬ ਛੋਟੇ ਛੋਟੇ ਕੰਮ ਕੀਤੇ ਨੇ। ਕਹਿੰਦੀ ਜੀ ਮੈਂ ਇਵਨ ਉਹਨਾਂ ਦੀਆਂ ਸਲਵਾਰਾਂ ਦੀਆਂ ਮੂਹਰੀਆਂ ਤੱਕ ਵੀ ਸਿਲਾਈ ਕਰਨੀ, ਇੱਕ ਸਲਵਾਰ ਦੇ ਮੈਨੂੰ 2 ਰੁਪਏ ਮਿਲਣੇ, ਤਾਂ ਮੈਂ ਜਾ ਕੇ ਇੰਨੀ ਮਿਹਨਤ ਕੀਤੀ ਹੈ। ਔਰ ਕਹਿੰਦੀ ਇਹ ਮੇਰਾ ਹਸਬੈਂਡ ਜਿਹੜਾ ਹੈਗਾ ਇਹ ਸ਼ਾਮ ਨੂੰ 5000 ਤੋਂ ਉੱਪਰ ਕਮਾਉਂਦਾ ਸ਼ਾਮ ਨੂੰ। ਕਹਿੰਦੀ ਇਹ ਚਾਹਵੇ ਮੈਨੂੰ ਰਾਣੀਆਂ ਵਾਂਗੂ ਰੱਖ ਸਕਦਾ, ਪਰ ਕਹਿੰਦੀ ਇਹਨੂੰ ਮੇਰੇ ਤੋਂ ਵੀ ਪੈਸੇ ਚਾਹੀਦੇ ਨੇ, 5 ਤਾਂ ਉਹੀ ਖਾ ਜਾਣਾ ਨੇ, ਬਾਕੀ ਇਹ ਮੇਰੇ ਤੋਂ ਵੀ ਮੰਗਦਾ। ਤੇ ਕਹਿੰਦੀ ਮੈਂ ਬਸ ਇਸ ਕਰਕੇ ਕਰੀ ਜਾਂਦੀ ਆ ਵੀ ਜਿਹੜੀ ਜ਼ਿੰਦਗੀ ਆ ਪਤਾ ਨਹੀਂ ਕਿਵੇਂ ਕੱਢਣੀ ਆ। ਤਾਂ ਇਹੋ ਜਿਹੇ ਪਰਿਵਾਰ ਵੀ ਆਉਂਦੇ ਨੇ। ਜਦੋਂ ਆਪਾਂ ਉਹਨਾਂ ਨੂੰ ਇਹੋ ਜਿਹੇ ਪਰਿਵਾਰਾਂ ਦੀਆਂ ਸਟੋਰੀਆਂ ਸੁਣ ਕੇ, ਮੈਨੂੰ ਇਹ ਦੱਸੋ ਵੀ ਕਿਹੜਾ ਇਨਸਾਨ ਹੋਊਗਾ ਜਿਹੜਾ ਠੱਗੀ ਮਾਰ ਜੂਗਾ, ਉਹ ਵੀ ਬਾਣੀਏ ਦੇ ਘਰੇ ਜੰਮਿਆ ਹੋਇਆ, ਜਿਹਨੇ 24 ਘੰਟੇ ਤੁਹਾਡੇ ਨਾਲ ਇਹੀ ਗੱਲ ਕਰਨੀ ਆ ਵੀ ਬ੍ਰਦਰ ਤੁਸੀਂ ਨਸ਼ਾ ਛੱਡੋ, ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਕਰਨ ਨੂੰ ਤਿਆਰ ਹਾਂ, ਤੁਸੀਂ ਨਸ਼ਾ ਛੱਡਣ ਦਾ ਮਨ ਬਣਾਓ। ਇਹ ਸਾਡਾ ਪਹਿਲਾ ਨਾਅਰਾ ਹੈ ਵੀ ਮੁੜ ਸੋਨੇ ਦਾ ਸ਼ੇਰ ਬਣੂਗਾ ਪੰਜਾਬ, ਨਸ਼ਾ ਮੁਕਤ ਬਣੂਗਾ ਪੰਜਾਬ। ਉਹ ਸਾਡਾ ਨਾਅਰਾ ਤਾਂ ਹੀ ਕਾਮਯਾਬ ਹੋਊਗਾ। ਸਿਰਫ ਇਸ ਨਾਅਰੇ ਦੇ ਕਾਰਨ ਮੇਰੇ ਨਾਲ ਯੂਥ ਜੁੜ ਰਿਹਾ, ਨੌਜਵਾਨ ਬੱਚੇ ਜੁੜ ਰਹੇ ਆ, ਉਹਨਾਂ ਨੂੰ ਮੈਂ ਬਹੁਤ ਸਮਝਾਇਆ, ਉਹ ਔਰ ਅੱਗੇ ਲੋਕਾਂ ਨੂੰ ਸਮਝਾ ਰਹੇ ਆ। ਔਰ ਇਹ ਕੈਪਸੂਲ ਕੱਲਾ ਦੇਖੋ ਕਿੱਡੀ ਵੱਡੀ ਗੱਲ ਹੈ, ਇਹ ਇਕੱਲਾ ਕੈਪਸੂਲ, ਫਿਰ ਇਹ ਤੇ ਫਾਰਮੂਲੇਸ਼ਨ, ਫਿਰ ਇਹ ਪੂਰਾ ਗਵਰਨਮੈਂਟ ਤੋਂ, ਫਿਰ ਇਹ ਤੇ ਹਰ ਚੀਜ਼ ਮੈਂਸ਼ਨ, ਕਿੰਨੀਆਂ ਤੇ ਮੋਹਰਾਂ ਸਟੈਂਪਾਂ ਲੱਗ ਗਈਆਂ ਹੈ ਨਾ। ਇਹਨੂੰ ਬਹੁਤ ਅੱਛੇ ਤਰੀਕੇ ਨਾਲ ਬਣਾਇਆ ਗਿਆ। ਔਰ ਮੈਂ ਇਕੱਲਾ ਇਹਨੂੰ ਲੈ ਕੇ ਤੁਰਿਆ ਹੋਇਆ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਅੱਜ ਇਕੱਲਾ ਲੈ ਕੇ ਤੁਰਿਆ ਹੋਇਆ, ਕਿਸੇ ਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਪਰ ਮੈਨੂੰ ਇਹ ਪਤਾ ਵੀ ਇਹ ਉਹ ਚੀਜ਼ ਬਣ ਗਈ ਵੀ ਜਦੋਂ ਤੱਕ ਦੁਨੀਆ ਰਹੂਗੀ ਲੋਕਾਂ ਨੇ ਨਸ਼ੇ ਕਰਨੋਂ ਤਾਂ ਹਟਣਾ ਨਹੀਂ। ਅੱਜ ਨਹੀਂ ਕੱਲ ਨੂੰ, ਅੱਜ ਮੈਂ 10 ਦਾ ਚੜਾਊਂਗਾ 100 ਹੋਰ ਲੱਗ ਜਾਂਦਾ, 100 ਦਾ ਚੜਾਵਾਂਗੇ 1000 ਲੱਗ ਜਾਂਦਾ। ਕਿਉਂਕਿ ਮੈਂ 1992 ਤੋਂ ਕੋਸ਼ਿਸ਼ ਕਰ ਰਿਹਾ, ਉਦੋਂ ਬੜੀ ਮੁਸ਼ਕਲ ਨਾਲ ਕੋਈ ਭੁੱਕੀ ਜਾਂ ਫੀਮ ਵਾਲੇ ਕੇਸ ਆਉਂਦੇ ਹੁੰਦੇ ਸੀ। ਹੁਣ ਤੁਸੀਂ ਦੇਖੋ ਕਿੱਦਾਂ ਕੁੜੀਆਂ ਵੀ ਆਉਂਦੀਆਂ ਨੇ, ਕੁੜੀਆਂ ਆ ਜਾਂਦੀਆਂ ਨੇ। 1-2 ਪਰਿਵਾਰਾਂ ਦੀ ਮੈਂ ਪਹਿਲਾਂ ਗੱਲ ਕੀਤੀ, ਨੂੰਹਾਂ ਆ ਜਾਂਦੀਆਂ ਨੇ। ਇਹ ਚੀਜ਼ ਦੱਸੋ ਕਿਹੜੇ ਆਮ ਜਵਾਨੀ ਪਹਿਰੇ ਲੱਗੇ ਜਾਂਦੇ, ਜਿੰਦਾ ਮੈਂ ਜ਼ਿਕਰ ਕਰਿਆ ਸੀ ਉਹਦਾ ਵਿੱਚ ਇਹੀ ਹੁੰਦਾ ਵੀ ਕਿਉਂਕਿ ਕਾਲਜ ਲਾਈਫ ਦੇ ਵਿੱਚ ਕੁੜੀਆਂ ਮੁੰਡੇ ਇੱਕੋ ਹੀ, ਅੱਜ ਕੱਲ ਤਾਂ ਇੱਕੋ ਹੀ ਹੋਇਆ ਪਿਆ, ਠੀਕ ਹੈ। ਉਹਨਾਂ ਨੇ ਸ਼ਾਮ ਨੂੰ ਵੀ ਉਵੇਂ ਯਾਰਾਂ ਦੋਸਤਾਂ ਵਾਂਗੂ ਇਕੱਠੇ ਉੱਠਣਾ ਬੈਠਣਾ। ਕੁੜੀਆਂ ਦੇ ਜਦੋਂ ਲੱਗ ਜਾਂਦੀਆਂ ਨੇ, ਚਾਹੇ ਉਹ ਡਰਿੰਕ ਕਰਨ ਲੱਗ ਜਾਣਾ, ਚਾਹੇ ਉਹ ਸਮੋਕਿੰਗ ਕਰਨ ਲੱਗ ਜਾਣਾ, ਉਹਨਾਂ ਦੇ ਫਿਰ ਜੇ ਉਹਨਾਂ ਤੇ ਵੀ ਇਹੀ ਕੰਮ ਕਰਦਾ ਜਾਂ ਉਹਨਾਂ ਵਾਸਤੇ ਅੱਡ ਹੈਗਾ ਕੋਈ? ਇਹੀ ਕੰਮ ਕਰਦਾ, ਲੇਕਿਨ ਉਹਨਾਂ ਦਾ ਕੀ ਹੈ, ਕੁੜੀਆਂ ਦਾ ਨਸ਼ਾ ਘੱਟ ਹੁੰਦਾ ਹਮੇਸ਼ਾ ਹੀ ਮੁੰਡਿਆਂ ਨਾਲੋਂ, ਪਰ ਉਹਦਾ ਬੋਡੀ ਸਟਰਕਚਰ ਵੱਖਰਾ ਹੈ, ਕੋਈ ਫਰਕ ਨਹੀਂ ਪੈਂਦਾ। ਵੱਖਰਾ, ਸੇਮ ਦਵਾਈਆਂ ਚੱਲਦੀਆਂ ਨੇ। ਉਹਦਾ ਜਿਹੜਾ ਨਸ਼ਾ ਵੀ ਘੱਟ ਹੁੰਦਾ, ਉਹਦੀ ਡੋਜ਼ ਵੀ ਘੱਟ ਹੁੰਦੀ ਹੈ, ਔਰ ਉਹ ਬਿਲਿੰਗ ਵੀ ਹੁੰਦੀ ਹੈ। ਆਪਣੇ ਲੜਕਿਆਂ ਨਾਲੋਂ ਜ਼ਿਆਦਾ ਉਹ ਬਿਲਿੰਗ ਹੁੰਦੀ ਹੈ। ਉਹਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਉਦੋਂ ਹੋ ਜਾਂਦਾ ਜਦੋਂ ਉਹਨੂੰ ਪਤਾ ਲੱਗ ਜਾਂਦਾ ਮੈਂ ਤਾਂ ਫਸ ਗਈ ਨਸ਼ੇ ਦੇ ਵਿੱਚ, ਹੁਣ ਮੈਂ ਕਿੱਥੋਂ ਅਰੇਂਜ ਕਰੂੰ। ਜਦੋਂ ਮੁੰਡੇ ਉਹਦਾ ਸ਼ੋਸ਼ਣ ਕਰਦੇ ਆ ਸਰੀਰਕ ਤੌਰ ਤੇ, ਫਿਜ਼ੀਕਲ ਤੌਰ ਤੇ, ਤਾਂ ਉਹਨੂੰ ਫੇਰ ਪਤਾ ਲੱਗਦਾ ਵੀ ਇਹ ਕਿੱਥੇ ਫਸ ਗਈ, ਇਹ ਤਾਂ ਹੋਰ ਹੀ ਕੁਝ ਹੋ ਗਿਆ। ਤਾਂ ਫਿਰ ਉਹ ਛੱਡਣ ਭੱਜਦੀ ਆ,
ਫਿਰ ਕਿਉਂਕਿ ਲੜਕੀਆਂ ਜਿਹੜੀਆਂ ਪੜ੍ਹੀਆਂ ਲਿਖੀਆਂ ਨੇ ਉਹਨਾਂ ਨੂੰ ਸਭ ਪਤਾ, ਫਿਰ ਉਹ ਭੱਜਦੀ ਆ ਵੀ ਹੁਣ ਮੈਂ ਕਿਵੇਂ ਬਚਾਂ ਇਸ ਦਲਦਲ ਚੋਂ। ਅੱਜ ਦੀ ਡੇਟ 'ਚ ਤੁਸੀਂ ਇਹ ਦੇਖ ਲਓ ਵੀ ਮੁੰਡੇ ਤਾਂ ਮੁੰਡੇ, ਕੁੜੀਆਂ ਵੀ ਸੀਟੀਆਂ ਮਾਰਦੀਆਂ ਨੇ ਚੌਂਕ ਤੇ ਖੜ ਕੇ, ਕਾਲਜਾਂ ਦੇ ਵਿੱਚ ਖੜ ਕੇ, ਉਲਟਾ ਕਹਿੰਦੀਆਂ ਨੇ, ਕਹਿੰਦੀ ਬਹੁਤ ਕਰ ਲਿਆ ਤੁਸੀਂ ਸਾਡੀਆਂ ਦਾਦੀਆਂ ਚਾਚੀਆਂ ਨੂੰ ਤੰਗ, ਹੁਣ ਸਾਡੀ ਵਾਰੀ ਆ। ਮਤਲਬ ਹੁਣ ਡਾਇਲੌਗ ਚੱਲਣ ਲੱਗ ਗਿਆ ਜੀ। ਅੱਛੀ ਗੱਲ ਹੈ, ਲੜਕੀਆਂ ਸਾਡੀਆਂ ਸਟਰੋਂਗ ਹੋਣੀਆਂ ਚਾਹੀਦੀਆਂ ਨੇ, ਪਰ ਉਹ ਨਹੀਂ ਹੋਣਾ ਚਾਹੀਦਾ ਕਿ ਕਿਸੇ ਗਲਤ ਰਸਤੇ ਚੱਲ ਜਾਣ। ਤਾਂ ਇਹ ਚੀਜ਼ਾਂ ਕਰਕੇ ਉਹਨਾਂ ਦਾ ਜਦੋਂ ਨਸ਼ਾ ਅਸੀਂ ਛਡਾਉਂਦੇ ਆ, ਉਹ ਬਹੁਤ ਸੈਂਸਿਟਿਵ ਹੁੰਦੀਆਂ ਨੇ, ਬਹੁਤ ਸੌਖੇ ਤਰੀਕੇ ਨਾਲ ਛੱਡ ਜਾਂਦੀਆਂ। ਪਰ ਨਾਲ ਹੀ ਇੱਕ ਚੀਜ਼ ਇਹਦੇ ਚ ਜਿਹੜੀ ਕਹੀਏ ਕਿ ਸਭ ਤੋਂ ਅਹਿਮ ਰਹਿ ਜਾਂਦੀ ਹੈ, ਜਿਹੜਾ ਨਹੀਂ ਵੀ ਕਰਨਾ ਚਾਹੁੰਦਾ, ਜੇ ਕਹੀਏ ਕਿ ਜਿਵੇਂ ਇੱਕ ਸਾਊ ਪੁੱਤ ਵੀ ਹੈ, ਉਹ ਜਦੋਂ ਜੇ ਕਹੀਏ ਵਿਆਹ ਹੁੰਦਾ ਉਹਦਾ ਨਵਾਂ ਨਵਾਂ, ਉਹ ਆਮ ਤੌਰ ਤੇ ਅਗਲਾ ਕਹਿ ਦਿੰਦਾ, ਯਾਰ ਦੋਸਤ ਵੀ ਛਿੜਨ ਲੱਗ ਜਾਂਦੇ ਨੇ ਵੀ ਅੱਜ ਤੇਰੀ ਪਹਿਲੀ ਰਾਤ ਆ ਬਾਈ ਕੀ ਹੋਊਗਾ। ਉਹ ਬੜੇ ਨਸ਼ੇ ਵਾਲੇ, ਕਿਉਂਕਿ ਉਹਨਾਂ ਨੂੰ ਜਦੋਂ ਇੱਕ ਵਾਰੀ ਲੱਗਦਾ ਵੀ ਇੰਪੈਕਟ ਜਾ ਗਿਆ, ਦੁਬਾਰੇ ਫੇਰ ਹੌਲੀ ਹੌਲੀ ਉਸ ਪਾਸੇ ਨੂੰ ਹੋ ਜਾਂਦੇ ਨੇ। ਉਹਨਾਂ ਤੇ ਦੋ ਚੀਜ਼ਾਂ ਦਾ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਵੀ ਇੱਕ ਤਾਂ ਚਲੋ ਉਹ ਛੱਡਣਗੇ, ਨੰਬਰ 2 ਤੇ ਉਹ ਵਾਲਾ ਸਮਾਂ ਜਾਂ ਉਹ ਪਰਫਾਰਮੈਂਸ ਉਹਨਾਂ ਨੂੰ ਮਿਲੂਗੀ ਫਿਰ? ਬਿਲਕੁਲ ਮਿਲਦੀ ਹੈ। ਮੈਂ ਤੁਹਾਨੂੰ ਦੱਸਦਾ ਐਕਚੁਅਲ ਹੁੰਦਾ ਕੀ ਹੈ। ਇਹ ਨਾਰਮਲ ਗੱਲਾਂ ਨੇ, ਜਿਵੇਂ ਕਿਸੇ ਨੂੰ ਸ਼ੂਗਰ ਹੋ ਜਾਂਦੀ ਹੈ, ਦਫ਼ਤਰ 'ਚ 20 ਬੰਦੇ ਕੰਮ ਕਰਦੇ ਆ, ਸਲਾਈਏ ਬਹੁਤ ਹੁੰਦੇ ਨੇ, ਇੱਕ ਬੰਦੇ ਨੂੰ ਸ਼ੂਗਰ ਹੋ ਗਈ, ਉਹ 2 ਦਿਨ ਦਾ ਦੱਸਦਾ ਨਹੀਂ, ਹਫ਼ਤਾ ਮਹੀਨਾ ਦੱਸਦਾ ਨਹੀਂ, ਅਖੀਰ ਉਹਨੂੰ ਕਹਿਣਾ ਪੈਂਦਾ ਮੈਨੂੰ ਚਾਹ ਫਿੱਕੀ ਦਿਓ ਯਾਰ, ਹੈਨਾ। ਜਦੋਂ ਉਹਨੇ ਫਿੱਕੀ ਮੰਗ ਲਈ ਪਤਾ ਲੱਗ ਜਾਂਦਾ, ਇੱਕ ਅੱਧਾ ਬੈਠਾ ਹੁੰਦਾ ਵਿੱਚ ਇਹੋ ਜਿਹਾ, ਉਹ ਕੀ ਗੱਲ ਬਈ ਫਸ ਗਿਆ, ਹਾਂ ਯਾਰ ਸ਼ੂਗਰ ਹੋ ਗਈ। ਕਿੰਨੀ ਕੁ ਰਹਿੰਦੀ ਹੈ ਯਾਰ? 200-250 ਰਹਿੰਦੀ ਹੈ, ਦਵਾਈ ਬੜੀ ਚੱਲਦੀ ਹੈ, ਸਮਝ ਨਹੀਂ ਆਉਂਦੀ, ਕਮਜ਼ੋਰੀ ਬਹੁਤ ਆ ਗਈ। ਉਹ ਫਿਰ ਜੇਬ ਚੋਂ ਕੱਢਦਾ, ਉਹਨੂੰ ਪਤਾ ਹੁੰਦਾ ਮੁਰਗੀ ਫਸਾਣੀ ਆ ਮੈਂ, ਉਹ ਜੇਬ ਚੋਂ ਕੱਢ ਕਹਿੰਦਾ ਇੰਨੀ ਕੁ ਖਾ ਲੈ, ਸਰੀਰ ਕੰਡੇ ਤੇ ਹੋ ਜੂ, ਸ਼ੂਗਰ ਵੀ ਠੀਕ ਹੋ ਜੂ, ਕੁਝ ਨਹੀਂ ਹੁੰਦਾ, ਤੂੰ ਟੈਨਸ਼ਨ ਨਾ ਲੈ। ਉੱਥੇ ਫਿਰ ਨਾ ਤਾਂ ਕੋਈ ਡਾਕਟਰ ਹੈ, ਨਾ ਕੋਈ ਕੋਚ ਹੈ, ਨਾ ਕੋਈ ਐਕਸਪਰਟ ਉਹਨੂੰ ਸਲਾਹ ਦੇਣ ਵਾਲਾ, ਉਹੀ ਉਹਦਾ ਸਭ ਕੁਝ ਹੈ। ਫਿਰ ਉਸ ਟਾਈਮ ਉਹਨੇ ਉਹਨੂੰ ਦੇਤੀ, ਉਹਨੇ ਜੀਭ ਨੂੰ ਲਾ ਲਈ, ਉੱਤੋਂ ਚਾਹ ਦਾ ਕੱਪ ਪੀ ਲਿਆ, ਚਾਹ ਦਾ ਉਹ ਫਿਰ ਘੰਟਾ ਕੁ ਕੰਮ ਕੁੰਮ ਜਦੋਂ ਕਰਦਾ, ਉਸੇ ਮੂਰ ਜੇ ਸੈੱਟ ਹੋ ਜਾਂਦੇ ਨੇ। ਉਹ ਕਹਿੰਦਾ ਯਾਰ ਬੜੀ ਵਧੀਆ ਚੀਜ਼ ਦੇਤੀ ਤੂੰ, ਹੈਨਾ। ਪਹਿਲਾਂ ਹੀ ਕਹਿੰਦਾ ਬੜਾ ਵਧੀਆ ਯਾਰ, ਅੱਜ ਠੀਕ ਹੈ ਮਾਹੌਲ, ਘਰੇ ਜਾਂਦਾ ਪਰਫਾਰਮੈਂਸ ਬੜੀ ਵਧੀਆ। ਉਹ ਕਹਿੰਦਾ ਯਾਰ ਮੈਂ ਤਾਂ ਐਵੇਂ ਦਵਾਈਆਂ ਡਾਕਟਰ ਕੋਲ ਫਿਰੀ ਗਿਆ, ਹੈਨਾ। ਉਹ ਹੁੰਦਾ ਕੀ ਹੈ, ਉਹ ਫਿਰ 3-4 ਦਿਨ ਤਾਂ ਉਹਨੂੰ ਖਵਾਉਂਦਾ, ਮੰਗਦਾ ਵੀ ਉਹ ਆ ਕੇ, ਚੱਲ ਯਾਰ ਅੱਜ ਥੋੜੀ ਜਿਹੀ ਹੋਰ ਦੇ। ਉਹ 3-4 ਦਿਨ ਬਾਅਦ ਤਾਂ ਫਿਰ ਉਹ ਕਹਿੰਦਾ ਵੀ ਹੁਣ ਇੰਨੀ ਥੋੜੀ ਮੇਰੇ ਕੋਲੇ, ਹੁਣ ਤੂੰ ਮੰਗਾ। ਫਿਰ ਉਹਦੀ ਜੇਬ ਹਿੱਲਣ ਲੱਗ ਜਾਂਦੀ ਆ। ਜਦੋਂ ਫਿਰ 10 ਕੁ ਦਿਨ ਲੰਘਦੇ ਆ, 10 ਕੁ ਦਿਨ ਬਾਅਦ ਉਹਨੂੰ ਪਤਾ ਲੱਗ ਜਾਂਦਾ ਯਾਰ ਅੱਧੀ ਤਨਖਾਹ ਤਾਂ ਇੱਧਰ ਹੀ ਚਲੀ ਗਈ, ਇੱਧਰ ਹੀ ਨਿਕਲ ਗਈ। ਪਹਿਲਾਂ ਖਲਾਈ ਇੱਕ ਨੇ ਦੀ, ਖਾਣ 5-6 ਲੱਗ ਗਏ ਉਹ ਤੋਂ ਲੈ ਕੇ, ਵੀ ਤਾਂ ਸਾਲਾ ਗਿਆ ਕੰਮ। ਫਿਰ ਉਹ ਕਹਿੰਦਾ ਵੀ ਤਾਂ ਫਸ ਗਏ, ਇਕੱਲਾ ਬਹਿ ਕੇ ਸੋਚਦਾ। ਫਿਰ ਉਹਨੂੰ ਜਦੋਂ ਇਕੱਲੇ ਬੈਠ ਕੇ ਸਮਝ ਆਉਂਦੀ ਹੈ ਵੀ ਤਾਂ ਫਸ ਗਏ ਯਾਰ ਆਪਾਂ। ਇਹ ਹੁੰਦਾ ਕਿ ਸ਼ੂਗਰ ਤਾਂ ਠੀਕ ਨਾ ਹੋਈ, ਉਲਟਾ ਅਮਲੀ ਹੋ ਗਿਆ। ਫਿਰ ਉਹ ਸਾਡੇ ਕੋਲੇ ਆਉਂਦਾ, ਸ਼ੂਗਰ ਦੀ ਦਵਾਈ ਵੀ ਮੰਗਦਾ, ਨਾਲ ਉਹ ਵੀ ਮੰਗਦਾ, ਹੈਨਾ। ਪਰ ਇਹ ਚੀਜ਼ਾਂ ਜਿਹੜੀਆਂ ਨੇ, ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਫਸਟ ਨਾਈਟ, ਜਿਹੜੇ ਦੇਖੋ ਦੇਖ ਵਾਲਾ ਕੰਮ ਜ਼ਿਆਦਾ ਆ, ਜਿਵੇਂ ਹੁਣ ਫਸਟ ਨਾਈਟ ਲੜਕੇ ਆ, ਉਹ ਕੀ ਆ, ਕੁਛ ਨਹੀਂ ਵਿਚਾਰੇ ਸੰਗਾਊ ਹੁੰਦੇ ਆ, ਪਤਾ ਕਿਸੇ ਨੂੰ ਕੁਛ ਨਹੀਂ, ਨਾ ਕੁੜੀਆਂ ਨੂੰ ਵਿਚਾਰੀਆਂ ਨੂੰ ਪਤਾ, ਨਾ ਮੁੰਡਿਆਂ ਨੂੰ ਪਤਾ। ਚਲੋ ਅੱਜ ਕੱਲ ਠੀਕ ਆ, ਨੈਟ ਨੇ ਬਹੁਤ ਕੁਝ ਸਮਝਾਤਾ, ਪਰ ਪਹਿਲਾਂ ਦੀਆਂ ਗੱਲਾਂ ਉਹ ਕੀ ਆ ਕਿ ਉਹ ਮੁੰਡੇ ਨੇ ਥੋੜੀ ਜਿਹੀ ਅੱਜ ਲੈ ਲਿਆ ਨਸ਼ਾ। ਉਹ ਤੁਸੀਂ ਦੇਖੋ ਕੀ ਚੀਜ਼ ਆ, ਉਹਨੇ ਨਸ਼ੇ ਨੇ, ਜਦੋਂ ਤੁਸੀਂ ਨਸ਼ੇ ਨੂੰ ਲਿਆ, ਉਹ ਬੰਦੇ ਦੀ ਬੋਡੀ ਦੇ ਐਕਟਿਵ ਹੋ ਗਏ ਸੈੱਲ ਸਾਰੇ, ਠੀਕ ਹੈ। ਜਿਹੜੀ ਸਾਡੀ ਬੋਡੀ ਹੈ, ਇਹਦਾ ਇੱਕ ਇਸ ਤਰ੍ਹਾਂ ਦਾ ਆਕਾਰ ਹੈ ਕਿ ਇਹ ਆਪਦੇ ਤੋਂ ਜ਼ਿਆਦਾ ਮਤਲਬ ਕਿੰਨੇ ਗੁਣਾ ਫੈਲ ਸਕਦੀ ਆ। ਜਿਵੇਂ ਹੁਣ ਆਪਾਂ ਇੱਕ ਬੰਦੇ ਨੂੰ ਦੇਖਦੇ ਆ ਵੀ ਉਹ ਸੁੱਕਿਆ ਜਿਹਾ ਹੁੰਦਾ ਸੀ, ਇੰਨਾ ਮੋਟਾ ਹੋ ਗਿਆ, ਫਿਰ ਇੰਨਾ ਹੋ ਗਿਆ। ਬੇਸਟ ਉਹਦੀ ਪਹਿਲਾਂ 28 ਸੀ, ਅੱਜ 42 ਹੋ ਗਈ। ਕਿਵੇਂ ਹੋਈ? ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਦੇ ਵਿੱਚ ਕੁਦਰਤ ਨੇ ਇੰਨਾ ਕੁ ਸਪੇਸ ਛੱਡਿਆ ਹੋਇਆ, ਕਿੰਨੀਆਂ ਮਰਜ਼ੀ ਸਪੈਂਡ ਕਰ ਜਾਣ, ਕਿੰਨੀਆਂ ਸ਼ਰਿੰਕ ਹੋ ਜਾਣ, ਬੰਦੇ ਸ਼ਰਿੰਕ ਹੋ ਜਾਂਦੇ ਨੇ ਵੀ ਇੰਨਾ ਮੋਟਾ ਦੀ ਕੀ ਹੋ ਗਿਆ ਇਹਨੂੰ। ਉਹ ਸਾਰਾ ਕੁਝ ਬੋਡੀ 'ਚ ਆ। ਇਹ ਕੀ ਨੇ? ਸਾਡੀ ਬੋਡੀ ਦੇ ਸੈੱਲ ਨੇ। ਜਦੋਂ ਨਸ਼ਾ ਕਰ ਲਿਆ, ਉਹ ਸੈੱਲ ਹੋ ਗਏ ਐਕਟਿਵ, ਮਜ਼ਾ ਆ ਗਿਆ ਜ਼ਿੰਦਗੀ ਦਾ, ਬੜੀ ਅੱਛੀ ਲੱਗੀ, ਸਾਰੀ ਦੁਨੀਆ, ਸਾਰਾ ਪਿੰਡ ਮਿੱਤਰਾਂ ਦਾ ਦਿਖਦਾ ਉਹਨੂੰ। ਤੇ ਉਦੋਂ ਬਾਅਦ ਉਹ ਫਿਰ 5-4 ਦਿਨ, ਜਿਵੇਂ ਆਪਾਂ ਇੱਕ ਗੁਬਾਰੇ 'ਚ ਹਵਾ ਭਰਦੇ ਆ, ਹਵਾ ਭਰੀ, ਛੱਤ ਨੂੰ ਲੱਗ ਗਿਆ ਜਾ ਕੇ, ਹਵਾ ਭਰੀ, ਦੂਜੇ ਦਿਨ ਛੱਤ ਨੂੰ ਲੱਗ ਗਿਆ ਜਾ ਕੇ, ਹੌਲੀ ਹੌਲੀ ਛੱਤ ਤੋਂ ਥੱਲੇ ਗਿਰਦਾ ਉਹ। ਜਦੋਂ ਉਹ ਥੱਲੇ ਗਿਰਦਾ ਹੈ, ਉਹ 'ਚ ਕਿੰਨੀਆਂ ਸਿਲਬਟਾਂ ਪੈ ਜਾਂਦੀਆਂ, ਉਹਨੂੰ ਹੱਥ ਲਾਉਣ ਨੂੰ ਵੀ ਜੀਅ ਨਹੀਂ ਕਰਦਾ, ਇੰਨਾ ਲੁਗਾ ਹੁੰਦਾ, ਡਰ ਲੱਗਣ ਲੱਗ ਜਾਂਦਾ। ਉਸੇ ਤਰ੍ਹਾਂ ਸਾਡੇ ਸੈੱਲ ਹੋ ਜਾਂਦੇ ਨੇ। ਕੋਈ 6 ਮਹੀਨੇ 'ਚ ਹੋ ਗਏ, ਕਿਸੇ ਦੇ 6 ਸਾਲ 'ਚ ਹੋ ਗਏ, ਕਿਸੇ ਦੇ 10 ਸਾਲ 'ਚ ਹੋ ਗਏ। ਫਿਰ ਉਹਦਾ ਸਰੀਰ ਨਹੀਂ ਤੁਰਦਾ, ਹੱਥ ਕੰਬਦੇ ਨੇ, ਖੁਰਾਕ ਨਹੀਂ ਲੱਗਦੀ, ਭੁੱਖ ਨਹੀਂ ਲੱਗਦੀ, ਨੀਂਦ ਨਹੀਂ ਆਉਂਦੀ, ਬਿਨਾਂ ਨਸ਼ਾ ਕੀਤੇ। ਫਿਰ ਉਹਨੂੰ ਐਂ ਲੱਗਦਾ ਵੀ ਇਹ ਜਿਹੜਾ ਨਸ਼ਾ ਹੈ ਨਾ, ਉਹ ਫਿਰ ਐਂ ਹੋ ਜਾਂਦਾ ਵੀ ਗੱਡੀ ਹੈ ਬਈ, ਹੁਣ ਤਾਂ ਇਹ 'ਚ ਤੇਲ ਪਾਵਾਂਗੇ ਤਾਂ ਚੱਲੂ। ਉਹ ਫਿਰ ਨਸ਼ਾ ਨਹੀਂ ਕਰ ਰਿਹਾ, ਉਹ ਸਰੀਰ ਚਲਾ ਰਿਹਾ। ਤਾਂ ਸਰੀਰ ਨੂੰ ਚਲਾਉਣ ਵਾਸਤੇ, ਜ਼ਿੰਦਗੀ ਨੂੰ ਜਿਉਣ ਵਾਸਤੇ ਨਸ਼ਾ ਕਰਦਾ। ਉਦੋਂ ਫਿਰ ਉਹ ਅੱਗੇ ਕਹਿੰਦਾ ਵੀ ਗੋਇਲ ਸਾਹਿਬ ਵਰਗੇ ਕਿਸੇ ਹੋਰ ਕੋਲੇ ਵੀ ਹੁਣ ਯਾਰ ਕੁਛ ਕਰੋ, ਨਹੀਂ ਤਾਂ ਮਰ ਗਏ। ਕਿਉਂ? ਉਹਨੇ ਸਾਰੀ ਤਾਂ ਜ਼ਮੀਨ ਜਾਇਦਾਦ ਤਰੋੜਤੀ ਉਹਦੇ ਵਿੱਚ,
ਸਾਰਾ ਖਰਚਾ ਕਰਤਾ, ਲੱਗਿਆ ਕਿਤੇ ਹੋਰ ਰਾਹ ਸੀ, ਵੜ ਗਿਆ ਕਿਤੇ ਹੋਰ, ਤੁਰਿਆ ਤਾਂ ਸੀਗਾ ਘਰ ਵਾਲੀ ਨੂੰ ਖੁਸ਼ ਕਰਨ, ਬੱਚਿਆਂ ਵੱਲ, ਕਿਤੇ ਉਹਦਾ ਬੀਰਜ ਦੇ ਵਿੱਚ ਸਪਰਮ ਵੀ ਖਤਮ ਹੋ ਗਿਆ, ਕਿਤੇ ਹੋਰ ਪ੍ਰੋਬਲਮ ਹੋ ਗਈਆਂ। ਹੁਣ ਜਿਹੜੀ ਰਹੀ ਗੱਲ, ਜਿਹੜੇ ਨਸ਼ਾ ਛੱਡਣ ਆਉਂਦੇ ਨੇ, ਉਹ ਸਭ ਤੋਂ ਪਹਿਲਾ ਸਵਾਲ ਉਹਨਾਂ ਦਾ ਇਹੀ ਹੁੰਦਾ ਵੀ ਗੋਇਲ ਸਾਹਿਬ ਬਾਕੀ ਤਾਂ ਸਾਰਾ ਕੁਝ ਠੀਕ ਆ, ਤੁਸੀਂ ਜਿਵੇਂ ਕਹਿੰਦੇ ਹੋ ਮੰਨਾਂਗੇ ਤੁਹਾਡੀ ਗੱਲ, ਛੱਡ ਦਾਂਗੇ, ਸਾਨੂੰ ਪਤਾ ਅਸੀਂ ਤੁਹਾਡੇ ਬਹੁਤ ਵੀਡੀਓ ਦੇਖੇ ਨੇ, ਐਵੇਂ ਤਾਂ ਕੋਈ ਬੜਕਾ ਮਾਰ ਨਹੀਂ ਸਕਦਾ, ਜੇ ਕੋਈ ਗੱਲ ਹੋਊ ਤੁਸੀਂ ਤਾਂ ਹੀ ਬੋਲਦੇ ਹੋ, ਹੈ ਨਾ। ਮੰਨ ਲਈ ਤੁਹਾਡੀ ਗੱਲ ਵੀ ਨਸ਼ਾ ਤੁਸੀਂ ਛੁਡਾ ਦੋਗੇ, ਮੰਨ ਲਈ ਤੁਹਾਡੀ ਗੱਲ ਵੀ ਪੈਸੇ ਵੀ ਇੰਨੇ ਕੁ ਲੱਗ ਜਾਣਗੇ, ਲਾ ਦਾਂਗੇ, ਹੈ ਨਾ, ਪਰ ਸਾਡੀ ਦੂਜੀ ਲਾਈਫ ਖਰਾਬ ਹੁੰਦੀ ਹੈ, ਉਹਦਾ ਦੱਸੋ ਹੱਲ ਕੀ? ਉਹਦਾ ਹੱਲ ਕੀ ਹੈ? ਦੂਜੀ ਲਾਈਫ ਕੀ ਹੈ ਕਿ ਬੱਚੇ ਨਹੀਂ ਹੋ ਰਹੇ, ਕਿਸੇ ਦੇ ਬੱਚੇ ਨਹੀਂ ਹੋ ਰਹੇ, ਸਪਰਮ ਦੇ ਵਿੱਚ ਬੀਰਜ ਦੇ ਸਪਰਮ ਸੁੱਕ ਗਿਆ, ਤੇ ਕਿਸੇ ਨੂੰ ਕੀ ਹੁੰਦਾ, ਉਹਦੀ ਐਕਟੀਵਿਟੀ ਉਹ ਖਤਮ ਹੋ ਗਈ, ਸੈਕਸੁਅਲ ਐਕਟੀਵਿਟੀ ਖਤਮ ਹੋ ਗਈ, ਤੇ ਉਹਨੂੰ ਫਿਰ ਅਸੀਂ ਦਿੱਤਾ X+ ਗੋਲਡ ਕੈਪਸੂਲ। ਪਹਿਲਾਂ ਤਾਂ ਅਸੀਂ ਇਹ ਦਿੰਦੇ ਸੀਗੇ ਜੀ ਚੁੱਪਚਾਪ ਲੋਕਾਂ ਨੂੰ, ਕਿ ਕੋਈ ਜਿੱਦਾਂ ਬਿਮਾਰੀ ਇਦਾਂ ਦੀ ਹੋਈ ਉਹਨੂੰ ਅਸੀਂ ਚੁੱਪਚਾਪ ਦੇਤਾ ਵੀ ਤੂੰ ਇਹ ਲੈ, ਹਾਂ। ਤੇ ਫਿਰ ਇਹ ਮੈਂ ਤੁਹਾਨੂੰ ਦਿਖਾਊਂਗਾ, ਕੈਮਰਾਮੈਨ ਆਪਣੇ ਦਿਖਾਣਗੇ ਇਹਨੂੰ ਨੇੜੇ ਕਰਕੇ, ਤੇ ਇਹ ਅਸੀਂ ਦੇਣਾ ਸ਼ੁਰੂ ਕੀਤਾ ਵੀ ਇੱਕੋ ਹੀ ਕੈਪਸੂਲ ਡੇਲੀ ਦੇਣਾ। ਉਹੀ ਜਦੋਂ ਅਸੀਂ ਇਹ ਦੇਣਾ ਸ਼ੁਰੂ ਕੀਤਾ ਨਾ ਜੀ, ਤਾਂ ਇਹਦਾ 1 ਕੈਪਸੂਲ ਮਤਲਬ ਇਹਦਾ ਸਪੈਸ਼ਲ ਚੀਜ਼ ਕੀ ਆ, ਕਿ ਇਹਦੀ ਸਪੈਸ਼ਲਿਟੀ ਇਹ ਆ ਕਿ ਇਹਦਾ ਪਹਿਲਾ ਕੈਪਸੂਲ ਕੰਮ ਕਰਦਾ। ਫਿਰ ਇਹਦੇ ਤੇ ਸ਼ੱਕ ਖੜੇ ਹੋ ਗਏ ਵੀ ਇਹ ਜੀ ਇੱਥੇ ਲਾ ਦੋਗੇ, ਵੀ ਇਹ ਜੀ ਕਿਹੜੀ ਦੇਸੀ ਦਵਾਈ ਆ ਜਿਹੜੀ ਪਹਿਲੇ ਦਿਨ ਹੀ ਕੰਮ ਕਰ ਜੇ, ਇਹ ਚ ਵਿਆਗਰਾ, ਦੇਸੀ ਦਵਾਈਆਂ ਉਹ ਕਹਿਣ ਜੀ ਇਹ ਚ ਵਿਆਗਰਾ ਹੋਊਗੀ। ਲੋਕਾਂ ਚ ਚੱਲਣ ਵੀ ਇਹੀ ਆ, ਉਹ ਕਹਿੰਦੇ ਵੀ ਆਮ ਕਰਕੇ ਨਾ ਵੈਦ ਕਰਦੇ ਕੀ ਨੇ, ਕਿ ਕੁੱਟ ਕੇ ਵਿਆਗਰਾ ਇਹਨਾਂ ਚ ਪਰ ਲਈ ਜਾਂਦੇ ਨੇ। ਉਹ ਫਿਰ ਇਹ ਸਵਾਲ ਖੜੇ ਹੋ ਗਏ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਰਾ ਇੱਕ ਕੰਮ ਕਰੋ, ਮੈਂ ਤੇ ਸਾਰਾ ਕੰਮ ਕਰਤਾ ਗਵਰਨਮੈਂਟ ਤੋਂ, ਹੁਣ ਇੱਕ ਲੈਬੋਰਟਰੀ 'ਚ ਜਾ ਕੇ ਤੁਸੀਂ ਵੀ ਟੈਸਟ ਕਰਾ ਲਓ। ਮੇਰੇ ਬਹੁਤ ਇਹੋ ਜਿਹੇ ਮਿੱਤਰ ਨੇ ਜਿਹੜੇ ਮੇਰੇ ਨਾਲ ਬਹੁਤ ਗਹਿਰੀ ਮਿੱਤਰਤਾ ਰੱਖਦੇ ਨੇ, ਉਹਨਾਂ ਨੇ ਦੇਖਿਆ ਵੀ ਗੋਇਲ ਯਾਰ X+ ਵੇਚੀ ਜਾਂਦਾ, X+ ਇਹਦਾ ਇੰਨਾ ਵਿਕਦਾ, ਲੋਕ ਖਾਂਦੇ ਵੀ ਆ। ਉਹ ਇੰਨੇ ਗਹਿਰੇ ਮਿੱਤਰ ਨੇ, ਉਹਨਾਂ ਨੇ ਜਾ ਕੇ ਮੇਰੇ ਤੋਂ ਬਿਨਾਂ ਪੁੱਛੇ ਟੈਸਟ ਕਰਾਉਣੇ ਸ਼ੁਰੂ ਕਰਤੇ ਵੀ ਯਾਰ ਚੈੱਕ ਕਰ ਗਏ ਵੀ ਸੱਚੀ ਹੋਊਗਾ, ਹਾਂ ਵੀ ਕਿਤੋਂ ਤਾਂ ਲੱਭੀਏ ਗੋਇਲ ਦਾ ਕੋਈ ਨੁਕਸ ਤਾਂ ਲੱਭੀ ਇਹਦਾ। ਤੇ ਉਹਨਾਂ ਨੇ ਜਦੋਂ ਟੈਸਟ ਕਰਾਏ ਬੜੇ ਖੁਸ਼ ਹੋਏ। ਫਿਰ ਉਹਨਾਂ ਨੇ ਮੈਨੂੰ ਖੁਸ਼ ਹੋ ਕੇ ਦੱਸਿਆ ਵੀ ਕਹਿੰਦੇ ਗੋਇਲ ਸਾਹਿਬ ਵਾਕਈ ਇਸ ਪ੍ਰੋਡਕਟ 'ਚ ਇਹੋ ਜਿਹੀ ਕੋਈ ਚੀਜ਼ ਹੈ ਨਹੀਂ, ਔਰ ਇਹਦਾ ਰਿਜ਼ਲਟ ਵੀ ਪਹਿਲੇ ਦਿਨ ਤੋਂ ਜਿੰਨੇ ਲੋਕਾਂ ਨੇ ਖਾਧਾ ਉਹਨਾਂ ਨੂੰ ਪਤਾ X+ ਗੋਲਡ ਬਾਰੇ। ਪਹਿਲਾਂ ਅਸੀਂ ਇਹ ਚੋਰੀ ਚੁੱਪੀ ਦਿੰਦੇ ਸੀ, ਮਤਲਬ ਬਹੁਤਾ ਇਹਨੂੰ ਅਸੀਂ ਜੱਗਰ ਨਹੀਂ ਸੀ ਕੀਤਾ। ਉਹ ਫਿਰ ਜਦੋਂ ਅਸੀਂ ਸ਼ੂਗਰ ਦੇ ਮਰੀਜ਼ ਆਉਣ ਲੱਗੇ, ਸ਼ੂਗਰ ਦੇ ਮਰੀਜ਼ ਨੂੰ ਵੀ ਇਹ ਕਮਜ਼ੋਰੀ ਆ ਜਾਂਦੀ ਆ, ਉਹਨਾਂ ਨੂੰ ਵੀ ਇਹ ਦੇਣਾ। ਉਹ ਕਹਿੰਦੇ ਜੀ ਇਹ ਚੀਜ਼ ਤੁਹਾਡੀ ਬਹੁਤ ਵਧੀਆ, ਸ਼ੂਗਰ ਦੀ ਦਵਾਈ ਦਾ ਜਿਹੜਾ ਕੰਮ ਕਰੂ, ਪਰ ਇਹਨੇ ਤਾਂ ਪਹਿਲੇ ਦਿਨ ਹੀ ਸਾਨੂੰ ਜ਼ਿੰਦਗੀ ਬਖਸ਼ ਦਿਖਾ ਦਿੱਤਾ। ਤੇ ਉਹ ਵੀ ਇੱਕ ਖੁਸ਼ੀ ਹੁੰਦੀ ਨਾ ਲਾਈਫ ਦੀ। ਤਾਂ ਉਹ ਕੀ ਹੋਇਆ ਜੀ, ਉਹ ਜਦੋਂ ਅਸੀਂ ਦੇਣਾ ਸ਼ੁਰੂ ਕੀਤਾ ਤਾਂ ਇਹਦਾ ਰਿਜ਼ਲਟ ਉਹਨਾਂ ਨੇ ਵੀ ਦਿੱਤਾ। ਫਿਰ ਇੱਕ ਮਤਲਬ ਤੁਹਾਡੇ ਵਰਗਾ ਸਮਝਦਾਰ ਜਿਹੜਾ ਮੀਡੀਆ ਨਾਲ ਜੁੜੇ ਹੋਏ ਲੋਕ ਆ, ਉਹ ਵੀ ਸਾਡੇ ਮਿੱਤਰ ਨੇ, ਉਹ ਕਹਿੰਦੇ ਵੀ ਗੋਇਲ ਸਾਹਿਬ ਕਿਉਂ ਨਾ ਇਹਨੂੰ ਆਪਾਂ ਮਾਰਕੀਟ 'ਚ ਦੇ ਦਈਏ, ਦੁਕਾਨਾਂ ਤੇ ਦੋ, ਤੁਹਾਡਾ ਇਹ ਪ੍ਰੋਡਕਟ ਵਿਕੂਗਾ ਵਧੀਆ। ਮੈਂ ਕਿਹਾ ਵੀ ਇਹ ਕਾਸਟਲੀ ਪ੍ਰੋਡਕਟ ਆ, ਕੈਮਿਸਟ ਨਹੀਂ ਕਰਦੇ ਇਹ ਜਿਹੇ ਕੰਮ। ਤੇ ਉਹ ਕਹਿੰਦੇ ਜੀ ਜਿੰਨਾ ਮਰਜ਼ੀ ਕਾਸਟਲੀ ਹੋਵੇ, ਜਿਹਨੇ ਲੋਕਾਂ ਨੂੰ ਚੀਜ਼ ਚੰਗੀ ਲੱਗੂ ਆਪੇ ਲੈਣਗੇ। ਮੈਂ ਕਿਸੇ ਨੂੰ ਆਪੀ ਰਿਜ਼ਲਟ ਦਿਖਣਗੇ। ਫਿਰ ਅਸੀਂ ਉਹ ਪੰਜਾਬੀ ਆਰਟਿਸਟ ਜਿਹੜੇ ਆਪਣੇ ਸ਼ਵਿੰਦਰ ਮਾਲ ਹੋਣੀ, ਤੁਸੀਂ ਦੇਖਿਆ ਉਹ ਬੋਰਡਾਂ ਤੇ ਸਾਡਾ ਪ੍ਰੋਡਕਟ ਲੈ ਕੇ, ਫਿਰ ਮੈਂ ਉਹਨਾਂ ਨਾਲ ਇੱਕ ਦਿਨ ਰਹਿ ਕੀਤੀ। ਮੈਂ ਕਿਹਾ ਮਾਲ ਸਾਹਿਬ ਇਦਾਂ ਕਰਨਾ, ਉਹ ਕਹਿੰਦੇ ਮੈਂ ਇਹਦੀ ਐਡ ਕਰ ਦੂੰਗਾ। ਉਹ ਕਹਿੰਦੇ ਪਹਿਲਾਂ ਦਿੰਦੇ ਦੋ, ਅਸੀਂ ਉਹਨਾਂ ਨੂੰ ਦੇਤਾ, ਉਹਨਾਂ ਨੇ ਉਹ ਕਹਿੰਦੇ ਯਾਰ ਕਮਾਲ ਚੀਜ਼ ਹੈ, ਔਰ ਕੋਈ ਤਕਲੀਫ ਨਹੀਂ, ਕੋਈ ਤੋੜ ਨਹੀਂ, ਕੋਈ ਸਰੀਰ ਨੂੰ ਕੋਈ ਕਿਸੇ ਕਿਸਮ ਦਾ ਪ੍ਰੋਬਲਮ ਨਹੀਂ ਆਇਆ, ਤੇ ਕੋਈ ਹੈਡਕ ਨਹੀਂ, ਕੰਮ ਵੀ ਠੀਕ ਆ, ਔਰ ਉਮਰ ਦੇ ਹਿਸਾਬ ਨਾਲ ਕੰਮ ਕੀਤਾ ਇਹਨੇ। ਮਤਲਬ 18 ਸਾਲ ਤੋਂ 88 ਸਾਲ ਦੀ ਉਮਰ ਤੱਕ ਇਹਦਾ ਰਿਜ਼ਲਟ ਆਉਂਦਾ, ਤੇ ਉਹ ਠੀਕ ਹੋਇਆ। ਤੇ ਉਹਨਾਂ ਨੇ ਫਿਰ ਮੇਰੀ ਐਡ ਕੀਤੀ ਜੀ। ਹੁਣ ਕੱਲੇ ਹੋਰਡਿੰਗ ਤੇ ਦਿਖਦਾ, ਟੀਵੀ ਚੈਨਲ ਤੇ ਦਿਖਦਾ, ਕਿਤੇ ਕਿਤੇ ਉਹਦੀ ਐਡ ਦਿਖਦੀ ਵੀ X+ ਜਿਹੜਾ ਹੈਗਾ ਇਹੀ ਹੈ ਮੇਰੀ ਜਵਾਨੀ ਦਾ ਰਾਜ, ਮੇਰੀ ਤਾਕਤ ਦਾ ਰਾਜ। ਉਹ ਕਹਿੰਦੇ ਇਹ ਵੈਸੇ ਵੀ ਮੈਂ ਦਿੰਦਾ ਜੀ, ਜਿਹੜੇ ਆਮ ਲੋਕ ਹੁਣ ਕੈਮਿਸਟਾਂ ਕੋਲ ਤਾਂ ਇਦਾਂ ਹੀ ਵਿਕ ਰਿਹਾ ਹੈ। ਤੇ ਇਹ ਜਿਹੜੀ ਚੀਜ਼ ਹੈ ਨਾ, X+ ਗੋਲਡ ਕੈਪਸੂਲ ਹੋ ਗਿਆ, NRVO+D ਕੈਪਸੂਲ ਹੋ ਗਿਆ, ਇਹ ਦੋ ਐਸੀਆਂ ਦਵਾਈਆਂ ਨੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਲਾਈਫ ਟਾਈਮ ਵਾਸਤੇ ਨਸ਼ਾ ਛੱਡ ਸਕਦੇ ਹੋ। ਸਿਰਫ 2 ਮਹੀਨੇ ਦਾ ਕੋਰਸ ਕਰ ਲਓ, ਔਖੇ ਕਰ ਲਓ, ਸੌਖੇ ਕਰ ਲਓ। ਪਰ ਮੈਂ ਇਹ ਜ਼ਰੂਰ ਕਹੂੰਗਾ ਤੁਹਾਨੂੰ, ਕੋਈ ਵੀ ਇਨਸਾਨ ਜਦੋਂ ਇਹ ਗੱਲ ਕਹਿੰਦਾ ਵੀ ਗੋਇਲ ਸਾਹਿਬ ਖਰਚਾ ਕਿੰਨਾ ਹੋਊਗਾ, ਇੰਨਾ ਕੀ ਸੋਚ ਲਿਓ ਤੁਸੀਂ। 2 ਮਹੀਨੇ ਦੀ ਖਰਚੇ ਦੀ ਕੈਲਕੂਲੇਸ਼ਨ ਕਰ ਲਿਓ ਜਿਹੜਾ ਤੁਸੀਂ ਨਸ਼ੇ ਤੇ ਖਰਚ ਕਰਦੇ ਹੋ। ਮੈਂ ਬਹੁਤ ਦੂਰ ਨਹੀਂ ਜਾਂਦਾ, 2 ਮਹੀਨੇ 'ਚ ਜਿੰਨੇ ਪੈਸੇ ਤੁਸੀਂ ਨਸ਼ੇ ਤੇ ਖਰਚ ਕਰਦੇ ਹੋ, ਉਦੋਂ ਘੱਟ ਪੈਸਿਆਂ ਦੇ ਵਿੱਚ ਮੈਂ ਤੁਹਾਡਾ 2 ਮਹੀਨੇ 'ਚ ਇਲਾਜ ਕਰ ਦੂੰਗਾ, ਔਰ ਉਹ ਵੀ ਲਾਈਫ ਟਾਈਮ ਵਾਸਤੇ। ਇਹ ਸਾਡੇ ਵੈਦ ਜੀ ਦਾ ਵੀ ਦਾਅਵਾ ਹੈ, ਔਰ ਮੇਰਾ ਵੀ ਤੁਹਾਡੇ ਨਾਲ ਵਾਅਦਾ ਹੈ। ਔਰ ਤੁਸੀਂ ਯਕੀਨ ਮੰਨਿਓ ਕਿ ਪਹਿਲਾਂ ਤੁਹਾਨੂੰ ਜਿਹੜਾ ਹੋ ਸਕਦਾ ਵੀ ਇਹ ਡੱਬੀ 12,000 ਰੁਪਏ ਦੀ ਆ, ਖਰਚ ਕਰਨ ਵੇਲੇ ਤੁਹਾਨੂੰ ਐਂ ਲੱਗੇ ਵੀ ਯਾਰ ਇੰਨੇ ਕੁ ਦਾ ਤਾਂ ਨਸ਼ਾ ਹੀ ਕਰ ਲਾਂਗੇ 5-4 ਦਿਨ, ਪਰ ਜੇ ਕਿਤੇ ਇਹਨੇ ਤੁਹਾਨੂੰ 5-4 ਦਿਨ ਤੁਹਾਡੇ ਨਸ਼ੇ ਦੇ ਪੈਸੇ ਬਚਾ ਕੇ ਤੁਸੀਂ ਉਹਨੇ 'ਚ ਖਾ ਲਏ, ਤੁਹਾਡੀ ਜ਼ਿੰਦਗੀ ਦਾ ਵਿਸ਼ਵਾਸ ਬਣ ਜਾਊਗਾ ਵੀ ਅਗਰ ਕੋਈ ਚੀਜ਼ ਹੈਗੀ ਆ ਦੁਨੀਆ 'ਚ ਨਸ਼ਾ ਛਡਾਉਣ ਵਾਲੀ ਤਾਂ ਇਹੀ ਆ। ਕਿਉਂਕਿ ਲੈਬੋਰਟਰੀ ਜਿੰਨੀਆਂ ਮਰਜ਼ੀ ਹੋ ਜਾਣ, ਇਹ ਗੱਲ ਨੋਟ ਕਰ ਲਿਓ, ਜਿੰਨੀਆਂ ਮਰਜ਼ੀ ਲੈਬੋਰਟਰੀਆਂ 'ਚ ਚਲੇ ਜਾਓ,
ਨਸ਼ਾ ਕਰਨ ਵਾਲੇ ਇਨਸਾਨ ਦੇ ਸਰੀਰ ਤੋਂ ਵੱਡੀ ਲੈਬੋਰਟਰੀ ਨਹੀਂ ਹੋ ਸਕਦੀ। ਉਹ ਐ ਜੀਵ ਨੂੰ ਲਾ ਕੇ ਦੱਸ ਦਿੰਦਾ ਅੱਜ ਨਕਲੀ ਮਾਲ ਆ ਗਿਆ। ਹਾਂ, ਉਹਨੂੰ ਸਾਡਾ ਵੀ ਪਤਾ ਲੱਗ ਜਾਂਦਾ ਕੈਪਸੂਲ ਖਾਣ ਦੀ ਚਾਰ ਵੀ ਯਾਰ ਇਹ ਕੈਪਸੂਲ ਨਾਲ ਸਰੀਰ ਸੈੱਟ ਹੈ। ਇੱਕ ਚੀਜ਼ ਹੋਰ ਦੱਸੋ, ਜਦੋਂ ਹੁਣ ਇਹ ਸਾਰੀਆਂ ਪਾਸੇ ਨੂੰ ਜਾਂਦੇ ਆ, ਹੌਲੀ ਹੌਲੀ ਜਿਵੇਂ ਕਹਿ ਦਈਏ ਵੀ ਐ ਜਿਵੇਂ ਸਰੀਰ ਦੇ ਚੀਜ਼ ਨੀਚੇ ਤੋਂ ਦੇਖ ਉੱਪਰ ਤੱਕ ਦੇਖਦੇ ਆ ਤੇ ਉੱਪਰੋਂ ਨੀਚੇ ਨੂੰ ਵੀ ਆਉਣੇ ਆ, ਹੱਡ ਗੋਡੇ ਦੇਖਦੇ ਆ ਜਦੋਂ ਲੋਕਾਂ ਦੇ, ਇਹ ਆਮ ਚੀਜ਼ ਬਣੀ ਪਈ ਹੈ। ਕਈਆਂ ਦੇ ਤਾਂ ਉਮਰ ਦੇ ਹਿਸਾਬ ਨਾਲ ਹੋ ਜਾਂਦਾ, ਪਰ ਹੁਣ ਤਾਂ ਜੇ ਕਹੀਏ ਕਿ ਆਮ ਨੌਜਵਾਨਾਂ ਦੇ ਜੋੜ ਖੜਕੇ ਪਏ ਨੇਗੇ, ਉਹਨਾਂ ਦਾ ਫਿਰ ਕੀ ਇਲਾਜ ਆ? ਇਹ ਨਾ ਐਕਚੁਅਲੀ ਬਾਡੀ ਦੇ ਅੰਦਰ ਫਲੂਇਡ ਹੈ, ਸਾਈਨੋਵਲ ਫਲੂਇਡ ਹੈ। ਤੁਹਾਡੇ ਵੀ ਆ, ਮੇਰੇ ਵੀ ਆ। 360 ਜੁਆਇੰਟ ਨੇ ਆਪਣੀ ਬਾਡੀ 'ਚ, ਗੋਡੇ ਮੋਢੇ ਗਿੱਟੇ, ਇਹ ਤਾਂ ਪਤਾ ਹੀ ਹੈ ਲੋਕਾਂ ਨੂੰ, ਪਰ 360 ਜੁਆਇੰਟ ਨੇ ਟੋਟਲ ਹੱਡੀਆਂ 'ਚ। ਤੇ ਉਹ 360 ਦੇ 360 ਜੁਆਇੰਟ ਨੂੰ ਉਹ ਗਰੀਸ ਹੈ, ਜਿਹਨੂੰ ਅੱਜ ਕੱਲ੍ਹ ਡਾਕਟਰ ਕਹਿੰਦੇ ਤੇਰੀ ਤਾਂ ਗਰੀਸ ਮੁੱਕ ਗਈ। ਹਾਂ, ਉਹ ਗਰੀਸ ਰੱਬ ਨੇ ਕਈ ਸਾਲ ਪਹਿਲਾਂ, ਕਈ ਸਾਲ ਕੀ ਜਦੋਂ ਤੋਂ ਸ੍ਰਿਸ਼ਟੀ ਰਚੀ ਉਹਨੇ, ਉਸ ਟਾਈਮ ਮਤਲਬ ਕਿ ਆਪਣੇ ਦਰਖਤਾਂ ਨੂੰ ਲਾਤੀ ਸੀ ਉਹ ਗਰੀਸ, ਗੂੰਦ ਦੇ ਰੂਪ 'ਚ। ਲਾਜ ਉਹਨਾਂ ਨੇ ਕਰਤਾ ਦੀ ਵੀ ਪਹਿਲਾਂ ਹੀ ਗੂੰਦ ਆ ਚਿਪ ਚਿਪ ਕਰਦੀ, ਅਸੀਂ ਉਹਦੇ ਨਾਲ ਕਾਗਜ਼ ਚਿਪਕਾਉਣ ਲੱਗ ਗਏ, ਪਤੰਗ ਉਡਾਉਣ ਲੱਗ ਗਏ। ਇਹ ਸੋਚਿਆ ਨਹੀਂ ਵੀ ਇਹ ਖਾਣੀ ਵੀ ਹੈ। ਹੁਣ ਸਾਡੇ ਵਰਗੇ ਜਿਹੜੇ ਸਾਡੀ ਉਮਰ ਦੇ ਲੋਕ ਆ, ਜਿਵੇਂ ਮੈਂ ਪਿੰਡ 'ਚ ਰਿਹਾ, ਮੈਂ ਪਿੰਡ 'ਚ 6ਵੀਂ ਕਲਾਸ ਤੱਕ ਮੈਂ ਆਪਦੇ ਪਿੰਡ ਰਿਹਾ। ਮੇਰਾ ਪਿੰਡ ਹੈ ਮਨਵੀ, 14 ਮਨਵੀ। ਮੈਂ ਉਸ ਪਿੰਡ 'ਚ ਰਿਹਾ। ਉੱਥੇ ਅਸੀਂ ਕੀ ਕਰਨਾ, ਛੋਟੇ ਹੁੰਦੇ ਖੇਡਦੇ, ਨਾਲੇ ਤਾਂ ਲੁੰਗ ਖਾਈ ਜਾਂਦੇ, ਕਿੱਕਰ ਦੀ ਲੁੰਗ ਵੀ ਖਾਣੀ ਤੇ ਉਹ ਕਿੱਕਰ ਦੀ ਦਾਤਣ ਵੀ ਕਰਨੀ, ਕਿੱਕਰ ਨੂੰ ਲੱਗੀ ਗੂੰਦ ਵੀ ਖਾਣੀ, ਬੜਾ ਸਵਾਦ ਲੱਗਣੀ। ਉਹ ਫਿੱਕੀ ਹੁੰਦੀ ਸੀ, ਕੋਈ ਟੇਸਟ ਹੁੰਦਾ ਨਹੀਂ, ਖਾਈ ਜਾਣੀ। ਨਿੰਮ ਨੂੰ ਲੱਗੀ ਗੂੰਦ ਖਾ ਲੈਣੀ, ਕੌੜੀ ਹੁੰਦੀ ਸੀ। ਹੋਰ ਵੀ ਜਿਵੇਂ ਪਿੱਪਲ ਨੂੰ ਲੱਗੀ, ਚਲਗੋਜ਼ਾ ਪੇੜ ਲੱਗੇ ਹੋਏ ਸੀ, ਅੰਬ ਦੇ ਪੇੜ, ਹਰ ਇੱਕ ਪੇੜ 'ਚੋਂ ਗੂੰਦ ਨਿਕਲ ਸਕਦੀ ਹੈ। ਜਿਵੇਂ ਨਾ ਅਸੀਂ ਕਹਿੰਦੇ ਹਾਂ ਕਿ ਆਹ ਦਵਾਈ ਦਾ ਅਰਕ ਕੱਢ ਲਿਆ ਸੀ। ਠੀਕ ਹੈ ਵੀ ਵੈਸੇ ਉਹ ਨੁਕਸਾਨ ਤਾਂ ਨਹੀਂ ਕਿਤੇ ਕੋਈ ਮੈਂ ਤੁਹਾਨੂੰ ਤੋੜ ਕੇ ਖਾ ਲਓ ਖਾਣ, ਮੈਂ ਕਹਿੰਦਾ ਜਿੰਨੀ ਮਰਜ਼ੀ ਖਾਓ ਉਹਦਾ ਫਾਇਦਾ ਹੀ ਫਾਇਦਾ, ਨੁਕਸਾਨ ਹੋ ਹੀ ਨਹੀਂ ਸਕਦਾ। ਕੁਦਰਤ ਨੇ ਉਹ ਅੰਮ੍ਰਿਤ ਦਿੱਤਾ ਹੋਇਆ ਸਾਨੂੰ। ਉਹ ਜਿਹੜੀ ਚੀਜ਼ ਆ, ਜਿਵੇਂ ਅਸੀਂ ਕਹਿੰਦੇ ਨੇ ਵੀ ਆਹ ਮੰਨ ਲਓ ਜੀ ਅਸੀਂ ਐਕਸਟ੍ਰੈਕਟ ਕੱਢ ਲਿਆ ਦਵਾਈ ਦਾ, 1 ਕਿਲੋ ਅਸੀਂ ਆਂਵਲੇ ਦਾ ਚੂਰਨ ਲੈ ਲਿਆ ਮੰਨ ਲਓ, ਅਸੀਂ ਉਹਦੇ ਵਿੱਚੋਂ ਜਦੋਂ ਐਕਸਟ੍ਰੈਕਟ ਕੱਢਦੇ ਹਾਂ, ਉਹਦਾ ਅਰਕ ਕੱਢਦੇ ਹਾਂ, ਤਾਂ ਉਹਦਾ ਅਰਕ ਜਿਹੜਾ ਹੈਗਾ ਉਹ ਸਾਡੇ ਹੱਥ 'ਚ ਆਉਂਦਾ 100 ਗ੍ਰਾਮ। ਹਾਂ, 90 ਵੇਸਟ ਹੋ ਜਾਂਦਾ। ਤਾਂ ਇਸੇ ਤਰ੍ਹਾਂ ਪੇੜ ਦਾ ਸਾਰਾ ਅੰਗ ਯੂਜ਼ ਆਉਂਦਾ, ਜੜਾਂ ਵੀ, ਤਣੇ ਵੀ, ਪੱਤੇ ਵੀ, ਟਾਹਣੀ ਵੀ, ਫਲ ਵੀ, ਹਰ ਚੀਜ਼। ਇਸੇ ਤਰ੍ਹਾਂ ਰੱਬ ਨੇ ਉਹਦੇ ਵਿੱਚ 6ਵੀਂ ਚੀਜ਼ ਦਿੱਤੀ, ਉਹਦੇ ਅੰਦਰ ਇੱਕ ਜਿਹੜਾ ਰਸ, ਜਦੋਂ ਉਹਨੂੰ ਤੁਸੀਂ ਪਹਾੜਾਂ ਤੇ ਜਾਓਗੇ ਨਾ ਕਦੇ, ਜਿਹੜੇ ਲੰਬੇ ਪੇੜ ਹੁੰਦੇ ਨੇ ਚੀਲ ਕੈਲ ਦੇ ਲੱਗੇ, ਉਹਦੇ ਤੇ ਕੱਟ ਕਰਕੇ ਕੁੱਪੀਆਂ ਜਿਹੀਆਂ ਲੱਗੀਆਂ ਹੁੰਦੀਆਂ ਨੇ, ਉਹ ਕੁੱਪੀਆਂ 'ਚੋਂ ਗੂੰਦ ਇਕੱਠੀ ਹੁੰਦੀ ਹੈ, ਉਹਨੂੰ ਕਾਲਾ ਗੂੰਦ ਕਹਿੰਦੇ। ਹਾਂ, ਉਹ ਗੂੰਦ ਵੇਚਦੇ ਨੇ ਉਹ ਪਹਾੜੀਏ, ਉਹਨਾਂ ਨੂੰ ਪਤਾ ਇਨਕਮ ਕਿੱਥੋਂ ਕਿਤੋਂ, ਰੱਬ ਨੇ ਸਭ ਦਾ ਜੁਗਾੜ ਬਣਾਇਆ ਹੋਇਆ। ਹੁਣ ਉਹ ਐਡਾ ਲੰਬਾ ਜਾਂਦਾ ਪੇੜ, ਮਜਾਲ ਆ ਹਿੱਲ ਜੇ, ਤੋੜੇ ਨਹੀਂ ਟੁੱਟਦਾ, ਔਰ ਉਹ ਸਭ ਤੋਂ ਮਜ਼ਬੂਤ ਲੱਕੜ ਹੈ। ਉਹਦੀ ਮਜ਼ਬੂਤੀ ਦਾ ਰਾਜ ਉਹੀ ਹੈ, ਉਹਦਾ ਰਾਜ ਉਹੀ ਹੈ। ਉਹ 'ਚੋਂ ਗੂੰਦ ਕੱਢ ਲੈਂਦੇ ਆ ਸਾਰੀ, ਉਹ ਫਿਰ ਬਣ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਪੀਪਲ 'ਚੋਂ ਨਿਕਲਦੀ ਹੈ, ਸਾਡੇ ਮਤਲਬ ਈਵਨ ਟੂ ਤੁਸੀਂ ਕਹਿ ਲਓ ਨਿੰਮ ਦੇ ਪੇੜ ਨੂੰ, ਕਿੱਕਰ ਦੇ ਪੇੜ ਨੂੰ ਅਕਸਰ ਗੂੰਦ ਲੱਗਦੀ। ਇਹ ਜਿਹੜੀਆਂ ਨੇ ਵੈਦ ਦੀ ਰਾਏ ਨਾਲ ਲੈਣੀਆਂ ਚਾਹੀਦੀਆਂ ਨੇ ਗੂੰਦ ਸਾਰੀਆਂ ਨੇ। ਹੁਣ ਅਸੀਂ ਉਹਦੇ ਵਾਸਤੇ ਇਹ ਕੈਪਸੂਲ ਬਣਾ ਦਿੱਤਾ ਕਾਲੇ ਗੂੰਦ ਦਾ, ਤੇ ਹੋਰ ਪੰਚਗੂੰਦ ਹਾਈਟੈਕ ਕਰਤਾ, ਔਰ ਉਹ ਕਮਾਲ ਦੇ ਰਿਜ਼ਲਟ ਆ ਗਏ। ਇਸ ਕਰਕੇ ਜਿਨ੍ਹਾਂ ਨੂੰ ਲੁਬਰੀਕੇਸ਼ਨ, ਜਿਵੇਂ ਸਰੀਰ ਦੇ ਅੰਦਰ ਗਰੀਸ ਖਤਮ ਹੋ ਰਹੀ ਹੈ, ਉਹਨੇ ਪ੍ਰੋਪਰ ਬਣਾ ਦੇਣੀ ਹੈ। 6 ਮਹੀਨੇ 'ਚ ਸਾਡਾ ਪੇਸ਼ੈਂਟ ਬੋਲ ਪੈਂਦਾ ਵੀ ਗੋਇਲ ਸਾਹਿਬ ਸਰੀਰ ਐਂ ਲੱਗਣ ਲੱਗ ਗਿਆ ਜਿਵੇਂ ਪਹਿਲਾਂ ਵਰਗਾ ਹੋ ਗਿਆ। ਪਰ ਇਹਦੇ 'ਚ ਜੇ ਕਹੀਏ ਕਿ ਗੋਇਲ ਸਾਹਿਬ ਇਹਨਾਂ ਸਾਰੀਆਂ ਚੀਜ਼ਾਂ 'ਚ ਜਿਹੜੀ ਗੱਲ ਆ ਗਈ ਸ਼ੂਗਰ ਦੀ, ਉਹਦਾ ਤਾਂ ਜੇ ਦੇਖਿਆ ਜਾਵੇ ਕਿਤੇ ਸੁਣਿਆ ਨਹੀਂ। ਫਿਰ ਮੈਂ ਵੀ ਕਹਾਂ ਵੀ ਪਰਹੇਜ਼ ਤੋਂ ਇਲਾਵਾ ਵੀ ਇਕੱਲਾ ਮਿੱਠਾ ਛੱਡ ਦੋ ਤਾਂ ਠੀਕ ਹੈ, ਉਦੋਂ ਹੀ ਤੇ ਛੱਡਿਆਂ ਤੋਂ ਵੀ ਨਹੀਂ ਕਈਆਂ ਦਾ ਹਟਦਾ। ਸ਼ੂਗਰ ਦਾ ਇਲਾਜ ਦਾ ਵੀ ਦਾਵਾ ਕਰਦੇ ਹੋ ਦਾਵਾ। ਖੈਰ ਮੈਂ ਤੁਹਾਨੂੰ ਤਾਂ ਕਿਹਾ ਵੀ ਇਹ ਵੱਡੀ ਚੁਣੌਤੀ ਵਾਲੀ ਕਹਾਣੀ ਹੁੰਦੀ ਹੈ ਹਰੇਕ ਵੈਦ ਵਾਸਤੇ। ਐਕਚੁਅਲੀ ਮੈਂ ਤੁਹਾਨੂੰ ਦੱਸਦਾ, ਜਿਹੜੀ ਸ਼ੂਗਰ ਹੈ ਨਾ, ਸ਼ੂਗਰ ਦੇ ਵਿੱਚ ਦਾਵਾ ਇੱਕ ਅਲੱਗ ਚੀਜ਼ ਹੈ, ਵਾਅਦਾ ਇੱਕ ਅਲੱਗ ਚੀਜ਼ ਹੈ। ਇਹਦੇ 'ਚ ਵਾਅਦੇ ਕੰਮ ਕਰਦੇ ਆ, ਰੀਜ਼ਨ ਸਾਹਮਣੇ ਵਾਲੇ ਨੂੰ ਵੀ ਵਾਅਦਾ ਕਰਨਾ ਪੈਂਦਾ ਵੀ ਡਾਕਟਰ ਸਾਹਿਬ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕੰਮ ਕਰੂੰਗਾ, ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਚੀਜ਼ਾਂ ਲਾਊਂਗਾ, ਉਵੇਂ ਪਰਹੇਜ਼ ਵੀ ਰੱਖੂੰਗਾ। ਤਾਂ ਉਧਰੋਂ ਫਿਰ ਇੱਕ ਜਿਹੜਾ ਵੈਦ ਆ ਉਹ ਆਪਦੀ ਕਮਿਟਮੈਂਟ ਦਿੰਦਾ। ਜਿਵੇਂ ਮੈਂ ਕਹਿੰਦਾ ਹੁੰਦਾ ਕਿ 6 ਮਹੀਨੇ ਦੇ ਵਿੱਚ, ਔਰ ਬਹੁਤ ਹੀ ਸਾਡੀ ਸਿੰਪਲ ਜੀ ਦਵਾਈ ਹੈ, ਬਹੁਤ ਜ਼ਿਆਦਾ ਨਹੀਂ ਹੈ, ਉਹਦੇ 'ਚ ਅਸੀਂ ਮੇਨ ਜਿਹੜੀ ਚੀਜ਼ ਪਾਈ ਹੈ ਬੜੇਮਿਆਂ ਦੀ ਗਿਰੀ ਪਾਈ ਹੈ, ਜਿਹਨੂੰ ਅਸੀਂ ਕਾਟਨ ਸੀਡ ਦਾ ਕੱਢ ਦਿੰਦੇ ਹਾਂ, ਉਹ ਵਿੱਚੋਂ ਗਿਰੀ ਕੱਢ ਕੇ ਉਹ ਪਾਈ ਆ। ਤੇ ਉਹ ਜਿਹੜੀ ਕਾਟਨ ਸੀਡ ਦੀ ਗਿਰੀ ਆ, ਉਹ ਤੁਸੀਂ ਦੇਖੋ ਵੀ ਜਦੋਂ ਅਸੀਂ ਬੜੇਮਿਆਂ ਦੀ ਵੰਡ ਰਲਾਉਂਦੇ ਸੀ, ਗਾਈਆਂ ਮੱਝਾਂ ਨੂੰ ਪਾਉਂਦੇ ਸੀ, ਤਾਂ ਦੁੱਧ ਦਾ ਫੈਟ ਕਿੱਥੇ ਜਾਂਦਾ ਸੀ, ਫਾਇਦਾ ਕਰਦਾ ਸੀ ਬਹੁਤ ਜ਼ਿਆਦਾ, ਬਹੁਤ ਫਾਇਦਾ। ਤੇ ਉਹਦੀ ਖਲ ਉਦੋਂ ਵੱਧ ਪੈਦਾ। ਇਸੇ ਤਰ੍ਹਾਂ ਉਹਨੂੰ ਫਿਰ ਸਾਡੇ ਵੈਦ ਜੀ ਨੇ ਜਾਂਚਿਆ, ਪਰਖਿਆ, ਔਰ ਹਾਲੇ ਤੱਕ ਇੱਕੋ ਹੀ ਕੰਪਨੀ ਹੈ ਜੀ, ਕਲੇੜਾ ਦੀ ਹੈ ਕੰਪਨੀ, ਰਾਜਸਥਾਨ ਸਾਈਡ ਦੀ। ਉਹਨਾਂ ਨੇ ਇਕੱਲਿਆਂ ਨੇ ਉਹ ਪ੍ਰੋਡਕਟ ਬਣਾਇਆ ਹੋਇਆ ਸੀ। ਉਹ ਕਿਤੇ ਸਾਡੀ ਨਿਗਾਹ 'ਚ ਆਇਆ, ਸਾਡੇ ਵੈਦ ਜੀ ਨੇ ਦੇਖਿਆ, ਉਹਨੂੰ ਹੋਰ ਜ਼ਿਆਦਾ ਜਾਂਚਿਆ, ਪਰਖਿਆ, ਉਹ ਚੀਜ਼ ਨੂੰ ਬਣਾਇਆ।
5-6 ਚੀਜ਼ਾਂ ਪਾਈਆਂ ਉਹਦੇ ਵਿੱਚ, ਜਿਵੇਂ ਲੋਕ ਜਾਮਣ ਦੀ ਗੁਠਲੀ ਕਹਿੰਦੇ ਨੇ, ਉਹ ਗੁੜਮਾਰ ਬੁੱਟੀ ਕਹਿੰਦੇ ਨੇ, ਮੇਥੀ ਦਾ ਦਾਣਾ ਕਹਿੰਦੇ ਨੇ, ਕਈ ਕਹਿੰਦੇ ਨੇ ਵਿਜੇਸਾਰ ਦੀ ਲੱਕੜ, ਕਈ ਕਹਿੰਦੇ ਨੇ ਜੀ ਦਾਰੂ ਹਲਦੀ ਦੀ ਲੱਕੜ, ਇਹ ਚੀਜ਼ਾਂ ਪਾ ਕੇ ਉਹ ਲੋਕੀ ਬਣਾਈ ਜਾਂਦੇ ਨੇ, ਆਪ ਵੀ ਸਾਰੇ ਵੈਦ ਨੇ ਬਣਾ ਲੈਂਦੇ। ਤੇ ਲੇਕਿਨ ਜਦੋਂ ਤੱਕ ਕਿਸੇ ਵੈਦ ਦਾ ਕਿਸੇ ਹੱਥ ਨਾ ਲੱਗੇ ਉਦੋਂ ਤੱਕ ਗੱਲ ਨਹੀਂ ਬਣਦੀ। ਉਹ 'ਚ ਕੀ ਹੋਇਆ, ਨੰਬਰ 1 ਮੈਂ ਤੁਹਾਨੂੰ ਦੱਸ ਦਿੰਦਾ, ਸਭ ਤੋਂ ਵਧੀਆ ਮੈਂ ਨੁਸਖੇ ਬੜੇ ਜ਼ਾਹਰ ਕਰੂੰਗਾ, ਤੁਸੀਂ ਘਰੇ ਬਣਾ ਸਕਦੇ ਹੋ। ਇਹ ਵੀਡੀਓ ਤੁਹਾਡੇ ਕੋਲ ਆ, ਥੋੜੀ ਜਿਹੀ ਪਿੱਛੇ ਕਰਕੇ ਦੁਬਾਰਾ ਸੁਣ ਲਿਓ, ਕਿਉਂਕਿ ਫਾਇਦਾ ਤਾਂ ਤੁਸੀਂ ਉਹ ਚੱਕਣਾ ਮਿੱਤਰੋ। ਇਹ ਜਿਵੇਂ ਵੀ ਤੁਹਾਡਾ ਹੋ ਸਕਦਾ, ਕਿਉਂਕਿ ਸਾਡਾ ਜਿਹੜਾ ਦਾਣਾ ਪਾਣੀ, ਸਾਡੀ ਰੋਟੀ ਪਾਣੀ ਤਾਂ ਰੱਬ ਨੇ ਚਲਾ ਰੱਖੀ ਆ, ਚਲਾਈ ਜਾਣੀ ਆ। ਸਾਰੀਆਂ ਚੀਜ਼ਾਂ ਇਹ ਨਹੀਂ ਹੁੰਦੀਆਂ ਕਿ ਪੈਸੇ ਲਈ ਕੰਮ ਹੁੰਦੇ ਨੇ, ਕਈ ਕੰਮ ਇਹੋ ਜਿਹੇ ਹੁੰਦੇ ਨੇ ਕਿ ਜਦੋਂ ਆਦਮੀ ਸਮਾਜ ਜਿਹੜਾ ਹੈਗਾ ਉਸ ਆਦਮੀ ਨੂੰ ਸਮਰਿੱਧ ਬਣਾ ਦਿੰਦਾ, ਫਿਰ ਉਹਦੀ ਇੱਛਾ ਹੁੰਦੀ ਹੈ ਮੈਂ ਸਮਾਜ ਲਈ ਕੋਈ ਕੰਮ ਕਰ ਦੇਵਾਂ। ਤਾਂ ਇਹ ਸ਼ੂਗਰ ਦਾ ਨੁਸਖਾ ਨੋਟ ਕਰ ਲਓ। ਇੱਕ ਤਾਂ ਜਿਹੜੀ ਜਾਮੁਨ ਆ, ਉਹ ਕਾਲਾ ਜਾਮੁਨ ਚਾਹੀਦਾ। ਕਾਲਾ ਜਾਮੁਨ ਜਿਹੜਾ ਹੁੰਦਾ ਬੰਗਾਲ ਜਾਂ ਚੇਨਈ ਦੀ ਤਰਫ ਹੁੰਦਾ। ਇਹਨੂੰ ਆਮ ਜਿਹੜੇ ਆਪਣੇ ਇੱਧਰ ਖੜੇ ਆ ਜਾਮਨ, ਇਹ 'ਚ ਵੀ ਬਹੁਤ ਪੁਰਾਣੇ ਜਿਹੜੇ ਪੇੜ ਆ ਬਹੁਤ ਵੱਡੇ, ਉਹਨਾਂ ਨੂੰ ਦੇਖੋ ਮੋਟਾ ਜਾਮਨ ਲੱਗਦਾ ਕਾਲੇ ਰੰਗ ਦਾ, ਉਹਦੀ ਜਿਹੜੀ ਗੁਠਲੀ ਹੁੰਦੀ ਆ ਉਹਨੂੰ ਕੀੜਾ ਨਹੀਂ ਲੱਗਦਾ। ਜਿਹੜੀ ਆਮ ਨਾਰਮਲ ਜਮੂਏ ਆ ਜਾਂ ਜਾਮਨ ਦੀ ਬਣੀ ਹੋਈ ਆ, ਉਹਨੂੰ ਕੀੜਾ ਲੱਗ ਜਾਂਦਾ 15-20 ਦਿਨ 'ਚ। ਜਿਹਨੂੰ ਕੀੜਾ ਨਹੀਂ ਲੱਗਦਾ, ਤੁਸੀਂ ਦੰਦ ਨਾਲ ਚੱਬੋਗੇ, ਪੱਥਰ ਵਰਗੀ ਹੁੰਦੀ ਹੈ, ਚੱਬਿਆ ਨਹੀਂ ਜਾਊਗਾ, ਬੱਟੀ ਦੀ ਤਰ੍ਹਾਂ ਹੋਊਗੀ ਉਹ। ਇਹ ਇੱਧਰ ਹੁੰਦੀ ਆ ਬਹੁਤ ਰੇਅਰ ਮਿਲਦੀ ਹੈ, ਕਿਤੇ ਕਿਸੇ ਪਿੰਡ 'ਚ ਪੁਰਾਣੀ। ਆਮ ਜਾਮਣਾਂ ਦੀ ਗੁਠਲੀਆਂ ਸਕਾ ਖਾਈ ਜਾਂਦੇ ਨੇ, ਉਹ ਇਹ ਤੁਰੰਤ ਫਾਇਦਾ ਕਰ ਦਿੰਦੀਆਂ ਨੇ। ਲੇਕਿਨ ਜਿਹੜਾ ਫਾਇਦਾ ਐਕਚੁਅਲ ਅਸੀਂ ਕਹਿੰਦੇ ਜੜੀ ਬੂਟੀ ਦਾ ਇਸ ਪਾਊਡਰ 'ਚ ਹੋਣਾ, ਜਿਵੇਂ ਮੰਨ ਲਓ ਇਹ ਪਾਊਡਰ ਹੈ, ਇਹ ਪਾਊਡਰ ਦੇ ਵਿੱਚ ਇੱਕ ਟਿਕਾਊ ਚੀਜ਼ ਚਾਹੀਦੀ ਹੈ, ਕਿੰਨੇ ਮਹੀਨੇ ਪਿਆ ਰਹੇ, ਕਿੰਨੇ ਸਾਲ ਪਿਆ ਰਹੇ। ਤਾਂ ਉਹ ਜਿਹੜਾ ਪਾਊਡਰ ਹੈ ਉਹਨੂੰ ਟਿਕਾਊ ਰੱਖਣ ਵਾਸਤੇ ਓਰੀਜਨਲ, ਜਿਵੇਂ ਹੁਣ ਸਾਡੇ ਵੈਦ ਜੀ ਨੇ ਉਹੀ ਗੁਠਲੀ ਯੂਜ਼ ਕਰਨੀ ਹੈ। ਫਿਰ ਇੱਕ ਚੀਜ਼ ਹੋਰ ਵੱਡੀ, ਕਾਲਾ ਜਾਮੁਨ ਜਿਹੜਾ ਹੈਗਾ ਉਹਦੀ ਗੂੰਦ ਬਹੁਤ ਬਾਕਮਾਲ ਚੀਜ਼ ਹੈ ਸ਼ੂਗਰ ਦੇ ਮਰੀਜ਼ਾਂ ਵਾਸਤੇ। ਉਹਦੇ ਵੀ ਨਿਕਲਦੀ ਹੈ, ਕਾਲੇ ਜਾਮੁਨ ਦੀ ਵੀ ਲੈਣੀ ਪੈਂਦੀ ਹੈ, ਉਹ ਤੋਂ ਕੱਟ ਲਾ ਕੇ ਉਹ ਲੱਗਦੀ ਹੈ। ਬੰਗਾਲ ਸਾਈਡ ਉਹ ਕਰਦੇ ਨੇ, ਉਹਨਾਂ ਨੂੰ ਇਹ ਗੱਲ ਦੀ ਨੌਲੇਜ ਆ। ਉਹਦਾ ਐਕਸਟ੍ਰੈਕਟ ਕੱਢਦੇ, ਉਹਨੂੰ ਗੂੰਦ, ਕਾਲਾ ਜਾਮੁਨ ਔਰ ਉਹਦੀ ਗੂੰਦ, ਉਹਦੇ ਵਿੱਚ ਵਿਜੇਸਾਰ ਦੀ ਲੱਕੜੀ, ਦਾਰੂ ਹਲਦੀ, ਜਿਹੜੇ ਲੋਕਾਂ ਨੂੰ ਪਤਾ ਧਿਆਨ ਨਾਲ ਨੋਟ ਕਰ ਲਿਓ, ਦਾਰੂ ਹਲਦੀ, ਜਿਹੜਾ ਜਾਮੁਨ ਦਾ ਗੂੰਦ ਹੈ ਉਹ ਆਪਾਂ ਲੈਣਾ 250 ਮਿਲੀਗ੍ਰਾਮ। ਫਿਰ ਅਸੀਂ ਉਹਦੇ ਵਿੱਚ ਕੀ ਪਾਉਣਾ, ਦਾਰੂ ਹਲਦੀ, ਅੰਬਾ ਹਲਦੀ ਔਰ ਵਿਜੇਸਾਰ ਦੀ ਲੱਕੜ ਦਾ ਪਾਊਡਰ। ਫਿਰ ਉਹਦੇ ਵਿੱਚ ਤੁਸੀਂ ਪਾ ਸਕਦੇ ਹੋ ਬੇਲ ਪੱਤਰੀ, ਬੇਲ ਦੀ ਪੱਤਰੀ ਜਿਹੜੀ ਸ਼ਿਵਜੀ ਭੋਲੇਨਾਥ ਤੇ ਚੜ੍ਹਦਾ ਬੇਲ, ਉਹਦੀ ਪੱਤਰੀ। ਉਸ ਤੋਂ ਬਾਅਦ ਉਹਦੇ ਵਿੱਚ ਨਿੰਮ ਦੀਆਂ ਪੱਤੀਆਂ, ਫਿਰ ਉਹਦੇ ਵਿੱਚ ਤੁਸੀਂ ਗੁੜਮਾਰ ਦੀਆਂ ਪੱਤੀਆਂ। ਇੱਕ ਤੁਸੀਂ ਬਹੁਤ ਧਿਆਨ ਰੱਖਣਾ, ਇਹ ਫਾਰਮੂਲਾ ਮੈਂ ਲਿਖਾ ਚੁੱਕਿਆ, ਇਹਨੂੰ ਲਿਖ ਲਓ। ਜਿਹੜੀ ਫਾਰਮੂਲੇਸ਼ਨ ਦੇ ਵਿੱਚ ਕੀ ਕੀ ਪਾਉਣਾ ਮੈਨੂੰ WhatsApp ਕਰ ਲਿਓ, 99 150 72 372, ਇਹ ਮੇਰੇ ਕੋਲ ਹੁੰਦਾ। ਇੱਥੇ ਤੁਸੀਂ WhatsApp ਕਾਲ ਕਰ ਸਕਦੇ ਹੋ, WhatsApp ਮੈਸੇਜ ਕਰ ਸਕਦੇ ਹੋ। ਨਾਰਮਲ ਕਾਲ ਕਰੋਗੇ ਸਟਾਫ ਕੋਲੇ ਜਾਊਗਾ, ਉਹ ਮੇਰੇ ਕੋਲ ਨਹੀਂ ਆਉਂਦਾ। ਮੇਰੇ ਕੋਲੇ WhatsApp ਕਾਲ ਆਊਗੀ, ਮੈਂ ਆਪ ਚੱਕੂਗਾ, ਇਹ ਫੋਨ ਤੇ ਹੁੰਦੀ ਹੈ ਮੇਰੇ ਆਪਣੇ ਤੇ ਇਹਨੂੰ ਤੁਸੀਂ ਕਰੋਗੇ। ਇਹਦੇ ਤੁਸੀਂ ਮੈਨੂੰ WhatsApp ਕਰਕੇ ਮੰਗ ਲਿਓ ਕਿ ਜੀ ਸ਼ੂਗਰ ਦਾ ਨੁਸਖਾ ਭੇਜ ਦਿਓ, ਮੈਂ ਤੁਹਾਨੂੰ ਲਿਖਿਆ ਲਿਖਾਇਆ ਭੇਜੂਗਾ। ਘਰੇ ਜਾ ਕੇ ਬਣਾਓ, ਪੰਸਾਰੀ ਤੋਂ ਲਓ, ਚੀਜ਼ਾਂ ਖੁਸ਼ ਹੋ ਕੇ ਲੈਣੀਆਂ ਨੇ। ਔਰ ਪੰਸਾਰੀ ਨੂੰ 10 ਰੁਪਏ ਵੱਧ ਦੇ ਕੇ ਲੈਣੀਆਂ ਨੇ, ਕੰਜੂਸੀ ਨਹੀਂ ਕਰਨੀ। ਉਹਨੂੰ ਕਹੇ 10 ਰੁਪਏ ਵੱਧ ਲੈ, ਪੰਸਾਰੀ ਨੂੰ ਖੁਸ਼ ਰੱਖੋ, ਤੁਹਾਡੀ ਸਿਹਤ ਦਾ ਖਿਆਲ ਰੱਖੂਗਾ। ਤੇ ਦੂਸਰੀ ਚੀਜ਼ ਕੀ ਆ, ਇਹਨੂੰ ਬਣਾ ਲਓ, ਬਣਾ ਕੇ ਖਾ ਲਓ, ਤੇ ਸ਼ੂਗਰ ਜਿਹੜੀ ਆ ਤੁਹਾਡੀ ਕੰਟਰੋਲ ਹੋ ਜਾਊਗੀ। ਇੱਕ ਮੈਂ ਹੋਰ ਤੁਹਾਨੂੰ ਸੋਸ਼ਲ ਗੱਲ ਕਹਿਣੀ ਆ ਕਿ ਤੁਹਾਡੇ ਘਰ ਦੇ ਵਿੱਚ 2 ਪੌਦੇ ਬਹੁਤ ਜ਼ਰੂਰੀ ਨੇ ਜੇ ਜ਼ਿੰਦਗੀ ਨੂੰ ਵਧੀਆ ਜਿਉਣਾ। ਇੱਕ ਮਿੱਠੀ ਤੁਲਸੀ ਮਤਲਬ ਸਟੀਵੀਆ। ਸਟੀਵੀਆ ਦਾ ਜਿਹੜਾ ਪੌਦਾ ਉਹ ਗਮਲੇ 'ਚ ਲੱਗਾ ਹੁੰਦਾ, 15 ਤੋਂ ਲੈ ਕੇ 50 ਰੁਪਏ ਤੱਕ। ਜਿਹੜਾ ਨਾਰਮਲ ਨਰਸਰੀ ਵਾਲਾ ਉਹ 15 ਰੁਪਏ ਦਾ ਦੇ ਦੂ, ਜਿਹੜਾ ਥੋੜਾ ਜਿਹਾ ਲਾਲਚੀ ਆ ਉਹ 50 ਰੁਪਏ ਲੈ ਲੂਗਾ, ਬਸ ਇੰਨਾ ਕੀ ਆ। ਉਹਦਾ ਲਾਲਚ ਭਰ ਦੋ, ਉਹਨੂੰ 50 ਲੈਂਦਾ 50 ਹੀ ਦੇ ਦੋ, ਬਹੁਤ ਵੱਡੀ ਚੀਜ਼ ਆ ਉਹ। ਉਹਦਾ 2 ਪੱਤੇ ਤੋੜਦੇ ਆ, ਐ ਹੱਥ ਨਾਲ ਮਾੜੀ ਜੀ ਮਸਲ ਕੇ ਗੋਲੀ ਜੀ ਬਣਾ ਕੇ ਫਰਾਈ ਪੈਨ 'ਚ ਪਾ ਦੋ। 3 ਕੱਪ ਚਾਹ ਵਾਸਤੇ 2 ਪੱਤੇ ਬਹੁਤ ਆ। ਇੰਨੀ ਮਿੱਠੀ ਹੋ ਜੂ, ਜ਼ਿੰਦਗੀ 'ਚ ਤੁਸੀਂ ਮਿੱਠਾ ਨਹੀਂ ਲਿਆ ਹੋਣਾ ਇੰਨਾ। ਸਟੀਵੀਆ ਦਾ ਪੱਤਾ, ਸਿੰਪਲ ਪੱਤੇ ਨਾਲ ਇੰਨੀ ਮਿੱਠੀ ਤੁਹਾਡੀ ਚਾਹ, ਔਰ ਤੁਹਾਡਾ ਮਿੱਠੇ ਦੀ ਪੂਰੀ ਹੋ ਜੂ। ਖੀਰ ਬਣਾ ਰਹੇ ਹੋ, ਉਹ 'ਚ 10-15 ਪੱਤੇ ਗੇਰ ਦੋ ਕੜਾਹੀ 'ਚ, ਤੁਹਾਡੀ ਖੀਰ ਮਿੱਠੀ ਹੋ ਜੂ। ਔਰ 1-20% ਕੈਲਰੀ ਨਹੀਂ। ਤੁਸੀਂ ਚੀਨੀ ਬਚਾਉਣ ਵਾਲਾ ਦਾ ਵੀ ਕੰਮ ਕਰਦੇ, ਜਮਾਂ ਹੀ ਚੀਨੀ ਮਤਲਬ ਹੀ ਨਹੀਂ ਚੀਨੀ ਖਾਣੀ ਪੈ ਜੇ। ਤੁਸੀਂ ਉਹਦੇ ਵਿੱਚ ਪਾ ਕੇ ਇੱਕ ਵਾਰੀ ਮੇਰੇ ਕਹਿਣ ਤੇ ਬਣਾ ਕੇ ਦੇਖੋ, ਖੀਰ ਬਣਾਓ, ਕੜਾਹ ਬਣਾਓ, ਦੁੱਧ ਬਣਾਓ, ਦੁੱਧ ਦੇ ਵਿੱਚ ਪਾ ਲਓ, ਚਾਹ 'ਚ ਪਾ ਲਓ। ਤੁਸੀਂ ਇੱਕ ਵਾਰ ਕਰਕੇ ਦੇਖ ਲਓ, ਤੁਹਾਨੂੰ ਪਤਾ ਲੱਗ ਜੂਗਾ ਕਿੰਨਾ ਵਧੀਆ ਇਹਦਾ ਤੁਹਾਨੂੰ ਫਾਇਦਾ ਹੋਣ ਵਾਲਾ। ਘਰੇ ਹੀ 50 ਰੁਪਏ ਦਾ ਗਮਲਾ ਤੁਹਾਡਾ 5000 ਦੀ ਚੀਨੀ ਬਚਾ ਦੇਣੀ ਉਹਨੇ। ਉਹਨੂੰ ਹੀ ਲੱਗੀ ਜਾਣੇ ਪੱਤੇ। 2 ਲਾ ਲਓ, 3 ਗਮਲੇ। ਇੱਕ ਦੂਸਰਾ ਗਮਲਾ ਉਹ ਲਾਉਣਾ ਐਲੋਵੀਰਾ ਦਾ। ਕਮਲੇ ਨਾ ਬਣੋ,
ਮੈਂ ਵੀ ਤੁਹਾਡੇ ਵਿੱਚੋਂ ਤੁਹਾਡੇ ਵਰਗਾ ਹੀ ਆ, ਕਮਲਾ ਕਹਿ ਲਓ ਸਿਆਣਾ ਕਹਿ ਲਓ, ਪਰ ਕਮਲੇ ਨਹੀਂ ਬਣਨਾ। ਜਦੋਂ ਕੋਈ ਗੱਲ ਅਕਲ ਆ ਜੇ ਉਦੋਂ ਜ਼ਰੂਰ ਕਰ ਲਓ। ਜਿਹੜਾ ਐਲੋਵੇਰਾ ਦਾ ਪੌਦਾ ਉਹ ਜਦੋਂ ਘਰੇ ਲੱਗ ਗਿਆ ਤਾਂ ਤੁਸੀਂ ਇਹ ਸਮਝ ਲਓ ਵੀ ਜਿਹੜੀ ਲਕਸ਼ਮਣ ਜੀ ਨੂੰ ਸੰਜੀਵਨੀ ਦਿੱਤੀ ਤੀ ਉਹੀ ਸੀ, ਹੋਰ ਬਹੁਤਾ ਫਰਕ ਨਹੀਂ ਉਹਦੇ 'ਚ। ਉਹਨੂੰ ਲੈਣਾ ਪਊ ਆਪਾਂ ਨੂੰ ਰੈਗੂਲਰ। ਕਿਵੇਂ? ਪੌਦਾ ਲੈਣਾ ਐਲੋਵੇਰਾ ਦਾ ਉਹ ਜਿਹਦੇ ਵਿੱਚੋਂ ਟਰਾਂਸਪੇਰੈਂਟ ਦਿਖੇ ਆਰ ਪਾਰ, ਮਤਲਬ ਨਜ਼ਰ ਆਵੇ ਵਿੱਚ ਪਲਪ। ਕਈ ਬਹੁਤ ਡਾਰਕ ਗ੍ਰੀਨ ਕਲਰ ਹੁੰਦਾ, ਉਹ ਨਹੀਂ ਲੈਣਾ। ਲਾਈਟ ਕਲਰ ਦਾ ਜਿਹੜਾ ਹੁੰਦਾ ਮੈਡੀਕੇਟਡ ਆ, ਉਹਨੂੰ ਲੈਣਾ। ਉਹਦੀ ਕਲਮ ਕੱਟਣੀ ਆ ਤੁਸੀਂ 4-5 ਇੰਚ ਕੱਟ ਕੇ, ਉਹਦਾ ਉੱਪਰੋਂ ਥੱਲਿਓਂ ਛਿਲਕਾ ਲਾ ਕੇ ਜਿਹੜਾ ਗੁੱਦਾ ਹੈ, ਪਲਪ ਜਿਹਨੂੰ ਅਸੀਂ ਕਹਿ ਲੈਂਦੇ ਆ, ਉਹ ਅਸੀਂ ਖਾਣਾ, ਮੂੰਹ 'ਚ ਪਾਉਣਾ, ਪਾਣੀ ਪੀ ਜਾਣਾ, ਮੂੰਹ 'ਚ ਪਾਉਣਾ, ਪਾਣੀ ਪੀ ਲੈਣਾ। 2 2.5 3 ਚਮਚੇ ਰੋਜ਼ ਤੁਸੀਂ ਲੈਣੇ ਸ਼ੁਰੂ ਕਰ ਦਿਓ। ਜੋੜਾਂ ਦਾ ਦਰਦ ਨਹੀਂ, ਬਵਾਸੀਰ ਨਹੀਂ, ਪੇਟ ਦੇ ਰੋਗ ਨਹੀਂ, ਕਬਜ਼ ਨਹੀਂ, ਔਰ ਸੰਜੀਵਨੀ ਆ ਪੂਰੇ ਸਰੀਰ ਵਾਸਤੇ। 270 ਬਿਮਾਰੀਆਂ 'ਚ ਫਾਇਦਾ ਕਰੂ। ਜਿਨ੍ਹਾਂ ਮੇਰੀਆਂ ਮਾਤਾ ਭੈਣਾਂ ਨੂੰ, ਵੀਰਾਂ ਨੂੰ, ਭਰਾਵਾਂ ਨੂੰ ਮਾਈਗ੍ਰੇਨ ਦੀ ਪ੍ਰੋਬਲਮ ਹੈ, ਉਹ ਵੀ ਇਹਨੂੰ ਲੈ ਸਕਦੇ ਆ, ਬਹੁਤ ਫਾਇਦਾ ਕਰੂਗਾ। ਔਰ ਨਾਲ ਹੀ ਨਾਲ ਧੁੰਨੀ ਦੇ ਵਿੱਚ ਥੋੜਾ ਜਿਹਾ ਤੇਲ ਪਾ ਲਿਆ ਕਰੋ, ਚਾਹੇ ਸਰੋਂ ਦਾ, ਚਾਹੇ ਕੋਈ ਵੀ ਪਾ ਲਿਆ ਕਰੋ। ਮੈਂ ਵੀ ਬਣਾਇਆ ਨਾਭੀ ਟੱਚ ਤੇਲ। ਇਹ ਤਾਂ ਜਿਹਨੇ ਵਰਤਿਆ ਉਹਨੂੰ ਪਤਾ, ਕਿਉਂਕਿ ਦੁਨੀਆ ਦਾ ਸਭ ਤੋਂ ਮਹਿੰਗਾ ਤੇਲ ਹੈ ਇਹ ਵੀ। ਮੈਂ ਤੁਹਾਨੂੰ ਦੱਸ ਦਿੰਦਾ, ਸੁਭਾਸ਼ ਗੋਇਲ ਚੀਜ਼ ਲੈ ਕੇ ਆਊਗਾ ਦੇਸੀ ਘੀ, ਡਾਲਡਾ ਨਹੀਂ, ਕੰਮ ਕਰੂਗੀ। ਨਹੀਂ ਤਾਂ ਸਰੋਂ ਦਾ ਤੇਲ ਘਰੇ ਲਾ ਲਓ, ਬਦਾਮ ਦਾ ਤੇਲ ਲਾ ਲਓ, ਘਰੇ ਤੁਸੀਂ ਜੈਤੂਨ ਦਾ ਤੇਲ ਲਾ ਲਓ, ਕੋਕੋਨਟ ਦਾ ਤੇਲ ਲਾ ਲਓ। ਧੁੰਨੀ ਨੂੰ ਤਰ ਰੱਖੋ। ਪਰ ਜੇ ਤੁਸੀਂ ਕੋਈ ਬਿਮਾਰੀ, ਜਿਵੇਂ ਧਰਨ ਪੈਂਦੀ ਆ, ਬਾਰ-ਬਾਰ ਧਰਨ ਹਿੱਲ ਜਾਂਦੀ ਆ, ਬਾਰ-ਬਾਰ ਜਾ ਕੇ ਕਿਸੇ ਤੋਂ ਥੌਲਾ ਕਰਾਉਂਦੇ ਆ, ਕਿਸੇ ਤੋਂ ਧਾਗਾ ਕਰਾਉਂਦੇ ਆ, ਉਹਦੇ ਨਾਲੋਂ ਬਚਣ ਵਾਸਤੇ ਇਹ ਤੁਹਾਨੂੰ ਨਾਭੀ ਟੱਚ ਤੇਲ ਲੈਣਾ ਪਊਗਾ। ਇਹ ਕੋਈ ਚੀਜ਼ ਹੋਊਗੀ ਤਾਂ ਹੀ ਇੰਨੀ ਮਹਿੰਗੀ ਆ, ਤਾਂ ਹੀ ਲੈਂਦੇ ਨੇ ਲੋਕ, ਐਵੇਂ ਨਹੀਂ ਕੋਈ ਲੈਂਦਾ। ਇਸ ਕਰਕੇ ਇਹਦੇ ਵਾਸਤੇ ਤੁਹਾਨੂੰ ਨਾਭੀ ਟੱਚ ਤੇਲ ਲੈਣਾ ਪਊਗਾ। ਪਰ ਇਹ ਚੀਜ਼ਾਂ ਨੂੰ ਗੌਰ ਰੱਖਿਓ, ਐਲੋਵੇਰਾ ਦਾ ਪੌਦਾ ਤੇ ਇੱਕ ਸਟੀਵੀਆ ਦਾ ਪੌਦਾ। ਹੋਰ ਵੀ ਕਿਸੇ ਪੌਦੇ ਬਾਰੇ, ਮੈਡੀਕੇਟਡ ਪੌਦੇ ਬਾਰੇ ਤੁਹਾਨੂੰ ਜਾਣਕਾਰੀ ਚਾਹੀਦੀ ਆ, ਤੁਹਾਨੂੰ ਲੱਗਦਾ ਕਿ ਅਸੀਂ ਘਰੇ ਲਾ ਕੇ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਤਾਂ ਮੈਨੂੰ WhatsApp ਤੇ ਮੈਸੇਜ ਪਾ ਦਿਓ ਵੀ ਆਹ ਬਿਮਾਰੀਆਂ ਵਾਸਤੇ ਕਿਹੜਾ ਪੌਦਾ ਕੰਮ ਕਰੂਗਾ। ਮੈਂ ਵਿਦਆਊਟ ਐਨੀ ਹੈਜੀਟੇਸ਼ਨ, ਕਿਸੇ ਗੱਲ ਦੀ ਮੈਨੂੰ ਪਰਵਾਹ ਨਹੀਂ ਹੁੰਦੀ, ਨਾ ਕੋਈ ਟੈਨਸ਼ਨ ਹੁੰਦੀ ਹੈ, ਮੈਂ ਤੁਹਾਨੂੰ ਚੀਜ਼ਾਂ ਲਿਖ ਕੇ ਭੇਜੂੰਗਾ। ਮੇਰੀ ਹੱਥ ਜੋੜ ਕੇ ਇੱਕੋ ਹੀ ਬੇਨਤੀ ਹੈ ਵੀ ਉਹ ਗਮਲੇ ਦੀ ਫੋਟੋ ਖਿੱਚ ਕੇ ਮੈਨੂੰ ਜ਼ਰੂਰ ਭੇਜ ਦਿਓ, ਤਾਂ ਕਿ ਮੈਂ ਤੁਹਾਨੂੰ ਦੱਸ ਸਕਾਂ ਵੀ ਇਹ ਚੀਜ਼ ਸਹੀ ਆ। ਔਰ ਜਿਨ੍ਹਾਂ ਦੇ ਘਰੇ ਲੱਗਿਆ ਵੀ ਹੋਇਆ, ਜਿਨ੍ਹਾਂ ਦੇ ਕੋਲ ਪਿਆ ਵੀ ਆ, ਉਹ ਵੀ ਭੇਜ ਦਿਓ ਮੈਨੂੰ ਫੋਟੋ, ਤਾਂ ਕਿ ਮੈਂ ਤੁਹਾਨੂੰ ਇਹ ਚੀਜ਼ ਦੱਸ ਸਕਾਂ। ਔਰ ਇਸ ਕਰਕੇ ਮੇਰਾ ਨੰਬਰ ਨੋਟ ਕਰਕੇ ਰੱਖਿਓ, 99 150 72 372। ਇਸ ਨੰਬਰ 'ਤੇ ਤੁਸੀਂ ਮੇਰੇ ਕੋਲੋਂ ਇੱਦਾਂ ਦੀਆਂ ਚੀਜ਼ਾਂ ਆਪਣੇ ਆਪ ਹੀ ਤੁਸੀਂ ਪੁੱਛ ਸਕਦੇ ਹੋ। ਤੁਹਾਨੂੰ ਮੈਂ ਬਲੌਗ ਵਗੈਰਾ ਭੇਜਦਾ ਰਹੂੰਗਾ। ਬਿਲਕੁਲ ਡਾਕਟਰ ਸਾਹਿਬ, ਦੇਖੀਏ ਇਹ ਜਿਹੀਆਂ ਚੀਜ਼ਾਂ ਦੀ ਇਹ ਉਹ ਕਹਿ ਸਕਦੇ ਆ ਵੀ ਜ਼ਿੰਦਗੀ ਦਾ ਤਜਰਬਾ, ਜਾਂ ਕਹੀਏ ਤਜਰਬਾ ਹੀ ਹੋ ਗਿਆ ਹੁਣ, ਕਿਉਂਕਿ ਜਦੋਂ ਸਮੱਸਿਆਵਾਂ ਪਰੇਸ਼ਾਨੀਆਂ ਵਧੀ ਜਾਂਦੀਆਂ ਨੇ ਫਿਰ ਤਜਰਬੇ ਹੋ ਜਾਂਦੇ ਨੇਗੇ। ਸਰੀਰ ਦੇ ਜੇ ਕਹੀਏ ਕਿ ਪੈਰ ਤੋਂ ਲੈ ਕੇ ਸਿਰ ਤੱਕ ਦੇ, ਜਦੋਂ ਕਈ ਚੀਜ਼ਾਂ ਤਾਂ ਸਾਡੀਆਂ ਆਪਦੀਆਂ ਸਹੇੜੀਆਂ ਹੋਈਆਂ, ਜਿਵੇਂ ਕਿ ਨਸ਼ੇ ਦੀ ਗੱਲ ਹੋਵੇ। ਨਸ਼ਾ ਬਹੁਤ ਸਾਰੀਆਂ ਚੀਜ਼ਾਂ ਵਾਸਤੇ ਲੋਕ ਲੈਣਾ ਸ਼ੁਰੂ ਕਰ ਦਿੰਦੇ ਨੇ, ਪਰ ਉਹਦਾ ਦੀ ਐਂਡ ਕਿੱਥੇ ਹੋਣਾ, ਤਾਂ ਫਿਰ ਉਹ ਜਿਵੇਂ ਸੁਭਾਸ਼ ਜੀ ਹੋਰਾਂ ਨੇ ਦੱਸਿਆ ਕਿ ਆਖਰਕਾਰ ਚੀਜ਼ਾਂ ਵੀ ਆਪਣੇ ਕੋਲੇ ਦੀਆਂ ਹੀ ਨੇਗੀਆਂ। ਬਸ ਤੁਸੀਂ ਇਹ ਕਹਿ ਸਕਦੇ ਆ ਵੀ ਥੋੜੀ ਜਿਹੀ ਕਲਾਕਾਰੀ ਦੀ ਲੋੜ ਹੁੰਦੀ ਹੈ। ਇਹਨਾਂ ਨੇ ਤਾਂ ਖੈਰ ਉਹ ਵੀ ਨਹੀਂ ਰੱਖੀ ਹੈਗੀ, ਉਹ ਵੀ ਦੱਸਤਾ। ਬਾਕੀ ਵਰਤ ਕੇ ਜ਼ਰੂਰ ਦੇਖਿਓ, ਫਿਰ ਉਹਦੇ ਬਾਅਦ ਦੱਸਿਓ ਜ਼ਰੂਰ, ਕਿਉਂਕਿ ਜੇਕਰ ਉਹਦਾ ਫਾਇਦਾ ਮਿਲਦਾ ਤਾਂ ਹੋਰਾਂ ਨੂੰ ਵੀ ਮਿਲੇ, ਜੇ ਨਹੀਂ ਵੀ ਹੈਗਾ ਤਾਂ ਵੀ ਦੱਸਿਓ, ਕਿਉਂਕਿ ਫਿਰ ਅਸੀਂ ਸੁਭਾਸ਼ ਜੀ ਨਾਲ ਤੁਹਾਡੀ ਗੱਲ ਕਰਾਈਏ ਸਿੱਧੀ। ਪਰ ਨਾਲ ਕਹਿ ਸਕਦੇ ਆ ਕਿ ਜਦੋਂ ਇੰਨੇ ਲੋਕ ਭਰੋਸਾ ਕਰ ਰਹੇ ਨੇ ਤਾਂ ਜ਼ਰੂਰਤ ਹੈ ਵੀ ਮਾੜੀਆਂ ਚੀਜ਼ਾਂ ਕਰਨੀ ਤਾਂ ਬਥੇਰਾ ਜਾਏ, ਚੰਗੀਆਂ ਕਰਨੀ ਵੀ ਜਾ ਕੇ ਦੇਖ ਲਈਏ, ਤਾਂ ਕਿ ਫਾਇਦਾ ਤੁਹਾਨੂੰ ਤਾਂ ਹੋਵੇ ਪਰ ਬਾਕੀਆਂ ਦਾ ਵੀ ਹੋ ਜਾਊਗਾ, ਕਿਉਂਕਿ ਤੁਸੀਂ ਆਪ 4 ਜਣਿਆਂ ਨੂੰ ਦੱਸਣਾ ਹੈਗਾ।